शेष कथा उतरों अबै जिम बैकुंठ गुर जाए पहुँचे पचल नगर में सोन स्रोता चितराई दोहरा शेष कथा उतरों अबै। वाहिगुरु जी का खालसा वाहिगुरु जी की फतेह। सतगुਰਾਂ ਦੀ ਸਾਜੀ ਨਿਵਾਜੀ परम प्रीतवान गुरु प्यारी गुरु सवारी गुरु खालसा साध संगत जी, अकाल पुरख वाहिगुरु अंतरयामी दी महान किरपा बेअंत ही बेअंत रहमत हो रही है। सतगुरु जी दे पवित्र चरनां विच गुरुद्वारा शहीद बाबा निहाल सिंह जी नगर तल्लण विखे आपां सारे रल मिल के संध्या ਦੇ ਦੀਵਾਨ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਸੰਗੀਤ ਦੇ ਨਿਯਮਾਂ ਦੇ ਮੁਤਾਬਕ ਗੁਰੂ ਕੀ ਬਾਣੀ ਦਾ ਕੀਰਤਨ ਹੋਇਆ ਹੈ। ਰਹਿਰਾਸ ਸਾਹਿਬ ਜੀ ਦੇ ਪਾਠ ਕੀਤੇ ਗਏ ਹਨ। ਹੁਣ ਸਤਿਗੁਰਾਂ ਦੇ ਪਵਿੱਤਰ ਗੁਰ ਇਤਿਹਾਸ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਬੀਤੇ ਕੱਲ ਆਪਾਂ ਨਵੀਂ ਪੋਥੀ ਉਤਰਾਇਣ ਦੀ ਆਰੰਭਤਾ ਕੀਤੀ ਸੀ। ਭਾਈ ਸਾਹਿਬ ਜੀ ਨੇ ਜੋ ਮੰਗਲ ਉਚਾਰਨ ਕਰਕੇ ਆਪਣੇ ਇਸ਼ਟਾ ਭਾਵ ਦਾ ਆਪਣੀ ਸ਼ਰਧਾ ਭਾਵਨਾ ਦਾ ਉਚਾਰਨ ਕੀਤਾ, ਸੋ ਗੁਰਬਾਣੀ ਦੇ ਦੋਏ ਮੰਗਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਔਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇਹਨਾਂ ਦੋਵੇਂ ਮੰਗਲਾਂ ਦੇ ਅਰਥ ਔਰ ਭਾਈ ਸਾਹਿਬ ਜੀ ਨੇ ਕਿਉਂ ਲਿਖੇ ਇਹ ਵੀ ਆਪਾਂ ਸਰਵਣ ਕੀਤਾ। ਫਿਰ ਜੋ ਕਵੀਆਂ ਦੇ ਮਰਿਆਦਾ ਮੁਤਾਬਕ ਮੰਗਲ ਹਨ, ਗੁਰਬਾਣੀ ਦਾ ਮੰਗਲ ਕੀਤਾ ਹੈ, 10 ਪਾਤਸ਼ਾਹੀਆਂ ਦਾ ਮੰਗਲ, ਅਕਾਲ ਪੁਰਖ ਵਾਹਿਗੁਰੂ ਜੀ ਦਾ ਮੰਗਲ ਕੀਤਾ ਪਰਮਾਤਮਾ ਦਾ, ਉਹ ਆਪਾਂ ਕੱਲ੍ਹ ਬਹੁਤ ਵਿਸਥਾਰ ਦੇ ਸਹਿਤ ਸਰਵਣ ਕੀਤਾ। ਉਸ ਤੋਂ ਅੱਗੇ ਜਿਵੇਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਆ ਰਹੀ ਹੈ, ਆਓ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਨੀ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਗਰੇ ਦੀ ਧਰਤੀ ਦੇ ਉੱਤੇ ਚੁਮਾਸਾ ਕੱਟ ਰਹੇ ਹਨ। ਭਾਵ ਵਰਖਾ ਦੇ 2 ਮਹੀਨੇ ਸਾਉਣ ਅਤੇ ਭਾਦਰੋਂ। ਬਹਾਦਰ ਸ਼ਾਹ ਬਾਦਸ਼ਾਹ ਦੀ ਬੇਨਤੀ 'ਤੇ ਸਤਿਗੁਰੂ ਜੀ ਇੱਥੇ ਟਿਕੇ ਹਨ, ਜਾ ਰਹੇ ਹਨ ਦੱਖਣ ਵੱਲ ਨੂੰ, ਪਰ ਥੋੜ੍ਹੇ ਸਮੇਂ ਵਾਸਤੇ 'ਤੇ ਰੁਕੇ ਹੋਏ ਹਨ। ਸਤਿਗੁਰੂ ਸਾਹਿਬ ਜੀ ਨੇ ਇੱਥੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਚੇਤੇ ਕਰਵਾਇਆ ਕਿ ਜੋ ਤੈਂ ਰਾਜ ਭਾਗ ਲੈਣ ਦੇ ਵਕਤ ਇਹ ਵਾਅਦਾ ਕੀਤਾ ਸੀ, ਜ਼ੁਬਾਨੀ ਵੀ ਅਤੇ ਲਿਖਤੀ ਰੂਪ ਵਿੱਚ ਵੀ ਸਾਨੂੰ ਇਕਰਾਰਨਾਮਾ ਦਿੱਤਾ ਸੀ ਕਿ ਜਦੋਂ ਮੈਂ ਰਾਜ ਭਾਗ ਦਾ ਮਾਲਕ ਬਣ ਗਿਆ ਤੁਹਾਡੀ ਕਿਰਪਾ ਨਾਲ, ਤਾਂ ਫਿਰ ਜੋ ਆਪ ਜੀ ਇੱਕ ਸਵਾਲ ਕਹਿੰਦੇ ਹੋ, ਮੈਂ ਤੁਹਾਡਾ ਸਵਾਲ, ਤੁਹਾਡਾ ਉਹ ਵਚਨ ਜ਼ਰੂਰ ਪੂਰਾ ਕਰਾਂਗਾ। ਬਾਦਸ਼ਾਹ ਉਹ ਸਮਾਂ ਆ ਗਿਆ, ਹੁਣ ਸਾਡਾ ਉਹ ਵਚਨ ਪੂਰਾ ਕਰ ਦੇ। ਮਹਾਰਾਜ ਕਿਹੜਾ ਵਚਨ? ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਤੇਰੇ ਜਿੰਨੇ ਸੂਬਿਆਂ ਨੇ ਗੁਰੂ ਘਰ ਦੇ ਨਾਲ ਵਿਰੋਧ ਕੀਤਾ, ਸੰਤਾਂ ਭਗਤਾਂ ਦੇ ਉੱਤੇ ਜ਼ੁਲਮ ਕੀਤਾ, ਹਿੰਦ ਵਾਸੀਆਂ ਉੱਤੇ ਜ਼ੁਲਮ ਕੀਤਾ, ਉਹ ਸਾਰੇ ਸੂਬੇ, ਵਜ਼ੀਰ, ਅਹਿਲਕਾਰ ਔਰ ਤੇਰੇ ਜਿੰਨੇ ਕਾਜੀ, ਮੁਲਾਣੇ, ਮੌਲਵੀ ਜਿਨ੍ਹਾਂ ਨੇ ਜਾਣ ਬੁੱਝ ਕੇ ਸ਼ਰ੍ਹਾ ਦੇ ਫਤਵੇ ਜਾਰੀ ਕੀਤੇ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕੀਤਾ, ਔਰ ਐਸੇ ਜ਼ੁਲਮ ਦੇ ਵਿੱਚ ਜਿਨ੍ਹਾਂ ਦਾ ਜੋ ਵੀ ਯੋਗਦਾਨ ਬਣਿਆ, ਅਸੀਂ ਉਹਨਾਂ ਨੂੰ ਉਹਨਾਂ ਦੇ ਕੀਤੇ ਦੀਆਂ ਸਜ਼ਾਵਾਂ ਦੇਣਾ ਚਾਹੁੰਦੇ ਹਾਂ, ਸਾਨੂੰ ਸਾਰੇ ਗ੍ਰਿਫਤਾਰ ਕਰਕੇ ਦੇ ਦੇ। ਉਸ ਵੇਲੇ ਬਹਾਦਰ ਸ਼ਾਹ ਬਾਦਸ਼ਾਹ ਬੜਾ ਡਰ ਗਿਆ, ਦਿਲ ਹੌਲ ਗਿਆ। ਇਹਦਾ ਚਿੰਤਾ ਵਿੱਚ ਸੋਚਣ ਲੱਗ ਪਿਆ ਕਿ ਜੇਕਰ ਮੈਂ ਐਸਾ ਕਰਦਾ ਹਾਂ, ਇੱਕ ਵੀ ਸੂਬੇ ਨੂੰ ਗ੍ਰਿਫਤਾਰ ਕਰਦਾ, ਹੱਥ ਪਾਉਂਦਾ ਹਾਂ, ਤਾਂ ਬਾਕੀ ਦੇ ਸੂਬਿਆਂ ਨੇ ਮੇਰੀ ਵਿਰੋਧਤਾ ਕਰ ਦੇਣੀ, ਬਗਾਵਤ ਖੜੀ ਹੋ ਜਾਣੀ ਹੈ ਹਕੂਮਤ ਵਿੱਚ। ਜੇ ਇਸਲਾਮ ਦੇ ਕਿਸੇ ਧਾਰਮਿਕ ਮੁਖੀ ਨੂੰ, ਮੌਲਾਨੇ ਨੂੰ, ਮੌਲਵੀ ਨੂੰ ਮੈਂ ਸਤਿਗੁਰੂ ਜੀ ਦੇ ਹਵਾਲੇ ਕਰਦਾ ਤਾਂ ਫਿਰ ਵੀ ਕਿਤੇ ਬਗਾਵਤ ਨਾ ਖੜੀ ਹੋ ਜਾਵੇ, ਕਿਉਂਕਿ ਰਾਜ ਭਾਗ ਮਿਲੇ ਨੂੰ ਹਲੇ ਦਿਨ ਥੋੜ੍ਹੇ ਹੋਏ ਹਨ। ਇਸ ਕਰਕੇ ਹਕੂਮਤ ਦੇ ਪ੍ਰੇਮ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਮੰਨਣ ਤੋਂ ਇਨਕਾਰੀ ਹੋ ਗਿਆ।
ਸਿੱਧਾ ਇਨਕਾਰ ਤਾਂ ਨਾ ਕੀਤਾ। ਆਪਣੇ ਰਾਜਿਆਂ ਆਪਣੇ ਵਜ਼ੀਰਾਂ ਦੇ ਨਾਲ ਮੰਤਰੀਆਂ ਦੇ ਨਾਲ ਸਲਾਹਾਂ ਕਰਕੇ ਸਤਿਗੁਰੂ ਜੀ ਨੂੰ ਕਹਿਣ ਲੱਗਾ ਕਿ ਮੈਨੂੰ 1 ਸਾਲ ਦੀ ਮੁਹਲਤ ਦੇ ਦਿਓ। 1 ਸਾਲ ਤੋਂ ਬਾਅਦ ਮੈਂ ਤੁਹਾਡਾ ਇਹ ਬਚਨ ਜ਼ਰੂਰ ਪੂਰਾ ਕਰਾਂਗਾ, ਮੁਕਰਾਂਗਾ ਨਹੀਂ। ਪਰੰਤੂ ਹਾਲੇ ਮੇਰਾ ਰਾਜ ਭਾਗ ਹੁਣੇ ਕਾਇਮ ਹੋਇਆ, ਮੇਰਾ ਰੋਹਬ ਸ਼ੋਭ, ਮੇਰਾ ਦਾਬਾ ਸ਼ਾਬਾ ਹਾਲੇ ਤੱਕ ਪੂਰਾ ਸਾਰੇ ਦੇਸ਼ ਦੇ ਵਿੱਚ ਕਾਇਮ ਨਹੀਂ ਹੋਇਆ। ਮੈਂ ਹਾਲੇ ਤੱਕ ਤਾਂ ਸਾਰੇ ਸੂਬਿਆਂ ਨੂੰ ਮਿਲਿਆ ਵੀ ਨਹੀਂ ਹਾਂ। ਇਸ ਕਰਕੇ ਮੈਂ ਐਸਾ ਕੋਈ ਵੀ ਕਦਮ ਉਠਾਉਣ ਤੋਂ ਅਸਮਰੱਥ ਹਾਂ। ਇਹ ਬਚਨ ਜਿਸ ਵੇਲੇ ਕਹੇ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਤੈਂ ਪਹਿਲਾਂ ਇਹ ਬਚਨ ਦਿੱਤਾ ਸੀ, ਹੁਣ ਤੂੰ ਆਪਣੇ ਬਚਨ ਤੋਂ ਮੁੱਕਰਦਾ ਹੈ। ਔਰ ਗੁਰੂ ਸਾਹਿਬ ਦੀ ਨਜ਼ਰ ਦੇ ਵਿੱਚ ਜਿਹੜਾ ਕੋਈ ਬਚਨ ਤੋਂ ਮੁੱਕਰਨ ਵਾਲਾ ਹੋਵੇ, ਸਤਿਗੁਰੂ ਜੀ ਨੂੰ ਮਰਦ ਨਹੀਂ ਮੰਨਦੇ। ਹਮੂ ਮਰਦ ਬਾਇਦ ਸਵਦ ਸੁਖਨਵਾਰ, ਨਾ ਸੀਕ ਮੇ ਦਿਗਰ ਦਰਦ ਹਾਨੇ ਦਿਗਰ। ਜਿਹਦੇ ਢਿੱਡ ਵਿੱਚ ਕੁਝ ਹੋਰ, ਜ਼ੁਬਾਨ 'ਤੇ ਕੁਝ ਹੋਰ ਚੱਲਦਾ ਹੋਵੇ, ਸਤਿਗੁਰੂ ਜੀ ਕਹਿੰਦੇ ਮੈਂ ਉਹਨੂੰ ਮਰਦ ਨਹੀਂ ਮੰਨਦਾ। ਉਹ ਕਾਇਰ ਹੈ, ਉਹ ਡਰਪੋਕ ਹੈ, ਉਹ ਹਿਜੜਾ ਹੈ। ਔਰ ਇਸੇ ਪ੍ਰਕਾਰ ਆਦਿ ਬਾਣੀ ਦੇ ਵਿੱਚ ਪ੍ਰਮਾਣ ਮਿਲਦੇ ਹਨ। ਜਿਨ ਮਨ ਹੋਰ ਮੁਖ ਹੋਰ, ਸੇ ਕਾਂਢੇ ਕੱਚਿਆ। ਉਹ ਕੱਚੇ ਲੋਕ ਹੈ, ਉਹ ਪੱਕੇ ਨਹੀਂ, ਉਹ ਮਰਦ ਨਹੀਂ ਕਹਾਉਣ ਦੇ ਲਾਇਕ, ਜਿਹੜੇ ਆਪਣੀ ਜ਼ੁਬਾਨ ਉੱਤੇ ਕਾਇਮ ਨਹੀਂ ਰਹਿ ਸਕਦੇ। ਇਸ ਪ੍ਰਕਾਰ ਦੇ ਬਚਨ ਕਰਕੇ ਸਤਿਗੁਰੂ ਜੀ ਉਹਦੇ ਕੋਲੋਂ ਉੱਠ ਕੇ ਆ ਗਏ। ਮੁੜ ਨਾ ਕਦੇ ਸਤਿਗੁਰੂ ਜੀ ਨੇ ਉਹਦੇ ਤੱਕ ਪਹੁੰਚ ਕੀਤੀ। ਕਈ ਦਿਨ ਲੰਘ ਗਏ। ਕਈ ਦਿਨਾਂ ਬਾਅਦ ਫਿਰ ਬਹਾਦਰ ਸ਼ਾਹ ਨੇ ਮਨ ਦੇ ਵਿੱਚ ਇਹ ਸੋਚਦਾ ਰਹਿੰਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜੇ ਨਾਰਾਜ਼ਗੀ ਹੋ ਗਈ, ਕਿਤੇ ਉਹ ਨਾਰਾਜ਼ ਹੋ ਜਾਣ, ਕਿਤੇ ਫੇਰ ਨਾ ਮੇਰਾ ਰਾਜ ਭਾਗ ਚਲਿਆ ਜਾਵੇ। ਇਉਂ ਸੋਚਦਾ ਹੋਇਆ ਸਤਿਗੁਰ ਸੱਚੇ ਪਾਤਸ਼ਾਹ ਜੀ ਕੋਲ ਦੁਬਾਰਾ ਜਿਵੇਂ ਸੁਨੇਹਾ ਭੇਜਦਾ, ਜਿਵੇਂ ਫਿਰ ਨੇੜਤਾ ਬਣਾਉਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਸਤਿਗੁਰੂ ਜੀ ਹਾਲੇ ਕੁਝ ਦਿਨ ਆਗਰੇ ਵਿੱਚ ਹੀ ਟਿਕੇ ਹੋਏ ਹਨ। ਸੋ ਜਿਵੇਂ ਕਥਾ ਆ ਰਹੀ ਹੈ, ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸ਼ੇਰ ਕਥਾ ਪੁੱਤਰੋਂ ਅਬੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਇਸ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ 22ਵੇਂ ਔਰ ਅੰਤਮ ਭਾਗ ਵਿੱਚ, ਇਸ ਉਤਰਾਇਣ ਦੇ ਵਿੱਚ ਸਤਿਗੁਰਾਂ ਦੀ ਬਾਕੀ ਰਹਿੰਦੀ ਜੀਵਨ ਕਥਾ ਵਰਣਨ ਕਰਦਾ ਹਾਂ। ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਸੱਚਖੰਡ ਪਿਆਨਾ ਕਰਨਗੇ ਔਰ ਉਸ ਤੋਂ ਪਹਿਲਾਂ ਸਤਿਗੁਰੂ ਜੀ ਅਬਚਲ ਨਗਰ ਨੰਦੇੜ ਸਤਿਗੁਰੂ ਜੀ ਦਾ ਸਤਜੁਗ ਵੇਲੇ ਦਾ ਜਿਹੜਾ ਤਪ ਸਥਾਨ ਹੈ, ਉੱਥੇ ਪਹੁੰਚਣਗੇ। ਹੇ ਸਰੋਤਾ ਜਨੋ, ਕਥਾ ਸੁਣਨ ਵਾਲਿਓ, ਗੁਰੂ ਕੀ ਸੰਗਤ ਤੇ ਬੜੇ ਧਿਆਨ ਦੇ ਨਾਲ ਸੁਣੋ, ਮਨ ਲਾ ਕੇ। ਬਰਖਾ ਦੀ ਜਿਹੜੀ ਰੁੱਤ ਹੈ, ਸਾਧ ਸੰਗਤ ਜੀ, ਸਾਉਣ ਭਾਦਰੋਂ ਦੇ ਮਹੀਨੇ ਚਮਾਸੇ ਵਿੱਚ ਸਤਿਗੁਰੂ ਜੀ ਇੱਥੇ ਰਹੇ ਹੈ। ਉਹ ਮਹੀਨੇ ਬਤੀਤ ਹੋ ਗਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਗਰੇ ਨਗਰ ਵਿੱਚ ਵਾਸਾ ਕੀਤਾ ਹੋਇਆ ਹੈ। ਬਹਾਦਰ ਸ਼ਾਹ ਨੇ ਇੱਕ ਦਿਨ ਆਪਣੇ ਇੱਕ ਹਲਕਾਰੇ ਨੂੰ, ਦੂਤ ਨੂੰ, ਇੱਕ ਆਦਮੀ ਨੂੰ ਕਹਿ ਕੇ ਸਤਿਗੁਰੂ ਜੀ ਕੋਲ ਭੇਜਿਆ। ਮਹਾਰਾਜ ਸੱਚੇ ਪਾਤਸ਼ਾਹ, ਮੈਂ ਰਾਜਪੂਤਾਨੇ ਵਿੱਚ, ਰਾਜਪੂਤਾਂ ਦੇ ਦੇਸ਼ਾਂ ਵਿੱਚ ਜਾਣਾ ਚਾਹੁੰਦਾ ਹਾਂ ਚੜ੍ਹ ਕੇ। ਜੋ ਉਦੈਪੁਰ, ਜੈਪੁਰ, ਜੋਧਪੁਰ ਇਤਿਆਦਿਕ ਵੱਡੇ ਨਗਰ ਹਨ, ਵੱਡੇ ਰਾਜਪੂਤਾਨੇ ਦੇ ਕੇਂਦਰ ਹਨ, ਅਤੇ ਜਿੱਥੋਂ ਦੇ ਰਾਜੇ, ਜਿੱਥੋਂ ਦੇ ਰਾਜਪੂਤ ਲੋਕ ਬੜੇ ਮੈਦਾਨੇ ਜੰਗ ਦੇ ਮਾਹਿਰ ਹਨ, ਜੰਗੀ ਯੋਧੇ ਹਨ। ਕਹਿੰਦਾ ਮੈਂ ਇਸ ਕਰਕੇ ਜਾਣਾ ਚਾਹੁੰਦਾ ਹਾਂ ਕਿ ਉਹ ਆ ਕੇ ਮੈਨੂੰ ਮਿਲਣ। ਭਾਰੀ ਲਾਹੋ ਲਸ਼ਕਰ ਦੇ ਸਮੇਤ ਮੈਂ ਜਾਵਾਂਗਾ, ਤਾਂ ਕਿ ਉਹਨਾਂ ਵਿੱਚ ਮੇਰਾ ਖੌਫ ਪੈਦਾ ਹੋ ਜਾਏ, ਉਹਨਾਂ ਉੱਤੇ ਮੇਰਾ ਪ੍ਰਭਾਵ ਪੈ ਜਾਏ, ਤੇ ਉਹ ਆ ਕੇ ਡਰਦੇ ਹੋਏ ਮੈਨੂੰ ਮਿਲਣ। ਆਪ ਕਿਰਪਾ ਕਰੋ ਸੰਗਤ ਚਲੀਜੈ। ਬੇਨਤੀ ਹੈ ਸਤਿਗੁਰੂ ਜੀ ਕਿ ਆਪ ਜੀ ਵੀ ਕਿਰਪਾ ਕਰਕੇ ਮੇਰੇ ਨਾਲ ਚੱਲੋ। ਦੇਸ਼ ਵਿਦੇਸ਼ ਦਰਸ਼ਨ ਕੀਜੈ। ਆਪਾਂ ਦੇਸ਼ਾਂ ਵਿਦੇਸ਼ਾਂ ਦੀ ਸੈਰ ਸਪਾਟਾ ਕਰਾਂਗੇ। ਸੁਨ ਸਤਿਗੁਰ ਆਏ ਸੁਖਰਮਾਈ।
ਜਦੋਂ ਸਤਿਗੁਰੂ ਜੀ ਕੋਲ ਇਹਦੇ ਭੇਜੇ ਹੋਏ ਆਦਮੀ ਨੇ ਇਹ ਬੇਨਤੀ ਕਹਿ ਕੇ ਸੁਣਾਈ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਆਗਿਆ ਫਰਮਾਈ, ਹੁਕਮ ਕੀਤਾ। ਭੋਜਨ ਰਾਤੇ ਦੁਰਗਾ ਮਾਈ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਆ ਹੁਣ ਦੁਸਹਿਰੇ ਦਾ ਵੇਲਾ ਆਉਣ ਵਾਲਾ ਹੈ ਔਰ ਇਹਨਾਂ ਦੁਸਹਿਰੇ ਦੇ ਦਿਨਾਂ ਦੇ ਵਿੱਚ ਦੁਨਿਆਵੀ ਲੋਕ ਜਿੱਥੇ ਨਰਾਤੇ ਪੂਜਦੇ ਹੈ ਔਰ ਦੇਵੀਆਂ ਦੀ ਪੂਜਾ ਕਰਦੇ ਹਨ, ਅਸੀਂ ਉਸ ਦੀ ਜਗ੍ਹਾ ਦੇ ਉੱਤੇ ਇਹਨਾਂ ਨਰਾਤਿਆਂ ਦੇ ਵਿੱਚ ਸ਼ਸਤਰਾਂ ਦਾ ਪੂਜਨ ਕਰਨਾ ਹੈ। ਔਰ ਦੁਰਗਾ ਮਾਈ ਜੋ ਸਾਧ ਸੰਗਤ ਜੀ ਦੁਰਗਾ ਕਹਿ ਲਓ, ਚੰਡੀ ਕਹਿ ਲਓ, ਵਾਹਿਗੁਰੂ ਦੀ ਆਦਿ ਸ਼ਕਤੀ ਕਹਿ ਲਓ, ਅਸੀਂ ਉਸ ਦੀ ਪੂਜਾ ਕਰਨੀ ਹੈ, ਵਾਹਿਗੁਰੂ ਦੀ ਆਦਿ ਸ਼ਕਤੀ ਦੀ। ਸੋ ਇਸੇ ਪ੍ਰਕਾਰ ਅਸੀਂ ਸ਼ਸਤਰ ਪੂਜਾ ਇਹਨਾਂ ਨਰਾਤਿਆਂ ਵਿੱਚ ਦੁਸਹਿਰੇ ਦੇ ਦਿਨਾਂ ਵਿੱਚ ਕਰਨੀ ਹੈ। ਇਸ ਪ੍ਰਕਾਰ ਦੁਨੀਆ ਦੇ ਲੋਕ ਭਾਵੇਂ ਕਿਸੇ ਰੀਤੀ ਨਾਲ ਦੁਸਹਿਰਾ ਮਨਾਉਂਦੇ ਆ, ਪਰ ਅਸੀਂ ਭਲੇਰੀ ਰੀਤੀ ਦੇ ਨਾਲ, ਚੰਗੀ ਰੀਤੀ ਦੇ ਨਾਲ, ਗੁਰਮਤਿ ਦੇ ਤਰੀਕੇ ਦੇ ਨਾਲ ਅਸੀਂ ਦੁਸਹਿਰਾ ਮਨਾਵਾਂਗੇ। ਕਿਉਂਕਿ ਸਾਧ ਸੰਗਤ ਜੀ ਇਹ ਖਾਲਸੇ ਵਿੱਚ ਪੁਰਾਤਨ ਰਵਾਇਤ ਹੈ, ਅੱਜ ਵੀ ਦਲਾਂ ਪੰਥਾਂ ਦੇ ਵਿੱਚ ਔਰ ਦਮਦਮੀ ਟਕਸਾਲ ਦੇ ਵਿੱਚ ਹੋਰ ਵੀ ਕਈ ਜਿਹੜੀਆਂ ਪੁਰਾਤਨ ਮਰਿਆਦਾ ਨੂੰ ਮੰਨਣ ਵਾਲੀਆਂ ਸੰਪਰਦਾਵਾਂ ਹਨ, ਉਹਨਾਂ ਵਿੱਚ ਇਹ ਰੀਤੀ, ਇਹ ਮਰਿਆਦਾ ਇਨ ਬਿਨ ਕਾਇਮ ਹੈ। ਜਦੋਂ ਨਰਾਤੇ ਆਉਂਦੇ ਆ, ਦੁਸਹਿਰੇ ਦੇ ਦਿਨ ਆਉਂਦੇ ਹਨ, ਉਦੋਂ ਵਿਸ਼ੇਸ਼ ਕਰਕੇ ਸ਼ਸਤਰ ਪੂਜਨ ਕੀਤਾ ਜਾਂਦਾ ਹੈ। ਸ਼ਸਤਰਾਂ ਨੂੰ ਉੱਚੀ ਜਗ੍ਹਾ ਉੱਤੇ ਰੱਖ ਕੇ ਧੂਪ ਬੱਤੀ ਕੀਤੀ ਜਾਂਦੀ ਹੈ। ਸੋ ਇਸੇ ਪ੍ਰਕਾਰ ਗੂਗਲ ਦੀ ਧੂਪ ਦਿਖਾਈ ਜਾਂਦੀ ਹੈ ਔਰ ਗੁਰੂ ਕੇ ਸਿੰਘ ਬਹੁਤ ਸਾਰੇ ਬੈਠ ਕੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਵੀਰ ਰਸੀ ਬਾਣੀਆਂ, ਸ਼ਸਤਰ ਨਾਮ ਮਾਲਾ ਔਰ ਇਸੇ ਪ੍ਰਕਾਰ ਚੰਡੀ ਦੀ ਵਾਰ ਇਤਿਆਦਿਕ ਗੁਰਬਾਣੀ ਦਾ ਪਾਠ ਕਰਦੇ ਹਨ। ਇੱਕ ਸਿੰਘ ਗੁਰਬਾਣੀ ਦਾ ਪਾਠ ਕਰਦਾ ਹੈ, ਹੱਥ ਵਿੱਚ ਉਹਨੇ ਘੰਟੀ ਰੱਖੀ ਹੁੰਦੀ ਹੈ। ਜਦੋਂ ਸ਼ਬਦ ਪੂਰਾ ਹੁੰਦਾ, ਪੌੜੀ ਪੂਰੀ, ਬਾਣੀ ਦਾ ਪਾਠ ਪੂਰਨ ਹੁੰਦਾ, ਤਾਂ ਸਾਧ ਸੰਗਤ ਜੀ ਉਸ ਵੇਲੇ ਉਹ ਘੰਟੀ ਖੜਕਾ ਦਿੰਦਾ ਹੈ ਤੇ ਸਾਹਮਣੇ ਵਾਲਾ ਸਿੰਘ ਜਿਹੜਾ ਬੈਠਾ ਤਿਆਰ ਬਰ ਤਿਆਰ, ਉਹ ਸਾਧ ਸੰਗਤ ਜੀ ਉਸ ਵੇਲੇ ਆਪਣੀ ਸ੍ਰੀ ਸਾਹਿਬ ਦੇ ਨਾਲ, ਸ਼ਸਤਰ ਦੇ ਨਾਲ ਗੰਨੇ ਨੂੰ ਕੱਟ ਦਿੰਦਾ ਹੈ। ਜਾਂ ਜਦੋਂ ਪਾਠ ਦਾ ਭੋਗ ਪੈਂਦਾ ਹੈ, ਉਸ ਵੇਲੇ ਨਾਰੀਅਲ ਝਟਕਾਏ ਜਾਂਦੇ ਹਨ। ਇਹ ਪੁਰਾਤਨ ਸਮੇਂ ਤੋਂ ਹੀ ਮਰਿਆਦਾ ਹੈ ਔਰ ਅੱਜ ਵੀ ਦਲਾਂ ਪੰਥਾਂ ਵਿੱਚ ਵਿਸ਼ੇਸ਼ ਕਰਕੇ ਜੇ ਆਪਾਂ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਜਾਈਏ ਤੇ ਉੱਧਰ ਦੇ ਸਿੰਘ ਬੜੇ ਕਾਇਮ ਦਾਇਮ ਹਨ ਮਰਿਆਦਾ ਦੇ ਵਿੱਚ। ਸੋ ਪੁਰਾਤਨ ਮਰਿਆਦਾ ਨੂੰ ਹੀ ਉਹ ਮੁੱਖ ਰੱਖਦੇ ਆ, ਭਾਵੇਂ ਕਿ ਅੱਜ ਕੱਲ੍ਹ ਜਿਹੜਾ ਸ਼੍ਰੋਮਣੀ ਕਮੇਟੀ ਦੁਆਰਾ ਬਣਾਇਆ ਹੋਇਆ ਕੱਚਾ ਖਰੜਾ ਮਰਿਆਦਾ ਦਾ ਜਿਹੜਾ ਪੰਥ ਪ੍ਰਵਾਨਿਤ ਨਹੀਂ ਹੈ, ਸੋ ਉਸ ਨੂੰ ਹੀ ਬਹੁਤੇ ਸਿੱਖ ਜਿਹੜੇ ਆ ਉਹ ਜ਼ਿਆਦਾ ਜਿਹੜੇ ਪੜ੍ਹੇ ਲਿਖੇ ਜਾਂ ਜਿਨ੍ਹਾਂ ਨੂੰ ਸੌਖਾ ਮਾਰਗ ਕੋਈ ਚਾਹੀਦਾ ਹੁੰਦਾ, ਕਿਉਂਕਿ ਬਹੁਤ ਸਾਰੀਆਂ ਉਸ ਮਰਿਆਦਾ ਦੇ ਵਿੱਚ ਜਿਹੜੀ ਲਿਖੀ ਗਈ ਆ ਸੋ ਸੌਖੀਆਂ ਰੀਤੀਆਂ ਦੱਸੀਆਂ ਗਈਆਂ ਵੀ ਆਪਾਂ ਆਹ ਸੌਖੇ ਤਰੀਕੇ ਨਾਲ ਕਰ ਲਈਏ। ਆਪਣੀ ਬੁੱਧੀ ਦੇ ਤਲ ਦੇ ਉੱਤੇ ਵਿਦਵਾਨਾਂ ਦੇ ਵੱਲੋਂ ਬਣਾਈ ਗਈ ਉਹ ਮਰਿਆਦਾ ਹੈ, ਪਰ ਭਾਵੇਂ ਰੌਲਾ ਪਾਇਆ ਜਾਂਦਾ ਹੈ ਕਿ ਉਹ ਪੰਥ ਪ੍ਰਵਾਨਿਤ ਮਰਿਆਦਾ ਹੈ, ਪਰ ਪੰਥ ਪ੍ਰਵਾਨਿਤ ਨਹੀਂ। ਕੱਚਾ ਖਰੜਾ ਸੰਗਤਾਂ ਦੀ ਪ੍ਰਵਾਨਗੀ ਹਿਤ ਉਹ ਭੇਜਿਆ ਗਿਆ। ਬਹੁਤ ਸਾਰੀਆਂ ਊਣਤਾਈਆਂ ਸਨ, ਪਰ ਉਸ ਤੋਂ ਬਾਅਦ ਕਦੇ ਵੀ ਖਾਲਸੇ ਦਾ ਇਹ ਮਰਿਆਦਾ ਵਾਲੇ ਮੁੱਦੇ ਨੂੰ ਲੈ ਕੇ ਇਕੱਠ ਨਹੀਂ ਹੋਇਆ, ਗੁਰਮਤਾ ਨਹੀਂ ਹੋ ਸਕਿਆ। ਇਸ ਕਰਕੇ ਉਹ ਉਵੇਂ ਜਿਵੇਂ ਹੀ ਕਈ ਕਹਿ ਰਹੇ ਆ ਜੀ ਪੰਥ ਪ੍ਰਵਾਨਿਤ ਮਰਿਆਦਾ, ਕੋਈ ਉਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ, ਅਤੇ ਇਸ ਤਰੀਕੇ ਦੇ ਨਾਲ ਐਵੇਂ ਛੋਟੀਆਂ ਛੋਟੀਆਂ ਗੱਲਾਂ ਤੋਂ ਆਪਸ ਵਿੱਚ ਝਗੜੇ ਝੇੜੇ ਵੀ ਖੜੇ ਕਰ ਲੈਂਦੇ ਆ ਸਿੱਖ। ਸੋ ਐਸਾ ਨਹੀਂ ਹੋਣਾ ਚਾਹੀਦਾ। ਪੁਰਾਤਨ ਮਰਿਆਦਾ ਉੱਤੇ ਪਹਿਰਾ ਦੇਣਾ ਚਾਹੀਦਾ, ਜਿਹੜੇ ਨਹੀਂ ਦੇ ਸਕਦੇ ਉਹਨਾਂ ਨੂੰ ਝਗੜਨਾ ਵੀ ਨਹੀਂ ਚਾਹੀਦਾ। ਸੋ ਇਸ ਪ੍ਰਕਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਕਹਿ ਕੇ ਬਾਕੀ ਦੇ ਤਖਤ ਸਾਹਿਬਾਨਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ, ਭਾਵੇਂ ਕਿ ਸਾਰੇ ਤਖਤ ਸਾਹਿਬ ਬਰਾਬਰ ਦੀ ਮਾਨਤਾ ਹੈ, ਸਭ ਸਤਿਕਾਰਯੋਗ ਹਨ। ਇਹ ਗੱਲ ਵੀ ਚੇਤੇ ਵਿੱਚ ਰੱਖਣੀ ਚਾਹੀਦੀ ਹੈ। ਔਰ ਜਿੱਥੇ ਜੋ ਮਰਿਆਦਾ ਪੁਰਾਤਨ ਸਮੇਂ ਤੋਂ ਚੱਲੀ ਆਉਂਦੀ ਹੈ, ਉਸ ਉੱਤੇ ਕਿਸੇ ਪ੍ਰਕਾਰ ਦਾ ਕਿੰਤੂ ਪਰੰਤੂ ਸਿੱਖਾਂ ਵੱਲੋਂ ਨਹੀਂ ਕੀਤਾ ਜਾਣਾ ਚਾਹੀਦਾ। ਐਵੇਂ ਸਾਡੀ ਸ਼ਰਧਾ ਭਾਵਨਾ ਦੇ ਵਿੱਚ ਹੀ ਫਰਕ ਪੈਂਦਾ ਹੈ, ਕਿਉਂਕਿ ਖਾਲਸਾ ਜੀ ਕਿੰਨੀ ਕੁ ਜ਼ਿੰਦਗੀ ਹੈ, 4 ਦਿਨਾਂ ਦੀ ਜ਼ਿੰਦਗੀ, ਇਹਨੂੰ ਐਵੇਂ ਕਿੰਤੂਆਂ ਪਰੰਤੂਆਂ ਵਿੱਚ ਗੁਰੂ ਘਰ ਉੱਤੇ ਸ਼ੰਕਾ ਕਰਦਿਆਂ ਲੰਘਾ ਦੇਈਏ। ਇਹਦੇ ਨਾਲ ਇਹ ਨਹੀਂ ਚੰਗਾ ਵੀ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਾਂ ਮੱਥਾ ਟੇਕ ਲਈਏ। ਜਿੱਥੋਂ ਦੀ ਜਿਵੇਂ ਮਰਿਆਦਾ ਚੱਲਦੀ ਹੈ, ਸੋ ਪੁਰਾਤਨ ਸਮਿਆਂ ਤੋਂ ਚੱਲਦੀ ਆ ਰਹੀ ਹੈ, ਉਹਨੂੰ ਚੱਲਣ ਦੇਣਾ ਚਾਹੀਏ। ਔਰ ਜੇ ਹੋ ਸਕੇ ਤਾਂ ਬਹੁਤ ਵਧੀਆ ਗੱਲ ਹੈ ਕਿ ਸਮੁੱਚੇ ਪੰਥ ਦੀ ਮਰਿਆਦਾ ਇੱਕ ਹੋਵੇ, ਉਹ ਰਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਰਬੱਤ ਖਾਲਸਾ
ਜਾਂ ਪੰਥ ਦੀਆਂ ਜਿਹੜੀਆਂ ਨੁਮਾਇੰਦਾ ਜਥੇਬੰਦੀਆਂ, ਤਖਤ ਸਾਹਿਬਾਨਾਂ ਦੇ ਜਥੇਦਾਰ ਰਲ ਮਿਲ ਕੇ ਬੈਠਣ ਤਾਂ ਕਿ ਸੰਗਤਾਂ ਵਿੱਚੋਂ ਆ ਜਿਹੜਾ ਭੰਬਲ ਭੂਸਾ ਇਹ ਵੀ ਖਤਮ ਹੋਵੇ। ਇਹ ਹੋ ਜਾਣਾ ਚਾਹੀਦਾ। ਪਰ ਸਾਧ ਸੰਗਤ ਜੀ ਇਸ ਪਾਸੇ ਵੱਲ ਕੋਈ ਉਹ ਜਿਉਂ ਖਰੜਾ ਲਿਖਿਆ ਉਸ ਤੋਂ ਬਾਅਦ ਕੋਈ ਤਵੱਜੋ ਨਹੀਂ ਦਿੱਤੀ ਗਈ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ, ਕਹਿੰਦੇ ਬਹਾਦਰ ਸ਼ਾਹ ਨੂੰ ਜਾ ਕੇ ਦੱਸ ਦਿਓ ਕਿ ਨਰਾਤਿਆਂ ਦੇ ਦਿਨ ਚੱਲ ਰਹੇ ਹੈ, ਇਹਨਾਂ ਦਿਨਾਂ ਦੇ ਵਿੱਚ ਅਸੀਂ ਇੱਕ ਮਰਿਆਦਾ ਬੰਨ੍ਹੀ ਹੋਈ ਹੈ ਕਿ ਸ਼ਾਸਤਰ ਪੂਜਾ ਕਰਦੇ ਹਾਂ ਦੁਰਗਾ ਦੀ, ਚੰਡੀ ਦੀ। ਸੋ ਭਗਉਤੀ ਦੀ ਪੂਜਾ ਇਹਨਾਂ ਦਿਨਾਂ ਵਿੱਚ ਕੀਤੀ ਜਾਂਦੀ ਹੈ। ਚੰਡੀ ਦੀ ਵਾਰ ਨੂੰ ਦੁਰਗਾ ਦੀ ਵਾਰ ਵੀ ਕਿਹਾ ਜਾਂਦਾ, ਚੰਡੀ ਦੀ ਵਾਰ ਵੀ ਕਿਹਾ ਜਾਂਦਾ, ਭਗਉਤੀ ਦੀ ਵਾਰ ਵੀ ਕਿਹਾ ਜਾਂਦਾ ਹੈ। ਜੇ ਕੋਈ ਸ਼ੰਕਾ ਕਰੇ ਵੀ ਇਹ ਤਾਂ ਗੁਰੂ ਸਾਹਿਬ ਇੱਥੇ ਦੁਰਗਾ ਦੇਵੀ ਦੀ ਪੂਜਾ ਦੀ ਗੱਲ ਕਰ ਰਿਹਾ, ਨਹੀਂ ਭਾਈ, ਜਿਹੜੇ ਸ਼ੰਕਾ ਕਰਨ ਵਾਲੇ ਵੀ ਆ ਨਾ, 2 ਟਾਈਮ ਅਰਦਾਸ ਤਾਂ ਨਿਤਨੇਮ ਤੋਂ ਬਾਅਦ ਉਹ ਵੀ ਕਰਦੇ ਹੋਣਗੇ। ਉੱਥੇ ਵੀ 3 ਵਾਰ ਭਗਉਤੀ ਦਾ ਨਾਮ ਲਿਆ ਜਾਂਦਾ, ਉਸ ਵੇਲੇ ਕੋਈ ਇਤਰਾਜ਼ ਨਹੀਂ। ਜਦੋਂ ਅਰਦਾਸ ਦੀ ਸ਼ੁਰੂਆਤ ਹੁੰਦੀ ਹੈ, ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਉਤੀ ਜੀ ਸਹਾਏ, ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ, ਪ੍ਰਥਮ ਭਗਉਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ। ਉੱਥੇ ਵੀ ਭਗਉਤੀ ਸ਼ਬਦ 2-3 ਵਾਰ ਬੋਲਿਆ ਹੀ ਜਾਂਦਾ, ਉਸ ਵੇਲੇ ਕੋਈ ਇਤਰਾਜ਼ ਨਹੀਂ। ਪਰ ਸਾਧ ਸੰਗਤ ਜੇ ਇੱਥੇ ਕਿਤੇ ਇਤਿਹਾਸ ਦੇ ਗ੍ਰੰਥਾਂ ਵਿੱਚ ਆ ਜਾਵੇ ਫਿਰ ਸਾਨੂੰ ਬਹੁਤ ਇਤਰਾਜ਼ ਹੋ ਜਾਂਦਾ ਹੈ। ਜੇ ਹਿੰਦੂਵਾਦੀ ਕਥਾ ਕਰ ਰਹੇ ਹੈ, ਬ੍ਰਾਹਮਣਵਾਦੀ ਕਥਾ ਹੈ, ਤਾਂ RSS ਨੇ ਪਾਤਾ ਜੀ ਇਹ ਕਰਤਾ ਉਹ ਕਰਤਾ। ਨਹੀਂ ਭਾਈ, ਇਹ ਜਿਹੜੀ ਪੁਰਾਤਨ ਮਰਿਆਦਾ ਗੁਰੂ ਸਾਹਿਬਾਨ ਦੇ ਵੇਲੇ ਤੋਂ ਉਵੇਂ ਜ਼ਿਕਰ ਚੱਲੀ ਆ ਰਹੀ ਹੈ ਦਲਾਂ ਪੰਥਾਂ ਦੇ ਵਿੱਚ। ਸੋ ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਵੀ ਕਹਿ ਰਹੇ ਹਨ, ਦੁਰਗਾ ਨਾਮ ਕਿਸੇ ਦੇਵੀ ਦਾ ਨਹੀਂ ਹੈ। ਦੁਰਗਾ ਨਾਮ ਸਾਧ ਸੰਗਤ ਜੀ ਚੰਡੀ ਦਾ ਹੈ, ਭਗਉਤੀ ਦਾ ਹੈ, ਸ੍ਰੀ ਸਾਹਿਬ ਦਾ ਹੈ, ਪਰਮਾਤਮਾ ਦੀ ਆਦਿ ਸ਼ਕਤੀ ਦਾ ਹੈ। ਕਿਉਂਕਿ ਸ਼ਸਤਰਾਂ ਦਾ ਪੂਜਨ ਗੁਰੂ ਘਰ ਦੇ ਵਿੱਚ ਹਮੇਸ਼ਾ ਤੋਂ ਹੀ ਹੁੰਦਾ ਆਇਆ ਤੇ ਅੱਜ ਵੀ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਅਸੀਂ ਬਹੁਤ ਕੱਟੜਤਾ ਦੇ ਵਿੱਚ ਸਿਰਫ ਕਹਿੰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੱਥਾ ਟੇਕਣਾ ਚਾਹੀਦਾ ਹੈ, ਸ਼ਸਤਰਾਂ ਨੂੰ ਨਹੀਂ। ਕਿਉਂ ਨਹੀਂ ਟੇਕਣਾ ਚਾਹੀਦਾ ਭਾਈ? ਜਿੰਨੇ ਸਾਡੇ ਤਖਤ ਸਾਹਿਬਾਨ ਹੈ ਉੱਥੇ ਜਾ ਕੇ ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਤੋਂ ਵੀ ਅਗਲੇ ਪਾਸੇ ਜਾਂ ਪਿਛਲੇ ਪਾਸੇ ਕਿੰਨੇ ਸ਼ਸਤਰ ਹੁੰਦੇ ਆ, ਉੱਥੇ ਗਿਣਤੀ ਮਿਣਤੀ ਨਹੀਂ ਹੁੰਦੀ। ਕੋਈ ਹਜੂਰ ਸਾਹਿਬ ਚਲੇ ਜਾਓ, ਗੁਰੂ ਸਾਹਿਬ ਦਾ ਪ੍ਰਕਾਸ਼ ਅੱਗੇ ਹੈ, ਪਿੱਛੇ ਸਾਰੇ ਸ਼ਸਤਰ ਹੀ ਸ਼ਸਤਰ ਸ਼ੋਭਾਇਮਾਨ ਹੈ। ਸ੍ਰੀ ਅਕਾਲ ਤਖਤ ਸਾਹਿਬ 'ਤੇ ਚਲੇ ਜਾਓ, ਉੱਥੇ ਸ਼ਸਤਰ ਹੀ ਸ਼ੋਭਾਇਮਾਨ ਹਨ। ਇਸੇ ਪ੍ਰਕਾਰ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਹਾਂ, ਸ੍ਰੀ ਦਰਬਾਰ ਸਾਹਿਬ ਜਾਂਦੇ ਹਾਂ, ਜਿੰਨੇ ਇਤਿਹਾਸਕ ਸਥਾਨਾਂ 'ਤੇ ਆਮ ਵੀ ਗੁਰਦੁਆਰਾ ਸਾਹਿਬਾਨਾਂ ਵਿੱਚ ਜਿੱਥੇ ਸਿੰਘ ਸੁਚੇਤ ਹਨ ਮਰਿਆਦਾ ਪ੍ਰਤੀ, ਗੁਰੂ ਸਾਹਿਬ ਜੀ ਦੇ ਅੱਗੇ ਸ਼ਸਤਰ ਜ਼ਰੂਰ ਸਜਾਉਂਦੇ ਹਨ। ਜਿੱਥੇ ਗੁਰੂ ਸਾਹਿਬ ਨੂੰ ਨਮਸਕਾਰ ਹੋਵੇ ਉੱਥੇ ਸਾਡੇ ਪੀਰਾਂ ਨੂੰ ਵੀ ਸਾਡੀ ਨਮਸਕਾਰ ਹੋਵੇ। ਅਸ ਕਿਰਪਾਨ ਖੰਡੋ ਖੜਗ ਤੁਪ ਕਤਬਰ ਆਰ ਤੀਰ, ਸਾਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ। ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿਤੇ ਅਸਤਰ ਭੇਯੰ ਨਮਸਕਾਰ ਤੇਯੰ। ਨਮਸਕਾਰ ਹੈ ਸਾਡੀ ਸ਼ਸਤਰਾਂ ਨੂੰ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸ਼ਸਤਰ ਪੂਜਣ ਦੀ ਇਹ ਮਰਿਆਦਾ ਆਪ ਚਲਾਈ। ਔਰ ਸਤਿਗੁਰੂ ਜੀ ਕਹਿ ਰਹੇ ਹਨ ਕਿ ਭਾਈ ਜਾ ਕੇ ਬਹਾਦਰ ਸ਼ਾਹ ਨੂੰ ਸਾਡਾ ਸੁਨੇਹਾ ਦੇ ਦਿਓ, ਸਾਡਾ ਇਹ ਹੁਕਮ ਸੁਣਾ ਦਿਓ ਕਿ ਨਰਾਤਿਆਂ ਦੇ ਦਿਨ ਚੱਲ ਰਹੇ ਆ, ਦੁਸਹਿਰਾ ਆਉਣ ਵਾਲਾ ਹੈ, ਅਸੀਂ ਸ਼ਸਤਰ ਪੂਜਾ ਕਰਕੇ, ਸ੍ਰੀ ਭਗਉਤੀ ਦੀ ਪੂਜਾ ਕਰਕੇ ਇਸ ਪ੍ਰਕਾਰ ਭਲੀ ਰੀਤੀ ਦੇ ਨਾਲ, ਭਲੀ ਮਰਿਆਦਾ, ਚੰਗੀ ਮਰਿਆਦਾ ਦੇ ਸਹਿਤ ਦੁਸਹਿਰਾ ਮਨਾਵਾਂਗੇ। ਫਿਰ ਦੁਸਹਿਰੇ ਤੋਂ ਬਾਅਦ ਕਹਿੰਦੇ ਤੁਸੀਂ ਇਹ ਨਾ ਜਾਣੋ ਅਸੀਂ ਦੇਰੀ ਕਰਾਂਗੇ, ਛੇਤੀ ਚੱਲ ਪਵਾਂਗੇ। ਇੰਨੇ ਸਮੇਂ ਵਿੱਚ ਜਾ ਕੇ ਬਹਾਦਰ ਸ਼ਾਹ ਨੂੰ ਕਹੋ ਕਿ ਉਹ ਗਮਨ ਕਰ ਲਵੇ, ਉਹ ਚਾਲਾ ਮਾਰ ਲਵੇ ਅੱਗੇ ਨੂੰ। ਤੇ ਜਿਵੇਂ ਉਹਦਾ ਨਿਸ਼ਚਾ ਹੈ, ਜਿਵੇਂ ਉਹਦੇ ਮਨ ਨੂੰ ਠੀਕ ਲੱਗਦਾ ਹੈ, ਜਿਵੇਂ ਉਹ ਰਾਜਪੂਤ ਰਾਜਿਆਂ ਦੇ ਉੱਤੇ ਆਪਣਾ ਪ੍ਰਭਾਵ ਪਾਉਣਾ ਚਾਹੁੰਦਾ ਹੈ, ਉਹਨਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਹੈ, ਸੋ ਉਹ ਜਾ ਕੇ ਆਪਣਾ ਕਾਰਜ ਸਵਾਰ ਲਵੇ। ਸਾਡਾ ਜਿਹੜਾ ਮੇਲ ਹੈ ਅੱਗੇ ਜਾ ਕੇ ਰਸਤੇ ਵਿੱਚ ਹੋਵੇਗਾ। ਸੋ ਤੁਸੀਂ ਹੁਣ ਜਾਓ, ਆਪਣੇ ਦਲ ਨੂੰ, ਆਪਣੇ ਲਾਹੋ ਲਸ਼ਕਰ ਸ਼ਾਹੀ ਫੌਜ ਨੂੰ ਲੈ ਕੇ ਚੜ੍ਹਾਈ ਕਰੋ। ਉਸ ਵੇਲੇ ਸੁਨੇਹਾ ਲੈ ਕੇ ਆਉਣ ਵਾਲੇ ਨੇ ਬਹਾਦਰ ਸ਼ਾਹ ਕੋਲ ਜਾ ਕੇ ਸਤਿਗੁਰੂ ਜੀ ਦਾ ਹੁਕਮ ਦੱਸਿਆ। ਸਤਿਗੁਰੂ ਸਾਹਿਬ ਜੀ ਦਾ ਹੁਕਮ ਪ੍ਰਾਪਤ ਕਰਕੇ ਬਹਾਦਰ ਸ਼ਾਹ ਬਾਦਸ਼ਾਹ ਨੇ ਪਿਆਨਾ ਕੀਤਾ, ਚਾਲਾ ਮਾਰਿਆ।
ਬਹੁਤ ਸਾਰੇ ਰਣ ਸਿੰਘੇ ਵਜਾਏ ਗਏ, ਪਟਿਆਂ ਵਾਲੇ ਨਗਾਰੇ ਜਿਹੜੇ ਬੇਅੰਤ ਹੀ ਵਜਾਉਣਾ ਕੀਤੇ। ਛਤਰੀ ਆਦਿਕ ਬਾਦਤ ਭਾਰੀ। ਇਸ ਪ੍ਰਕਾਰ ਛੁਤਰੀ ਨਗਾਰੇ ਜਿਹੜੇ ਊਠਾਂ ਉੱਤੇ ਲੱਦੇ ਹੁੰਦੇ ਹਨ ਉਹ ਵੀ ਵਜਾਏ ਗਏ, ਉਹਨਾਂ ਦੀ ਵੀ ਭਾਰੀ ਆਵਾਜ਼ ਹੋਈ। ਇੱਕ ਬਾਰ ਬਾਜੀ ਸੁਮਦਾਈ। ਇੱਕੇ ਵਾਰ ਇਕੱਠੇ ਹੀ ਸਾਰੇ ਇਹਨਾਂ ਨੇ ਵਜਾ ਦਿੱਤੇ। ਸ਼ਾਹ ਬਹਾਦਰ ਚੜਿਓ ਰਸਾਈ। ਬਹਾਦਰ ਸ਼ਾਹ ਬੜੇ ਵੀਰ ਰਸ ਦੇ ਸਹਿਤ ਚੜ੍ਹਾਈ ਕਰਦਾ ਹੈ। ਸਨੇ ਸਨੇ ਮੰਜ਼ਲ ਕਰ ਨੇਰੀ। ਹੌਲੀ ਹੌਲੀ ਮੰਜ਼ਲਾਂ ਕਰਦਾ, ਨੇੜੇ ਨੇੜੇ ਮੰਜ਼ਲਾਂ ਕਰਦਾ ਹੈ ਤਾਂ ਕਿ ਮੈਂ ਦੂਰ ਨਾ ਜ਼ਿਆਦਾ ਨਿਕਲ ਜਾਵਾਂ। ਛੇਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਕੇ ਮੈਨੂੰ ਰਸਤੇ ਵਿੱਚ ਮਿਲ ਲੈਣ। ਇਹ ਸੋਚ ਧਾਰ ਕੇ ਛੋਟੀਆਂ ਛੋਟੀਆਂ ਮੰਜ਼ਲਾਂ ਨੇੜੇ ਨੇੜੇ ਟਿਕਾਣੇ ਕਰਦਾ ਜਾ ਰਿਹਾ ਹੈ ਸਤਿਗੁਰ ਮਿਲੇ ਆਨ ਸੰਗ ਮੇਰੀ। ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਕੇ ਮੈਨੂੰ ਮਿਲ ਲੈਣ। ਰਾਜਪੂਤਨ ਕੋ ਤਰਾਸੋ ਪਾਇਓ। ਸੋ ਇਸ ਪ੍ਰਕਾਰ ਰਾਜਪੂਤ ਰਾਜਿਆਂ ਦੇ ਵਿੱਚ ਆਪਣਾ ਭੈ ਪਾਉਣ ਵਾਸਤੇ ਇਦ ਮਿਲਦੇ ਬਹੁ ਸਾਜ ਬਨਾਇਓ। ਜਦੋਂ ਇਹ ਗਿਆ ਤੇ ਐਡਾ ਲਾਹੋ ਲਸ਼ਕਰ ਚੜਿਆ ਆਉਂਦਾ, ਜਦੋਂ ਉਹਨਾਂ ਨੇ ਵੇਖਿਆ, ਉਹਨਾਂ ਨੇ ਅਗਾਊਂ ਹੀ ਇਹਨੂੰ ਮਿਲਣ ਵਾਸਤੇ ਸਾਜੋ ਸਮਾਨ ਤਿਆਰ ਕਰ ਲਿਆ, ਠਾਠ ਬਾਠ ਕਰ ਲਿਆ। ਇਦ ਸਤਿਗੁਰ ਪੂਜਨ ਨਵਰਾਤੀ। ਇੱਧਰ ਸਤਿਗੁਰ ਸੱਚੇ ਪਾਤਸ਼ਾਹ ਜੀ ਨਵਰਾਤਿਆਂ ਦੇ ਵਿੱਚ ਸ਼ਸਤਰ ਪੂਜਾ ਕਰ ਰਹੇ ਹਨ। ਚੰਦਨ ਕੋ ਧੂਪ ਫੂਲ ਬਹੁ ਭਾਂਤੀ। ਚੰਦਨ ਧੂਪ ਬਹੁ ਭਾਂਤ ਭਾਂਤ ਦੇ ਮਹਿਕਾਂ ਵੰਡਦੇ ਹੋਏ ਸੁਗੰਧੀਆਂ ਵਾਲੇ ਫੁੱਲ ਇਤਿਆਦਿਕ ਦੁਰਗਾ ਪਾਠ ਅਨੇਕ ਕਰੰਤੀ। ਇਹ ਅੱਗੇ ਰੱਖ ਕੇ ਸ਼ਸਤਰਾਂ ਦੇ ਬਹੁਤ ਸਾਰੇ ਗੁਰੂ ਕੇ ਸਿੰਘ ਦੁਰਗਾ ਦਾ ਪਾਠ, ਚੰਡੀ ਦੀ ਵਾਰ ਦਾ ਪਾਠ ਕਰਦੇ ਹਨ। ਸਾਜ ਸਕੇਲੀ ਹਮਨ ਕਹਵੰਤੀ। ਔਰ ਇਸੇ ਪ੍ਰਕਾਰ ਸਾਰੀ ਜਿਹੜੀ ਸਮੱਗਰੀ ਹੈ, ਹਵਨ ਸਮੱਗਰੀ ਇਹਨੂੰ ਕਹਿ ਲਓ, ਜਿਹੜੀ ਸਾਧ ਸੰਗਤ ਜੀ ਗੁੱਗਲ ਧੂਪ ਵਗੈਰਾ ਹੈ ਵਾਤਾਵਰਨ ਦੀ ਸ਼ੁੱਧਤਾ ਵਾਸਤੇ, ਸੋ ਉਹ ਵੀ ਇਕੱਠੀ ਕੀਤੀ ਹੋਈ ਹੈ। ਦੀਪ ਸਮੋ ਕ੍ਰਿਤ ਕੇ ਬਾਰੀ। ਇਸ ਤਰ੍ਹਾਂ ਦੇਸੀ ਘਿਓ ਦੇ ਦੀਵੇ ਬਾਲੇ ਗਏ ਹਨ, ਕਿਉਂਕਿ ਦੇਸੀ ਘਿਓ ਦੇ ਦੀਵੇ ਜਦੋਂ ਬਾਲੀਏ ਤੇ ਉਹਨਾਂ ਨਾਲ ਵੀ ਵਾਤਾਵਰਨ ਹਵਾ ਸ਼ੁੱਧ ਹੋ ਜਾਂਦੀ ਹੈ। ਸ਼ਾਸਤਰ ਸੁਬੇਲ ਅਨੇਕ ਪ੍ਰਕਾਰੀ। ਇਸ ਪ੍ਰਕਾਰ ਅਨੇਕਾਂ ਸ਼ਾਸਤਰ ਜਿੰਨੇ ਵੀ ਸਤਿਗੁਰੂ ਸਾਹਿਬ ਜੀ ਦੇ ਕੋਲ ਸਨ ਇਕੱਠੇ ਕਰਕੇ ਸਾਰੇ ਖੰਡੇ ਖੜਗ ਪ੍ਰਚੰਡ ਦੋ ਧਾਰੀ। ਉਹ ਅੱਗੇ ਰੱਖੇ ਹਨ, ਸੁੰਦਰ ਪਲੰਘੇ ਉੱਪਰ ਸ਼ੋਭਾਇਮਾਨ ਕੀਤੇ ਹਨ। ਖੰਡੇ ਹਨ, ਖੜਗ ਸ੍ਰੀ ਸਾਹਿਬਾਂ, ਤਲਵਾਰਾਂ, ਕਿਰਪਾਨਾਂ ਹਨ ਔਰ ਦੋ ਧਾਰੇ ਜਿਹੜੇ ਖੰਡੇ ਹਨ ਇਤਿਆਦਿਕ ਸਾਰੇ ਸ਼ਸਤਰ। ਸੈਬ ਸਰੋਹੀ ਜਮਦਰ ਪਾਰੀ। ਸੈਫ ਸਰੋਹੀ ਇਹ ਸਾਰੇ ਕਿਰਪਾਨਾਂ ਦੀਆਂ ਵੱਖਰੀਆਂ ਵੱਖਰੀਆਂ ਬਣ ਗਈਆਂ ਹੈਗੀਆਂ। ਸ੍ਰੀ ਸਾਹਿਬਾਂ ਕਿਰਪਾਨਾਂ ਹੀ ਆ ਸਾਰੀਆਂ, ਪਰ ਬਣਤਰ ਦੇ ਹਿਸਾਬ ਦੇ ਨਾਲ ਇਹਨਾਂ ਦਾ ਆਕਾਰ ਵੱਖਰਾ ਹੁੰਦਾ ਹੈ ਤੇ ਨਾਮ ਵੀ ਵੱਖਰਾ ਹੁੰਦਾ। ਜਿਹੜੇ ਸਿੰਘਾਂ ਨੂੰ ਸ਼ਾਸਤਰਾਂ ਬਾਰੇ ਗਿਆਤ ਹੈ ਉਹ ਇਹਨਾਂ ਦੇ ਨਾਮਾਂ ਤੋਂ ਵੀ ਜਾਣੂ ਹੁੰਦੇ ਆ ਤੇ ਆਕਾਰਾਂ ਤੋਂ ਵੀ। ਜੇ ਕਿਸੇ ਨੇ ਬਹੁਤਾ ਵਿਸਥਾਰ ਦੇ ਵਿੱਚ ਪੜ੍ਹਨਾ ਹੋਵੇ ਤਾਂ ਖਾਲਸਾ ਜੀ ਮਹਾਨ ਕੋਸ਼ ਦੇ ਵਿੱਚ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਇਹਨਾਂ ਸਾਰਿਆਂ ਦੇ ਨਾਵਾਂ ਦੇ ਨਾਲ ਅੱਗੇ ਵਿਸਥਾਰ ਵੀ ਦਿੱਤਾ, ਕਿਹੜਾ ਸ਼ਾਸਤਰ ਕਿਸ ਪ੍ਰਕਾਰ ਦਾ ਹੁੰਦਾ ਹੈ, ਔਰ ਨਾਲ ਨਾਲ ਫੋਟੋਆਂ ਵੀ ਚਿੱਤਰਨ ਕੀਤੀਆਂ ਹੋਈਆਂ ਉਹਦੇ ਵਿੱਚ ਮਹਾਨ ਕੋਸ਼ ਦੇ ਵਿੱਚ। ਉੱਥੋਂ ਵਿਸਥਾਰ ਦੇ ਵਿੱਚ ਦੇਖਿਆ ਜਾ ਸਕਦਾ। ਸੋ ਇਸ ਪ੍ਰਕਾਰ ਜਿਹੜੀ ਸੈਫ ਹੈ, ਸਰੋਹੀ ਹੈ ਇਤਿਆਦਿ ਕਿਰਪਾਨਾਂ, ਤਲਵਾਰਾਂ ਸ੍ਰੀ ਸਾਹਿਬਾਂ ਹਨ। ਜਮਧਰ ਜਿਹੜੀ ਸਾਧ ਸੰਗਤ ਜੀ ਕਟਾਰਾਂ ਆਦਿਕ ਹਨ। ਤੋਮਰ ਭਾਲੇ ਸਾਂਗ ਸੋ ਢਾਲੀ। ਫਿਰ ਜਿਹੜੇ ਤੋਮਰ, ਬਰਛੇ, ਭੱਲੇ ਤੇ ਸਾਂਗਾਂ ਜਿਹੜੀਆਂ ਹਨ ਤਿੱਖੀਆਂ, ਸਾਰੇ ਇਹ ਵਰਸ਼ਿਆਂ ਦੀਆਂ ਕਿਸਮਾਂ, ਨੇਜਿਆਂ ਦੀਆਂ ਅਲੱਗ-ਅਲੱਗ ਕਿਸਮਾਂ ਹਨ। ਚੱਕਰ ਕਰਾਲੀ। ਬਹੁਤ ਸਾਰੀਆਂ ਢਾਲਾਂ ਇਸੇ ਪ੍ਰਕਾਰ ਧੋਪ, ਸੀਖਚੇ, ਸੀਖਚਾ ਕਹਿੰਦੇ ਆ, ਜਿਵੇਂ ਕਿਰਚ ਹੁੰਦੀ ਆ, ਪਤਲੀ ਕਿਰਪਾਨ ਸਿੱਧੀ ਹੁੰਦੀ ਆ ਬਿਲਕੁਲ। ਇਹ ਸਾਰੀਆਂ ਅਲੱਗ-ਅਲੱਗ ਵੰਨਗੀਆਂ ਹਨ, ਅਲੱਗ-ਅਲੱਗ ਨਾਮ ਹਨ। ਸੋ ਧੋਪ, ਸੀਖਚਾ, ਸੀਖ ਵਰਗੀ ਜਿਹੜੀ ਸਿੱਧੀ ਧੋਪ ਹੈ, ਸਿੱਧੀ ਕਿਰਪਾਨ ਹੈ, ਸਿੱਧੀਆਂ ਤਲਵਾਰਾਂ ਹਨ ਇਤਿਆਦਿਕ ਸਾਰੀਆਂ ਇਕੱਤਰ ਕੀਤੀਆਂ ਹਨ। ਵਿਸ਼ਵੇ ਖੰਜਰ ਖਬਰੇ ਬਾਣ। ਵਿਛੂਏ ਜਿਹੜੇ ਸਾਧ ਸੰਗਤ ਜੀ ਵਿਛੂ ਵਰਗਾ ਮੂੰਹ ਅੱਗੋਂ ਹੁੰਦਾ ਜਿਹੜੇ ਸ਼ਸਤਰ ਦਾ। ਸੋ ਇਸੇ ਪ੍ਰਕਾਰ ਖੰਜਰ ਤੇ ਖਾਪਰੇ ਬਾਣ ਜਿਹੜੇ ਚੌੜੇ ਆ, ਬੁੱਕਾਂ ਵਰਗੇ ਚੌੜੇ ਜਿਹੜੇ ਅੱਗੋਂ ਮੁਖੀਆਂ ਹਨ, ਜਿਨ੍ਹਾਂ ਤੀਰਾਂ ਦੀਆਂ ਨੋਕਾਂ ਹਨ। ਸੋ ਅੱਗੋਂ ਜਿਨ੍ਹਾਂ ਦੇ ਉਹ ਦੰਦੇ ਬਣੇ ਹੁੰਦੇ ਆ। ਇਸ ਪ੍ਰਕਾਰ ਦੇ ਜਿਹੜੇ ਖਾਪਰੇ ਬਾਣ ਹਨ ਇਤਿਆਦਿਕ ਸਾਰੇ ਸ਼ਾਸਤਰ ਇਕੱਠੇ ਕੀਤੇ ਹਨ। ਤੁਪਕ ਤਮਾਂਚੇ ਤਨ ਕਮਾਨ। ਤੁਪਕ ਹਰ ਪ੍ਰਕਾਰ ਦੀਆਂ ਜਿਹੜੀਆਂ ਰਫਲਾਂ ਬੰਦੂਕਾਂ ਹਨ, ਤਮਾਂਚੇ ਪਿਸਤੌਲ ਹਨ,
ਤੇ ਬਹੁਤ ਹੀ ਮਹਾਨ ਤੋਂ ਮਹਾਨ ਜਿਹੜੇ ਧਨੁਖ ਇਤਿਆਦਿਕ ਸਾਰੇ ਸ਼ਾਸਤਰ ਹਨ। ਮਹਾਂ ਸਲੇਖਾਨਾ ਸਤਿਗੁਰ ਕੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮਹਾਂ ਸਿਲੇਖਾਨਾ ਹੈ, ਸਿਲੇਖਾਨਾ ਕਹਿੰਦੇ ਆ ਸਾਧ ਸੰਗਤ ਜੀ ਜਿਹੜਾ ਸ਼ਾਸਤਰਾਂ ਦਾ ਖਜ਼ਾਨਾ ਹੋਵੇ, ਜਿੱਥੇ ਸ਼ਾਸਤਰ ਰੱਖੇ ਜਾਂਦੇ ਆ। ਸੋ ਇਸ ਪ੍ਰਕਾਰ ਸਤਿਗੁਰੂ ਜੀ ਦੇ ਸਿਲੇਖਾਨੇ ਵਿੱਚ, ਸ਼ਾਸਤਰਾਂ ਦੇ ਖਜ਼ਾਨੇ ਵਿੱਚ ਇਹ ਸਾਰੇ ਸ਼ਾਸਤਰ ਸ਼ੋਭਨੀਕ ਹਨ। ਪੂਜੈ ਸਗਲ ਪ੍ਰੇਮ ਕਰ ਰੁਕ। ਸਾਰੇ ਸਿੱਖ ਸਤਿਗੁਰੂ ਜੀ ਦੇ ਸਮੇਤ ਇਹਨਾਂ ਸ਼ਾਸਤਰਾਂ ਦਾ ਪੂਜਨ ਕਰਦੇ ਹਨ, ਹਿਰਦੇ ਵਿੱਚ ਬੜੀ ਸ਼ਰਧਾ ਭਾਵਨਾ ਪ੍ਰੇਮ ਧਾਰ ਕੇ। ਭੋਜਨ ਅੰਗ ਪ੍ਰਕਾਰ ਕਰਾਈ। ਸੋ ਇਸ ਪ੍ਰਕਾਰ ਅਨੇਕਾਂ ਪ੍ਰਕਾਰ ਦਾ ਭੋਜਨ ਲੰਗਰ ਤਿਆਰ ਕਰਵਾਇਆ। ਪੂਰੀ ਪੰਚਾਮ੍ਰਿਤ ਵਰਤਾਈ। ਖੁੱਲੇ ਕੜਾਹ ਪ੍ਰਸ਼ਾਦ ਦੇ ਗੱਫੇ ਵਰਤਾਏ ਜਾਂਦੇ ਹਨ। ਪੂੜੀਆਂ ਕਚੌਰੀਆਂ ਇਤਿਆਦਿ ਗੁਰੂ ਕੇ ਲੰਗਰ ਵਰਤਦੇ ਹਨ। ਜੈ ਜੈ ਸ਼ਬਦ ਚਾਰਣ ਕਰਤੇ। ਤੇ ਹਰ ਪਾਸੇ ਜੈ ਜੈਕਾਰ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਜੈ ਤੇਗੰ ਦੇ ਜਿਹੜੇ ਸਾਧ ਸੰਗਤ ਜੀ ਨਾਰੇ ਸ਼ਬਦ ਇਹ ਗੁਰੂ ਕੇ ਸਿੰਘ ਉਚਾਰਨ ਕਰਦੇ ਹਨ। ਬੰਦ ਗੌਰ ਜਾਪੋ ਮਦ ਧਰਤੀ। ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਚੰਡੀ ਦੀ ਆਦਿ ਸ਼ਕਤੀ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਦੀ ਪੂਜਾ ਕਰਦੇ ਹਨ। ਪੁਨਹ ਦੁਸਹਿਰਾ ਕੋ ਦਿਨ ਹੋਵਾ। 9 ਨਰਾਤੇ ਲੰਘ ਕੇ ਪੁਨः 10ਵੇਂ ਦਿਨ ਦੁਸਹਿਰੇ ਦਾ ਦਿਨ ਆਇਆ। ਐਸ਼ ਕਰਿਓ ਅਗਰ ਕਰਵਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਜਿਹੜਾ ਕੋਤਵਾਲ ਸਿੰਘ ਸੀ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਘੋੜਿਆਂ ਨੂੰ ਸੰਭਾਲਣ ਵਾਲਾ ਜਿਹੜਾ ਸਿੰਘ ਸੀ, ਸੋ ਉਹਨੇ ਸ਼ਿੰਗਾਰ ਕੇ ਗੁਰੂ ਕਾ ਘੋੜਾ ਅੱਗੇ ਲਿਆ ਖੜਾ ਕੀਤਾ। ਕਰ ਵਾਹਨ ਕੀ ਪੂਜਾ ਭਰੀ। ਇਸ ਪ੍ਰਕਾਰ ਬਾਕੀ ਸਿੰਘਾਂ ਨੇ ਵੀ ਘੋੜਿਆਂ ਤੇ ਕਾਠੀਆਂ ਕੱਸ ਲਈਆਂ, ਬਿਲਕੁਲ ਤਿਆਰ ਬਰ ਤਿਆਰ ਕਰ ਲਏ ਆਪਣੇ ਵਾਹਨ, ਆਪਣੀਆਂ ਸਵਾਰੀਆਂ। ਸੋ ਇਹਨਾਂ ਸਾਰਿਆਂ ਨੂੰ ਤਿਆਰ ਕੀਤਾ। ਵੈਰ ਖੇਲ ਬੇਹਿਤ ਛੱਡ ਚਲੀ। ਔਰ ਨਿਹੰਗ ਸਿੰਘਾਂ ਦੇ ਵਿੱਚ, ਘੋੜੇ ਰੱਖਣ ਵਾਲੇ ਸਿੰਘਾਂ ਵਿੱਚ, ਦਲਾਂ ਪੰਥਾਂ ਵਿੱਚ ਇਹ ਅੱਜ ਵੀ ਮਰਿਆਦਾ ਰਿਵਾਜ ਹੈ ਕਿ ਉਹ ਆਪਣੇ ਵਾਹਨ ਦੀ ਵੀ ਪੂਜਾ ਕਰਦੇ ਆ, ਘੋੜੇ ਦੀ ਵੀ ਪੂਜਾ ਕਰਦੇ ਆ, ਉਹਨੂੰ ਵੀ ਨਮਸਕਾਰ ਕਰਦੇ ਆ। ਕਿਉਂ ਕਰਦੇ ਆ? ਕਿਉਂਕਿ ਉਹਨੂੰ ਆਪਣੀ ਪ੍ਰਾਪਰਟੀ ਨਹੀਂ ਸਮਝਦੇ, ਇਹਨਾਂ ਨੂੰ ਗੁਰੂ ਕੇ ਘੋੜੇ ਸਮਝਦੇ ਆ। ਕਦੇ ਦਲਾਂ ਪੰਥਾਂ ਵਿੱਚ ਜਾਇਓ, ਉੱਥੇ ਨਿਹੰਗ ਸਿੰਘ ਹਮੇਸ਼ਾ ਇਹ ਕਹਿੰਦੇ ਹੋਏ ਮਿਲਣਗੇ ਕਿ ਇਹ ਸਤਿਗੁਰੂ ਜੀ ਦੇ ਦਲ ਦੇ ਘੋੜੇ ਆ, ਸਤਿਗੁਰੂ ਸਾਹਿਬ ਜੀ ਦੇ ਘੋੜੇ ਹਨ। ਇਸ ਕਰਕੇ ਸਤਿਗੁਰੂ ਜੀ ਦੇ ਘੋੜੇ ਸਮਝ ਕੇ ਗੁਰੂ ਕੇ ਸਿੰਘ ਇਹਨਾਂ ਘੋੜਿਆਂ ਦੀ ਵੀ ਪੂਜਾ ਕਰਦੇ ਹਨ, ਇਹਨਾਂ ਘੋੜਿਆਂ ਨੂੰ ਵੀ ਨਮਸਕਾਰਾਂ ਕਰਦੇ ਹਨ। ਤੇ ਮੈਦਾਨੇ ਜੰਗ ਵਿੱਚ ਜਿੱਥੇ ਸਾਧ ਸੰਗਤ ਜੀ ਸਿੰਘਾਂ ਸੂਰਮਿਆਂ ਨੇ ਲੜਨਾ ਹੁੰਦਾ ਹੈ, ਉੱਥੇ ਘੋੜੇ ਵੀ ਨਾਲ ਪੂਰਾ ਸਾਥ ਨਿਭਾਉਂਦੇ ਆ। ਚੰਗਾ ਵਾਹਨ, ਚੰਗੀ ਸਵਾਰੀ ਹੋਵੇਗੀ ਤਾਂ ਹੀ ਦੁਸ਼ਮਣਾਂ ਦੇ ਦਲਾਂ ਨੂੰ ਚੀਰੇਗਾ ਨਾ। ਜਿੱਧਰ ਨੂੰ ਮਰਜ਼ੀ ਦੌੜਾ ਸਕਦਾ ਹੈ, ਘੋੜਾ ਭਜਾ ਸਕਦਾ ਹੈ। ਸੋ ਇਹ ਬਰਾਬਰ ਦੇ ਜਾਨ ਭਾਈ ਹੁੰਦੇ ਆ ਘੋੜੇ ਜਿਹੜੇ ਮੈਦਾਨੇ ਜੰਗ ਵਿੱਚ। ਇਸ ਕਰਕੇ ਸਤਿਗੁਰੂ ਸਾਹਿਬ ਜੀ ਪ੍ਰੇਮ ਦੇ ਵਿੱਚ ਆ ਕੇ ਘੋੜਿਆਂ ਦੇ ਨਾਂ ਵੀ, ਛੇਵੇਂ ਪਾਤਸ਼ਾਹ ਨੇ ਜਾਨ ਭਾਈ ਰੱਖਿਆ ਸੀ ਘੋੜੇ ਦਾ ਨਾਂ, ਕਿ ਤੂੰ ਮੇਰੀ ਜਾਨ ਦਾ ਭਾਈ ਹੈ, ਮੇਰੀ ਜ਼ਿੰਦਗੀ ਦਾ ਰਖਵਾਲਾ। ਔਰ ਇਸ ਪ੍ਰਕਾਰ ਸਿੰਘਾਂ ਦੇ ਬਿਲਕੁਲ ਬਰਾਬਰ ਦੇ ਹੋ ਕੇ ਇਹ ਘੋੜੇ ਵੀ ਮੈਦਾਨੇ ਜੰਗ ਵਿੱਚ ਆਪੋ ਆਪਣਾ ਰੋਲ, ਆਪੋ ਆਪਣੀ ਭੂਮਿਕਾ ਨਿਭਾਉਂਦੇ ਆ। ਇਸ ਕਰਕੇ ਗੁਰੂ ਕੇ ਸਿੰਘ ਇਹਨਾਂ ਵਾਹਨਾਂ ਘੋੜਿਆਂ ਦੀ ਵੀ ਪੂਜਾ ਕਰਦੇ ਹਨ। ਬਿਗਰਤ ਆਜੁਦ ਵਿਦਿਆ ਕਰਤੀ। ਸੋ ਇਸ ਪ੍ਰਕਾਰ ਸਾਰੇ ਸਿੰਘ ਜਿਹੜੇ ਆ ਤਿਆਰ ਬਰ ਤਿਆਰ ਕਰਕੇ ਘੋੜਿਆਂ ਨੂੰ ਬਾਹਰ ਵਹਿਰ ਖੇਲ ਬੇ ਹਿੱਤ ਚੜ੍ਹ ਚਲੇ। ਬਾਹਰ ਮਹੱਲਾ ਖੇਡਣ ਦੇ ਵਾਸਤੇ ਸਾਰੇ ਸਿੰਘ ਚੜ੍ਹ ਕੇ ਚੱਲੇ ਹਨ। ਬਿਗਰਤ ਆਜੁਦ ਵਿਦਿਆ ਕਰਤੀ। ਬਾਹਰ ਜਾ ਕੇ ਵਿਚਰਦੇ ਆ ਘੋੜਿਆਂ ਉੱਤੇ ਚੜ੍ਹ ਕੇ, ਤੇ ਆਯੁਧ ਵਿਦਿਆ ਜਿਹੜੀ ਸ਼ਾਸਤਰ ਵਿਦਿਆ ਦੇ ਜੌਹਰ ਦਿਖਾਉਂਦੇ ਹਨ। ਬਹੁਤ ਸਾਰੀਆਂ ਸੰਗਤਾਂ ਵੀ ਇਕੱਠੀਆਂ ਹੋਈਆਂ ਦੇਖਦੀਆਂ ਹਨ। ਤੁਰੰਗ ਧਵਾਏ ਤੁਫੰਗ ਸਮਰਤੀ। ਤੁਰੰਗ ਧਵਾਏ ਘੋੜਿਆਂ ਨੂੰ ਭਜਾ ਕੇ, ਤੇ ਹੱਥਾਂ ਦੇ ਵਿੱਚ ਗੁਰੂ ਕੇ ਸਿੰਘ ਸ੍ਰੀ ਸਾਹਿਬਾਂ ਕਿਰਪਾਨਾਂ ਸੰਭਾਲਦੇ ਹਨ। ਸ਼ੋਰਤ ਬਾਣ ਨਿਸ਼ਾਨਾ ਹਨਤੀ। ਇਸ ਤਰ੍ਹਾਂ ਕਿਰਪਾਨਾਂ ਨਾਲ ਵੀ ਨਿਸ਼ਾਨੇ ਲਾਏ ਜਾਂਦੇ ਆ, ਤੇ ਤੀਰ ਕਮਾਨ ਚਲਾ ਕੇ ਤੀਰਾਂ ਨਾਲ ਵੀ ਨਿਸ਼ਾਨੇ ਲਾਉਂਦੇ ਹਨ। ਤੋਮਰ ਦੀ ਪ੍ਰਭਾਵੈ ਪੰਤ ਤਨਤੀ। ਔਰ ਇਸ ਤਰ੍ਹਾਂ ਆਪਣੇ ਤਨ ਦੇ ਨਾਲ ਆਪਣੇ ਹੱਥਾਂ ਵਿੱਚ ਫੜ ਕੇ ਗੁਰੂ ਕੇ ਸਿੰਘ ਤੋਮਰ ਜਿਹੜੇ ਬਰਛੇ ਆ, ਨੇਜੇ ਆ, ਉਹਨਾਂ ਨੂੰ ਵੀ ਘੁਮਾਉਂਦੇ ਹਨ ਤੇ ਨਿਸ਼ਾਨਿਆਂ ਤੇ ਮਾਰਦੇ ਹਨ। ਖਗ ਪਦ ਦਰਸ਼ਨ ਕਰ ਮਰਿਆਈ। ਇਸ ਪ੍ਰਕਾਰ ਗੁਰੂ ਕੇ ਸਿੰਘ ਜਿਹੜੇ ਆ ਉਹ ਸਾਧ ਸੰਗਤ ਜੀ ਮਹੱਲਾ ਕੱਢ ਕੇ ਸ਼ਾਸਤਰ ਵਿਦਿਆ ਦੇ ਜੌਹਰ ਦਿਖਾ ਕੇ, ਤੇ ਜਿਹੜੇ ਹੋਰ ਲੋਕ ਹੈ ਦੁਨੀਆ ਦੇ ਵਿੱਚ ਜਿਹੜੇ ਮੰਨਦੇ ਆ ਵੀ ਇਸ ਦਿਨ ਵਿਸ਼ਨੂੰ ਭਗਵਾਨ ਦੀ ਕਿਉਂਕਿ ਸਵਾਰੀ ਮੰਨੀ ਗਈ ਹੈ, ਗਰੁੜ ਦੀ ਵੱਖ-ਵੱਖ ਦੇਵਤਿਆਂ ਦੀ ਸਵਾਰੀ ਮੰਨੀ ਗਈ ਹੈ। ਜਿਵੇਂ ਗਣੇਸ਼ ਉਹ ਚੂਹੇ ਦੀ ਸਵਾਰੀ ਕਰਦਾ ਹੈ, ਸੋ ਬ੍ਰਹਮਾ ਨੂੰ ਮੰਨਿਆ ਗਿਆ ਕਿ ਹੰਸ ਦੀ ਸਵਾਰੀ ਕਰਦਾ ਹੈ, ਸੋ ਸ਼ਿਵ ਜੀ ਧੌਲੇ ਬਲਦ ਦੀ ਸਵਾਰੀ ਕਰਦਾ ਹੈ।
ਇਸੇ ਪ੍ਰਕਾਰ ਵਿਸ਼ਨੂੰ ਭਗਵਾਨ ਦਾ ਮੰਨਿਆ ਗਿਆ ਕਿ ਉਹ ਗਰੁੜ ਦੀ ਅਸਵਾਰੀ ਕਰਦਾ ਹੈ। ਇਸ ਦਿਨ ਦੁਨੀਆ ਦੇ ਆਮ ਲੋਕ ਜਿਹੜੇ ਉਹ ਜੇ ਗਰੁੜ ਵੀ ਉਹਨਾਂ ਨੂੰ ਦਿਖ ਜਾਏ ਤਾਂ ਸਮਝ ਲੈਂਦੇ ਆ ਕਿ ਸਾਨੂੰ ਭਗਵਾਨ ਵਿਸ਼ਨੂੰ ਦੇ ਦਰਸ਼ਨ ਤਾਂ ਖੈਰ ਚਲੋ ਜੇ ਨਹੀਂ ਵੀ ਹੋਏ ਤਾਂ ਉਹਨਾਂ ਦੀ ਅਸਵਾਰੀ ਦੇ ਦਰਸ਼ਨ ਤਾਂ ਹੋਏ। ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲਾ ਸਮਝਦੇ ਆ ਦੁਨੀਆ ਦੇ ਲੋਕ। ਸੋ ਉਹ ਜਿਹੜੇ ਲੋਕ ਹੈ ਸੰਗਤਾਂ ਜਾਂ ਹੋਰ ਆਗਰੇ ਨਗਰ ਦੇ ਲੋਕ ਜਿਹੜੇ ਆਪਣੇ ਤਰੀਕੇ ਨਾਲ ਤਿਉਹਾਰ ਮਨਾਉਂਦੇ ਆ, ਉਹ ਗਰੁੜ ਦੇਖ ਕੇ ਆ ਗਏ। ਜਿਹੜੇ ਸ਼ਰਧਾ ਭਾਵਨਾ ਵਾਲੇ ਗੁਰੂ ਕੇ ਸਿੰਘ ਹੈ ਇਹ ਗੱਤਕੇ ਦੇ ਜੌਹਰ ਦਿਖਾ ਕੇ ਵਾਪਸ ਆਏ ਹਨ। ਜਥਾ ਜੋਗ ਉਤਸਾਹ ਬਨਾਈ, ਜਥਾ ਜੋਗ ਸਾਰਿਆਂ ਦੇ ਵਿੱਚ ਬਹੁਤ ਉਤਸ਼ਾਹ ਬਣਿਆ ਹੋਇਆ ਹੈ। ਇਸ ਪ੍ਰਕਾਰ ਕੇ ਕਰੇ ਬਿਲਾਸੀ, ਇਸ ਪ੍ਰਕਾਰ ਦੇ ਕੌਤਕ ਚੋਜ ਸਤਿਗੁਰੂ ਸੱਚੇ ਪਾਤਸ਼ਾਹ ਔਰ ਸਿੰਘਾਂ ਨੇ ਆਗਰੇ ਦੀ ਧਰਤੀ ਤੇ ਕੀਤੇ। ਬਾਗ ਅਜਾਇਬ ਸਾਹਿਬ ਬਾਸੀ, ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਬੜਾ ਸੋਹਣਾ ਅੰਬਾਂ ਦਾ ਬਾਗ ਹੈ, ਬੜਾ ਸੁਹਾਵਣਾ ਬਾਗ ਹੈ, ਉੱਥੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਿਵਾਸ ਕੀਤਾ। ਦੁਬਾਰਾ ਆ ਕੇ ਟਿਕਾਣਾ ਜਿੱਥੇ ਕੀਤਾ ਹੋਇਆ 2 ਮਹੀਨਿਆਂ ਤੋਂ ਰਹਿ ਰਹੇ ਹਨ, ਉਸ ਜਗ੍ਹਾ ਦੇ ਉੱਤੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੰਘਾਂ ਦੇ ਸਮੇਤ ਬਿਰਾਜਮਾਨ ਹੋ ਗਏ। ਸੋ ਇਉਂ ਭਾਈ ਜਿਹੜੀ ਇਹ ਸ਼ਸਤਰ ਵਿਦਿਆ ਨਾ ਪੁਰਾਤਨ ਸਮੇਂ ਤੋਂ ਹੀ 6ਵੇਂ ਪਾਤਸ਼ਾਹ ਤੋਂ ਲੈ ਕੇ ਇਹ ਗੁਰੂ ਘਰ ਦੇ ਵਿੱਚ ਗੁਰੂ ਕੇ ਸਿੱਖਾਂ ਦੇ ਵਿੱਚ ਪ੍ਰਚਲਿਤ ਹੈ। ਔਰ ਸ਼ਸਤਰ ਪੂਜਨ ਵੀ ਜਿਹੜਾ ਹੈ ਉਹ ਸਾਧ ਸੰਗਤ ਜੀ ਨਵਰਾਤਿਆਂ ਔਰ ਦੁਸਹਿਰੇ ਦੇ ਦਿਨਾਂ ਵਿੱਚ ਗੁਰੂ ਕੇ ਸਿੱਖ ਕਰਦੇ ਹਨ। ਸੋ ਇਸ ਤੋਂ ਇਹ ਭਾਵ ਨਹੀਂ ਲੈਣਾ ਜੀ ਸਿੱਖ ਨਰਾਤੇ ਕਿਉਂ ਮਨਾਉਂਦੇ ਆ, ਦੁਸਹਿਰਾ ਕਿਉਂ ਮਨਾਉਂਦੇ ਆ। ਸਿੱਖਾਂ ਦੀ ਪੂਜਾ ਦਾ ਢੰਗ ਦੇਖੋ ਉਹ ਤਾਂ ਵੱਖਰਾ ਨਾ ਦੂਜੇ ਲੋਕਾਂ ਨਾਲੋਂ। ਤਿਉਹਾਰ ਤਾਂ ਹੁਣ ਸਾਰਿਆਂ ਵਾਸਤੇ ਜਿਹੜਾ ਦਿਨ ਚੜ੍ਹਿਆ ਕੀ ਉਹ ਇਕੱਲੇ ਹਿੰਦੂਆਂ ਵਾਸਤੇ ਹੀ ਚੜ੍ਹਦਾ ਹੈ, ਮੁਸਲਮਾਨਾਂ ਵਾਸਤੇ ਵੀ ਉਹੀ ਦਿਨ ਚੜ੍ਹਦਾ ਹੈ, ਸਿੱਖਾਂ ਵਾਸਤੇ ਵੀ ਉਹੀ ਦਿਨ ਚੜ੍ਹਦਾ ਹੈ, ਈਸਾਈਆਂ ਵਾਸਤੇ ਵੀ ਉਹੀ ਦਿਨ ਚੜ੍ਹਦਾ ਹੈ। ਇਹ ਆਪਣੀ ਜਿਹੜੀ ਸੌੜੀ ਸੋਚ ਹੈ ਉਹਦੇ ਮੁਤਾਬਕ ਆਪਾਂ ਮੰਨ ਲੈਂਦੇ ਹਾਂ ਜੀ ਆ ਸੂਰਜ ਹਿੰਦੂਆਂ ਦਾ, ਚੰਦਰਮਾ ਹਿੰਦੂਆਂ ਦਾ, ਵੀ ਕਿ ਸਿੱਖ ਕੋਈ ਹੋਰ ਸੂਰਜ ਚੜ੍ਹਾਇਆ ਕਰਨ। ਹੁਣ ਸਿੱਖ ਹੋਰ ਚੰਦਰਮਾ ਦਾ ਚਾਨਣੇ ਦੇ ਵਿੱਚ ਕੋਈ ਸਾਧ ਸੰਗਤ ਜੀ ਉਹਦੀ ਚਾਨਣੀ ਦਾ ਆਨੰਦ ਮਾਣਨ। ਇਹ ਤਾਂ ਕੁਦਰਤੀ ਜਿਹੜੀਆਂ ਚੀਜ਼ਾਂ ਹੈ ਉਹ ਸਾਧ ਸੰਗਤ ਜੀ ਬ੍ਰਹਮੰਡ ਦੇ ਵਿੱਚ ਉਹ ਸਾਰਿਆਂ ਵਾਸਤੇ ਇੱਕੋ ਜਿਹੀਆਂ ਹੀ ਆ। ਸੋ ਇਹਨਾਂ ਨੂੰ ਕਿਸੇ ਦੇ ਨਾਲ ਨਹੀਂ ਜੋੜਨਾ ਚਾਹੀਦਾ, ਕਿਸੇ ਖਾਸ ਫਿਰਕੇ ਨਾਲ ਨਹੀਂ। ਪੂਜਾ ਦਾ ਢੰਗ ਸਿੱਖਾਂ ਦਾ ਵੱਖਰਾ ਹੈ। ਸੋ ਇਸੇ ਪ੍ਰਕਾਰ ਦੀਵਾਲੀ 'ਤੇ ਵੀ ਬਹੁਤ ਲੋਕ ਚੀਕਦੇ ਆ ਜੀ ਇਹ ਸਿੱਖਾਂ ਦਾ ਤਿਉਹਾਰ ਨਹੀਂ, ਇਹ ਜੀ ਹਿੰਦੂਆਂ ਦਾ ਤਿਉਹਾਰ ਨੂੰ ਸਿੱਖ ਆਪਣਾ ਕਹਿ ਕੇ ਮਨਾਉਣ ਲੱਗ ਪਏ। ਅੰਮ੍ਰਿਤਸਰ ਦੀਵਾਲੀ ਨਹੀਂ ਮਨਾਉਣੀ ਚਾਹੀਦੀ, ਬਹੁਤ ਕੁਝ ਕਹਿੰਦੇ ਆ, ਪਰ ਕੀ ਉਹਨਾਂ ਦੇ ਕਹਿਣ 'ਤੇ ਕੋਈ ਰੁਕ ਗਿਆ? ਨਹੀਂ, ਸ਼ਰਧਾ ਭਾਵਨਾ ਵਾਲੀਆਂ ਸੰਗਤਾਂ ਅੱਜ ਵੀ ਦਰਬਾਰ ਸਾਹਿਬ ਜਾਂਦੀਆਂ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ, ਉਹ ਭਾਵਨਾ ਨਾਲ ਮਨਾਉਂਦੇ ਆ ਉਸੇ ਤਰ੍ਹਾਂ। ਸੋ ਸੌੜੀ ਸੋਚ ਨਹੀਂ ਰੱਖਣੀ ਚਾਹੀਦੀ, ਹਮੇਸ਼ਾ ਖੁੱਲ੍ਹ ਦਿਲੀ ਦੇ ਨਾਲ। ਗੁਰੂ ਕਾ ਖਾਲਸਾ ਵਿਸ਼ਾਲ ਹਿਰਦੇ ਦਾ ਮਾਲਕ ਹੈ, ਆਪਣੇ ਇਸ਼ਟ ਅਕਾਲ ਪੁਰਖ ਦੇ ਨਾਲ ਜੁੜਿਆ ਹੋਇਆ। ਜੋ ਰਾਹੋ ਰੀਤਾਂ ਸਤਿਗੁਰੂ ਸਾਹਿਬ ਜੀ ਨੇ ਦਿੱਤੀਆਂ, ਜੋ ਸ਼ਸਤਰ ਵਿਦਿਆ ਦਿੱਤੀ ਹੈ, ਸੋ ਇਹ ਸ਼ਸਤਰ ਵਿਦਿਆ ਨੂੰ ਗੁਰੂ ਕਾ ਸਿੰਘ ਸਿਰਫ ਸ਼ਸਤਰ ਪੂਜਨ ਹੀ ਨਹੀਂ ਕਰਦਾ, ਜਦੋਂ ਲੋੜ ਪੈਂਦੀ ਹੈ ਮੈਦਾਨੇ ਜੰਗ ਦੇ ਵਿੱਚ ਗੁਰੂ ਕੇ ਸਿੱਖ ਇਹਨਾਂ ਸ਼ਸਤਰਾਂ ਨੂੰ ਵਾਹੁੰਦੇ ਵੀ ਹਨ। ਅੱਜ ਸਾਧ ਸੰਗਤ ਜੀ 8 ਪੋਹ ਹੈ ਅਤੇ ਆਪ ਜੀ ਨੂੰ ਪਤਾ ਹੈ ਕਿ 8 ਪੋਹ ਵਾਲੇ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦੁਨੀਆ ਦੀ ਅਸਾਵੀਂ ਜੰਗ ਲੜੀ ਹੈ। ਅਸਾਵੀਂ ਕਿਉਂ ਹੈ? ਵਿਲੱਖਣ ਜੰਗ ਕਿਉਂ ਹੈ? ਕਿਉਂਕਿ ਇੱਕ ਪਾਸੇ 10,000 ਤੋਂ ਵੱਧ ਮੁਲਖਈਆ ਚੜ੍ਹਿਆ ਹੋਇਆ ਮੁਗਲਾਂ ਦੀਆਂ ਫੌਜਾਂ, ਪਹਾੜੀਆਂ ਦੀਆਂ ਫੌਜਾਂ, ਇਸ ਤੋਂ ਇਲਾਵਾ ਇਲਾਕੇ ਵਿੱਚੋਂ ਜੋ ਰੰਗੜ ਗੁੱਜਰ ਜਿਹੜੇ ਲੁੱਟ ਦੀ ਨੀਅਤ ਦੇ ਨਾਲ ਮੈਦਾਨੇ ਜੰਗ ਵਿੱਚ ਆ ਵੜਦੇ ਸਨ। ਸੋ ਸਾਧ ਸੰਗਤ ਜੀ ਬਹੁਤ ਭਾਰਾ ਇਕੱਠ ਅਤੇ ਚਮਕੌਰ ਦੀ ਗੜੀ ਦੇ ਵਿੱਚ ਮਹਿਜ 40 ਸਿੰਘਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਨੂੰ ਪਤਾ ਹੈ ਸਿੰਘਾਂ ਦੇ ਵਾਰ-ਵਾਰ ਕਹਿਣ 'ਤੇ, ਮਾਤਾ ਗੁਜਰੀ ਜੀ ਦੇ ਕਹਿਣ 'ਤੇ ਔਰ ਪਹਾੜੀ ਰਾਜਿਆਂ ਵੱਲੋਂ ਆਟੇ ਦੀਆਂ ਗਊਆਂ ਬਣਾ ਕੇ ਥਾਲ ਵਿੱਚ ਛੁਰੀ ਰੱਖ ਕੇ ਕਸਮਾਂ ਖਾਣ 'ਤੇ ਔਰ ਇਸੇ ਪ੍ਰਕਾਰ ਪਵਿੱਤਰ ਕੁਰਾਨ ਸ਼ਰੀਫ ਦੀਆਂ ਆਇਤਾਂ ਲਿਖ ਕੇ ਕੁਰਾਨ ਦੀਆਂ ਕਸਮਾਂ ਖਾਣ 'ਤੇ ਮੁਸਲਮਾਨਾਂ ਵੱਲੋਂ ਸਤਿਗੁਰੂ ਜੀ ਨੂੰ ਭਾਵੇਂ ਪਤਾ ਹੈ ਕਿ ਇਹ ਕਸਮਾਂ ਤੋਂ ਮੁੱਕਰਨ ਵਾਲੇ ਲੋਕ ਹਨ, ਇਹ ਜ਼ੁਬਾਨ ਵਾਲੇ ਲੋਕ ਨਹੀਂ, ਇਕਰਾਰ ਤੋਂ ਫਿਰ ਜਾਣਗੇ, ਪਰ ਉਹ ਯਕੀਨ ਦਿਵਾਉਂਦੇ ਹੈ ਕਿ ਸਤਿਗੁਰੂ ਜੀ ਇੱਕ ਵਾਰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਚਲੇ ਜਾਓ, ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ। 8 ਮਹੀਨੇ ਹੋ ਗਏ ਘੇਰਾ ਪਏ ਨੂੰ ਅਤੇ ਅਸੀਂ ਔਰੰਗਜ਼ੇਬ ਨੂੰ ਮੂੰਹ ਦਿਖਾਉਣ ਜੋਗੇ ਹੋ ਜਾਵਾਂਗੇ। ਅਸੀਂ ਗੁਰੂ ਸਾਹਿਬ ਨੂੰ ਕਿਲ੍ਹੇ ਵਿੱਚੋਂ ਕੱਢ ਦਿੱਤਾ। ਆਪ ਜੀ ਇੱਕ ਵਾਰ ਚਲੇ ਜਾਓ, ਬਾਅਦ ਵਿੱਚ ਭਾਵੇਂ ਆ ਕੇ ਵਸ ਜਾਇਓ, ਸਾਡੀ ਵੀ ਇੱਜ਼ਤ ਰਹਿ ਜਾਵੇਗੀ ਅਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਵੀ ਕੋਈ ਨੁਕਸਾਨ ਨਹੀਂ ਹੋਵੇਗਾ। ਸਤਿਗੁਰੂ ਜੀ ਯਕੀਨ ਨਹੀਂ ਕਰਦੇ।
ਪਰ ਪੰਮੇ ਪੁਰੋਹਿਤ ਵਰਗੇ ਇਹਨਾਂ ਦੇ ਪਹਾੜੀਆਂ ਦੇ ਵਕੀਲਾਂ ਦੂਤਾਂ ਨੇ ਆ ਕੇ ਸੋ ਇਸੇ ਪ੍ਰਕਾਰ ਮੁਸਲਮਾਨਾਂ ਨੇ ਆ ਕੇ ਕਸਮਾਂ ਖਾਧੀਆਂ। ਆਖਿਆ ਤੁਸੀਂ ਇੱਕ ਵਾਰ ਜਾਓ, ਤੁਹਾਨੂੰ ਕੋਈ ਕੁਝ ਨਹੀਂ ਕਹੇਗਾ, ਤੁਹਾਡੇ ਤੇ ਹਮਲਾ ਨਹੀਂ ਹੋਵੇਗਾ। ਸਿੰਘਾਂ ਦੇ ਬਹੁਤ ਕਹਿਣ ਤੇ ਮਾਤਾ ਗੁਜਰੀ ਜੀ ਦੇ ਕਹਿਣ ਦੇ ਉੱਤੇ ਸਤਿਗੁਰੂ ਸਾਹਿਬ ਜੀ ਨੇ ਅਨੰਦਪੁਰ ਦਾ ਕਿਲ੍ਹਾ ਤਿਆਗਣ ਦਾ ਮਨ ਬਣਾ ਲਿਆ। ਕਿਲ੍ਹਾ ਸਾਧ ਸੰਗਤ ਜੀ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਤਿਆਗਦੇ ਆ, ਉਸ ਤੋਂ ਪਹਿਲਾਂ ਇੱਕ ਵਾਰ ਪਰਖ ਹਿਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਟੁੱਟੇ ਫੁੱਟੇ ਛਿੱਤਰ, ਫਟੇ ਪੁਰਾਣੇ ਕੱਪੜੇ, ਸੋ ਇਸ ਪ੍ਰਕਾਰ ਅੰਦਰ ਮਰ ਗਏ ਜਾਨਵਰਾਂ, ਘੋੜੇ ਆਦਿਕ ਦੀਆਂ ਹੱਡੀਆਂ ਸਾਧ ਸੰਗਤ ਜੀ ਖੱਚਰਾਂ ਦੇ ਖੁਰਜੀਆਂ ਦੇ ਵਿੱਚ ਭਰ ਕੇ ਬਾਹਰ ਭੇਜੀਆਂ, ਉੱਪਰ ਕੀਮਤੀ ਦੁਸ਼ਾਲੇ ਪਾ ਦਿੱਤੇ ਅਤੇ ਨਾਲ ਦੀ ਨਾਲ ਇਹ ਬਾਹਰ ਖੜੇ ਲੋਕ ਲੁੱਟਣ ਆ ਗਏ ਸੀ ਕਿ ਗੁਰੂ ਕਾ ਖਜ਼ਾਨਾ ਜਾ ਰਿਹਾ, ਲੁੱਟ ਲਈਏ। ਪਰ ਜਦੋਂ ਰਾਤ ਦੇ ਹਨੇਰੇ ਵਿੱਚ ਇਹ ਲੈ ਗਏ ਖੱਚਰਾਂ ਨੂੰ, ਆਪਣੇ ਟਿਕਾਣਿਆਂ 'ਤੇ ਲਿਜਾ ਕੇ ਖੜਾਈਆਂ, ਜਦੋਂ ਸਵੇਰੇ ਦੇਖਦੇ ਆ ਵਿੱਚੋਂ ਆ ਕੂੜਾ ਕਬਾੜਾ ਨਿਕਲਿਆ, ਦੇਖਿਆ ਤੇ ਬੜੇ ਸ਼ਰਮਸ਼ਾਰ ਹੋਏ। ਸਤਿਗੁਰੂ ਸਾਹਿਬ ਜੀ ਨੇ ਸਿੰਘਾਂ ਨੂੰ ਵੀ ਆਖਿਆ ਕਿ ਤੁਸੀਂ ਇਹਨਾਂ 'ਤੇ ਯਕੀਨ ਕਰਦੇ ਸੀ, ਦੇਖ ਲਿਆ ਇਹ ਯਕੀਨ ਕਰਨ ਯੋਗ ਨਹੀਂ ਹਨ। ਪਰ ਫਿਰ ਇਹਨਾਂ ਵੱਲੋਂ ਸਫਾਈਆਂ ਦਿੱਤੀਆਂ ਗਈਆਂ, ਜੀ ਉਹ ਨਹੀਂ, ਅਸੀਂ ਨਹੀਂ ਸੀ, ਲੁਟੇਰੇ ਲੋਕ ਆ ਬੜੇ ਹੋਣੇ ਆ ਰਾਤ ਦੇ ਸਮੇਂ, ਸਾਨੂੰ ਪਤਾ ਨਹੀਂ, ਤੁਸੀਂ ਸਾਡੀਆਂ ਕਸਮਾਂ 'ਤੇ ਯਕੀਨ ਕਰੋ। ਸਤਿਗੁਰੂ ਸਾਹਿਬ ਜੀ ਧਰਮ ਦੇ ਸ਼ਾਸਤਰਾਂ ਦੇ ਚਿੰਨ੍ਹਾਂ ਦੇ ਉੱਤੇ ਸਾਧ ਸੰਗਤ ਜੀ ਯਕੀਨ ਕਰਕੇ ਇਹ ਆਨੰਦਗੜ੍ਹ ਦਾ ਕਿਲ੍ਹਾ ਤਿਆਗਣ ਵਾਸਤੇ ਰਾਜੀ ਹੋ ਜਾਂਦੇ ਆ ਕਿ ਭਾਈ ਅਸੀਂ ਅੱਜ ਰਾਤ ਕਿਲ੍ਹਾ ਛੱਡ ਦੇਣਾ ਹੈ। ਕਿਉਂਕਿ ਸਾਧ ਸੰਗਤ ਜੀ ਨੌਵੇਂ ਪਾਤਸ਼ਾਹ ਜਦੋਂ ਸ਼ਹਾਦਤ ਦਿੰਦੇ ਆ, ਉਸ ਵੇਲੇ ਵੀ ਧਾਰਮਿਕ ਚਿੰਨ੍ਹ ਭਾਵੇਂ ਸਤਿਗੁਰੂ ਜੀ ਜਨੇਊ ਧਾਰਨ ਨਹੀਂ ਕਰਦੇ, ਗੁਰਮਤਿ ਵਿੱਚ ਮਰਿਆਦਾ ਨਹੀਂ ਸੀ, ਪਰ ਫਿਰ ਵੀ ਧਾਰਮਿਕ ਚਿੰਨ੍ਹ ਦਾ ਅਦਬ ਕਾਇਮ ਰੱਖਣ ਵਾਸਤੇ ਸਤਿਗੁਰੂ ਨੇ ਸ਼ਹਾਦਤ ਦਿੱਤੀ ਹੈ। ਤੇ ਅੱਜ ਸਤਿਗੁਰੂ ਜੀ ਨੂੰ ਪਤਾ ਵੀ ਹੈ ਕਿ ਲੋਕ ਝੂਠੇ ਹੈ, ਪਰ ਫਿਰ ਵੀ ਧਰਮ ਸ਼ਾਸਤਰਾਂ ਦਾ, ਧਰਮ ਦੇ ਚਿੰਨ੍ਹਾਂ ਦਾ ਨਿਰਾਦਰ ਨਾ ਹੋਵੇ। ਸਤਿਗੁਰੂ ਜੀ ਇਹਨਾਂ ਦੀ ਆਟੇ ਦੀ, ਗਊ ਦੀ ਔਰ ਪਵਿੱਤਰ ਕੁਰਾਨ ਦੀਆਂ ਆਇਤਾਂ ਦੀ ਜਿਹੜੀ ਹੈ ਇੱਜ਼ਤ ਰੱਖਦੇ ਹੋਏ ਕਿਲ੍ਹਾ ਛੱਡਣ ਵਾਸਤੇ ਤਿਆਰ ਹੋ ਗਏ। ਖਾਲਸੇ ਦੇ ਬਾਰ-ਬਾਰ ਜ਼ੋਰ ਪਾਉਣ ਦੇ ਉੱਤੇ ਅੱਧੀ ਰਾਤ ਨੂੰ, 6 ਪੋਹ ਦੀ ਰਾਤ ਨੂੰ ਸਤਿਗੁਰੂ ਜੀ ਕਿਲ੍ਹਾ ਛੱਡਦੇ ਆ। ਜਦੋਂ ਕਿਲ੍ਹਾ ਛੱਡ ਕੇ ਸਾਧ ਸੰਗਤ ਬਾਹਰ ਨਿਕਲਦੇ ਆ, ਦੀਨ ਇਮਾਨ ਤੋਂ ਗਰਕੇ ਹੋਏ ਇਹਨਾਂ ਲੋਕਾਂ ਨੇ ਹਮਲਾ ਕਰ ਦਿੱਤਾ। ਹਲਕੀ ਹਲਕੀ ਬਾਰਿਸ਼ ਪੈ ਰਹੀ ਹੈ, ਉਹ ਵੀ ਤੇਜ਼ ਹੋ ਗਈ। ਅੱਗੇ ਸਰਸਾ ਨਦੀ ਚੜ੍ਹੀ ਹੋਈ ਆ ਤੇ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਬੜੀ ਵਿਉਂਤਬੰਦੀ ਦੇ ਨਾਲ ਅੱਗੇ ਜਿਹੜਾ ਭਾਈ ਦਇਆ ਸਿੰਘ, ਧਰਮ ਸਿੰਘ ਹੋਰਾਂ ਦੇ ਦਲ ਹੈ, ਵਿਚਕਾਰ ਸਤਿਗੁਰੂ ਜੀ ਦਾ ਪਰਿਵਾਰ ਤੁਰਿਆ ਜਾਂਦਾ। ਸੱਜੇ ਪਾਸੇ ਸਿੰਘਾਂ ਦੇ ਦਲ ਹਨ, ਪਿਛਲੇ ਪਾਸੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਔਰ ਭਾਈ ਉਦੈ ਸਿੰਘ ਜੀ ਦੇ ਦਲ ਹਨ। ਇਸ ਪ੍ਰਕਾਰ ਸਰਸਾ ਦੇ ਕਿਨਾਰੇ ਦੇ ਉੱਤੇ ਪਾਰ ਕਰਨ ਤੋਂ ਪਹਿਲਾਂ ਹੀ ਬੜਾ ਭਾਰੀ ਭਿਅੰਕਰ ਜੰਗ ਹੁੰਦਾ, ਭਿਆਨਕ ਜੰਗ ਹੁੰਦਾ ਹੈ। ਸਨੇ ਸਨੇ ਸਤਿਗੁਰੂ ਸਾਹਿਬ ਜੀ ਅੱਗੇ ਨੂੰ ਵੱਧਦੇ ਜਾ ਰਹੇ ਹੈ। ਸਵੇਰ ਦਾ ਵੇਲਾ ਅੰਮ੍ਰਿਤ ਵੇਲਾ ਹੁੰਦਾ। ਸਿੰਘਾਂ ਨੇ ਪਿੱਛੇ ਫੌਜਾਂ ਨੂੰ ਰੋਕ ਕੇ ਰੱਖਿਆ ਹੋਇਆ, ਡਟੇ ਹੋਏ ਹਨ। ਭਾਈ ਉਦੈ ਸਿੰਘ ਵਰਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਸਾ ਦੀ ਵਾਰ ਦਾ ਕੀਰਤਨ ਕਰਦੇ ਹਨ ਬੈਠ ਕੇ। ਭਾਈ ਨਿਤਨੇਮ ਦਾ ਸਮਾਂ ਹੋਇਆ, ਆਸਾ ਦੀ ਵਾਰ ਕਰਦੇ ਸੀ। ਆਪਾਂ ਇਸ ਵੇਲੇ ਅਨੰਦਪੁਰ ਸਾਹਿਬ ਆਪਾਂ ਨੂੰ ਆਸਾ ਦੀ ਵਾਰ ਦਾ ਕੀਰਤਨ ਕਰਨਾ ਚਾਹੀਦਾ ਹੈ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅਤ ਵਿਖੜੇ ਸਮੇਂ ਵਿੱਚ ਵੀ ਨੇਮ ਨਹੀਂ ਟੁੱਟਣ ਦਿੱਤਾ। ਸਾਨੂੰ ਸਿੱਖਿਆ ਦਿੱਤੀ, ਸਮਾਂ ਭਾਵੇਂ ਕੈਸਾ ਵੀ ਆ ਜਾਵੇ, ਖਾਲਸਾ ਜੀ ਗੁਰਬਾਣੀ ਨਾਲ ਜੁੜ ਕੇ ਰਹਿਣਾ ਹੈ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਭਾਈ ਉਦੈ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ। ਭਾਈ ਉਦੈ ਸਿੰਘ ਜੀ ਦੇ ਨਾਲ ਨਾਲ ਸਾਧ ਸੰਗਤ ਜੀ 50 ਸਿੰਘਾਂ ਦਾ ਜਥਾ ਜੋ ਇਹਨਾਂ ਕੋਲ ਸੀ, ਉਹ ਵੀ ਦੁਸ਼ਮਣਾਂ ਦੇ ਨਾਲ ਜੂਝਦੇ ਹੋਏ ਸ਼ਹਾਦਤਾਂ ਪ੍ਰਾਪਤ ਕਰਦੇ। ਔਰ ਇੱਥੇ ਇੱਕ ਬੀਬੀ ਭਿੱਖਾਂ ਜਿਹੜੀ ਕਿ ਭਾਈ ਆਲਮ ਸਿੰਘ ਨੱਚਣਾ ਦੀ ਧਰਮ ਪਤਨੀ ਸੀ, ਸੋ ਭਾਈ ਬਜੌਰ ਸਿੰਘ ਦੀ ਸਪੁੱਤਰੀ ਸੀ, ਉਹ ਬੀਬੀ ਵੀ ਉੱਥੇ ਮੈਦਾਨੇ ਜੰਗ ਵਿੱਚ ਜੂਝਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰਦੀ ਹੈ। ਔਰ ਇਹ ਦੱਸ ਜਾਂਦੀ ਹੈ ਕਿ ਮਹਾਰਾਜ ਮੈਂ ਉਹ ਪੰਡਤ ਦੇਵੀ ਰਾਮ ਜਿਹੜਾ ਜਿਸ ਦੀ ਘਰਵਾਲੀ ਬ੍ਰਾਹਮਣੀ ਨੂੰ ਮੁਗਲ ਲੈ ਗਏ ਸਨ, ਉਹਨਾਂ ਵਰਗੀ ਅਬਲਾ ਨਾਰੀ ਨਹੀਂ। ਮੈਂ ਗੁਰੂ ਕੀ ਤਿਆਰ ਬਰ ਤਿਆਰ ਪੁੱਤਰੀ ਹਾਂ, ਗੁਰੂ ਕੀ ਸਿੰਘਣੀ ਹਾਂ। ਮੈਦਾਨੇ ਜੰਗ ਵਿੱਚ ਮੈਂ ਵੀ ਆਪਣੇ ਵੀਰਾਂ ਦੇ ਬਰਾਬਰ ਜੂਝਣਾ ਜਾਣਦੀ ਹਾਂ। ਬੀਬੀ ਭਿੱਖਾਂ ਨੇ ਉੱਥੇ ਸ਼ਹਾਦਤ ਪ੍ਰਾਪਤ ਕੀਤੀ। ਸੋ ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਸਰਸਾ ਨਦੀ ਪਾਰ ਕਰਦੇ ਹਨ। ਇੱਥੇ ਹੀ ਸਤਿਗੁਰੂ ਸਾਹਿਬ ਜੀ ਦੇ ਸਿੱਖ ਭਾਈ ਜੈਤਾ ਜੀ ਦੀ, ਬਾਬਾ ਜੀਵਨ ਸਿੰਘ ਜੀ ਦੀ ਵੀ ਸ਼ਹਾਦਤ ਹੁੰਦੀ ਹੈ। ਬਾਬਾ ਜੀਵਨ ਸਿੰਘ ਜੀ ਝੱਖੀਆਂ ਨਗਰ ਦੇ ਵਿੱਚ ਉਹ ਜਾਮੇ ਸ਼ਹਾਦਤ ਨੂੰ ਪ੍ਰਾਪਤ ਕਰਦੇ ਹਨ, ਦੁਸ਼ਮਣਾਂ ਦੇ ਨਾਲ ਲੜਦੇ ਹੋਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰਸਾ ਨਦੀ ਪਾਰ ਕਰਦੇ ਐ। ਸਰਸਾ ਨਦੀ ਦੇ ਉੱਤੇ ਸਾਧ ਸੰਗਤ ਜੋ ਵਾਕਿਆ ਵਰਤਿਆ ਆਪਾਂ ਇਤਿਹਾਸ ਸਾਰੇ ਜਾਣਦੇ ਹਾਂ। ਸਤਿਗੁਰੂ ਜੀ ਦਾ ਪਰਿਵਾਰ 3 ਭਾਗਾਂ ਦੇ ਵਿੱਚ ਵੰਡਿਆ ਗਿਆ। ਭਾਈ ਮਨੀ ਸਿੰਘ ਜੀ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਮਹਿਲ ਉਹ ਇੱਕ ਪਾਸੇ ਨੂੰ ਚਲੇ ਗਏ। ਰਾਤ ਦਾ ਹਨੇਰਾ ਹੈ, ਕਾਲੀ ਬੋਲੀ ਰਾਤ ਹੈ, ਮੀਂਹ ਪੈਂਦਾ, ਸਰਸਾ ਚੜ੍ਹੀ ਹੋਈ ਹੈ। ਤੇ ਸਾਧ ਸੰਗਤ ਜੀ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਇੱਕ ਪਾਸੇ ਨੂੰ ਹੋ ਤੁਰੇ ਹਨ। ਸਤਿਗੁਰੂ ਸਾਹਿਬ ਜੀ ਵੱਡੇ ਸਾਹਿਬਜ਼ਾਦਿਆਂ 5 ਪਿਆਰਿਆਂ ਔਰ 40 ਕੁ ਹੋਰ ਸਿੰਘਾਂ ਦੇ ਸਮੇਤ ਚਮਕੌਰ ਵੱਲ ਨੂੰ ਚਾਲਾ ਮਾਰਦੇ ਹਨ। ਸਰਸਾ ਨਦੀ ਤੇ ਬੀਤਿਆ ਇਉਂ ਭਾਣਾ, ਸਿੰਘ ਸਿੰਘਾਂ ਤੋਂ ਬੇਸ਼ੁਮਾਰ ਵਿਛੜੇ। ਮਣਾ ਮੂੰਹੀ ਗ੍ਰੰਥ ਤੇ ਲੱਖਾਂ ਮੋਹਰਾਂ, ਕਰਕੇ ਨਦੀ ਦੀ ਭੇਟਾ ਦਾਤਾਰ ਵਿਛੜੇ। ਸਾਧ ਸੰਗਤ ਜੀ ਬਹੁਤ ਸਾਰੇ ਗ੍ਰੰਥ ਇਸ ਸਰਸਾ ਨਦੀ ਦੇ ਵਹਿਣ ਦੇ ਵਿੱਚ ਵਹਿ ਗਏ। ਬਹੁਤ ਸਾਰੇ ਸਿੰਘਾਂ ਦੀਆਂ ਸ਼ਹਾਦਤਾਂ ਹੋ ਗਈਆਂ, ਸਿੰਘ ਵੀ ਰੁੜ ਗਏ, ਘੋੜੇ ਵੀ ਰੁੜ ਗਏ, ਕੀਮਤੀ ਖਜ਼ਾਨਾ ਵੀ। ਸਾਧ ਸੰਗਤ ਜੀ ਇਹ ਸਰਸਾ ਨਦੀ ਦੇ ਵਿੱਚ ਵਿਛੜ ਗਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲੋਂ ਵਿਛੋੜਾ ਪੈ ਗਿਆ ਪਰਿਵਾਰ ਦਾ। ਮਣਾ ਮੂੰਹੀ ਗ੍ਰੰਥ ਤੇ ਲੱਖਾਂ ਮੋਹਰਾਂ, ਕਰਕੇ ਨਦੀ ਦੀ ਭੇਟਾ ਦਾਤਾਰ ਵਿਛੜੇ। ਐ ਪਰ ਆਖਿਆ ਗੁਰੂ ਗੋਬਿੰਦ ਸਿੰਘ ਨੇ, ਮੇਰਾ ਸਾਰੇ ਦਾ ਸਾਰਾ ਪਰਿਵਾਰ ਵਿਛੜੇ। ਰੱਖਿਆ ਗਊ ਗਰੀਬ ਦੇ ਕਰਨ ਵਾਲੀ, ਮੇਰੇ ਹੱਥੋਂ ਨਾ ਮੇਰੀ ਤਲਵਾਰ ਵਿਛੜੇ। ਆ ਜਿਹੜੀ ਗਊ ਗਰੀਬ ਦੀ ਰੱਖਿਆ ਕਰਨ ਵਾਲੀ ਤਲਵਾਰ ਸ੍ਰੀ ਸਾਹਿਬ ਆ ਨਾ, ਇਹ ਨਾ ਵਿਛੜ ਜਾਵੇ। ਪਰਿਵਾਰ ਵਿਛੜ ਗਿਆ। ਤੋ ਸਾਧ ਸੰਗਤ ਜੀ ਉਸ ਤੋਂ ਬਾਅਦ ਮਾਤਾ ਗੁਜਰੀ ਜੀ ਇੱਕ ਪਾਸੇ ਨੂੰ ਸਾਹਿਬਜ਼ਾਦਿਆਂ ਦੇ ਛੋਟਿਆਂ ਦੇ ਸਮੇਤ, ਔਰ ਭਾਈ ਮਨੀ ਸਿੰਘ ਜੀ ਦੇ ਨਾਲ ਸਤਿਗੁਰੂ ਜੀ ਦੇ ਮਹਿਲ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾ ਕੌਰ ਜੀ, ਔਰ ਇਸੇ ਪ੍ਰਕਾਰ ਸਤਿਗੁਰੂ ਜੀ ਦੇ ਨਾਲ 5 ਪਿਆਰੇ ਸਾਹਿਬਾਨ, ਦੋਵੇਂ ਵੱਡੇ ਸਾਹਿਬਜ਼ਾਦੇ, ਜਾਨਾਂ ਤੋਂ ਪਿਆਰੇ ਗੁਰੂ ਕੇ ਸਿੰਘ, 40 ਸਿੰਘਾਂ ਦੇ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਮਕੌਰ ਵੱਲ ਨੂੰ ਹੋ ਤੁਰੇ। ਰਸਤੇ ਦੇ ਵਿੱਚ ਕੋਟਲਾ ਨਿਹੰਗ ਖਾਂ ਜਿਹੜਾ ਨਗਰ ਆਉਂਦਾ ਹੈ। ਸਾਧ ਸੰਗਤ ਜੀ ਭਾਈ ਬਚਿੱਤਰ ਸਿੰਘ ਜੀ ਰਸਤੇ ਵਿੱਚ ਮਲਕਪੁਰ ਨਗਰ ਦੇ ਵਿੱਚ ਦੁਸ਼ਮਣਾਂ ਨਾਲ ਜੂਝਦਿਆਂ ਹੋਇਆਂ ਬਹੁਤ ਗੰਭੀਰ ਹਾਲਤ ਵਿੱਚ ਜ਼ਖਮੀ ਹੋ ਗਏ। ਜਦੋਂ ਜ਼ਖਮੀ ਹੋਏ, ਡਿੱਗ ਪਏ, ਸਿੰਘਾਂ ਨੇ ਉਹਨਾਂ ਦੇ ਸਰੀਰ ਨੂੰ ਸੰਭਾਲਿਆ, ਆਪਣੇ ਨਾਲ ਲੈ ਤੁਰੇ। ਪਿੱਛੇ ਜਿਹੜੇ ਦੁਸ਼ਮਣ ਸੀ ਉਹ ਭਾਈ ਉਦੈ ਸਿੰਘ ਜੀ ਦੇ ਨੂੰ ਸ਼ਹੀਦ ਹੋਇਆ ਦੇਖ ਕੇ ਉਹਨਾਂ ਨੂੰ ਭੁਲੇਖਾ ਪਿਆ ਕਿ ਸ਼ਾਇਦ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਅਸੀਂ ਸ਼ਹੀਦ ਕਰ ਦਿੱਤਾ। ਇਸ ਕਰਕੇ ਦੁਸ਼ਮਣ ਫੌਜਾਂ ਉੱਥੇ ਕੁਝ ਦੇਰ ਵਾਸਤੇ ਰੁਕੀਆਂ। ਇੱਧਰ ਸਮਾਂ ਮਿਲ ਗਿਆ, ਸਤਿਗੁਰੂ ਸਾਹਿਬ ਜੀ ਅਗਾਂਹ ਲੰਘ ਗਏ ਰੋਪੜ ਵੱਲ ਨੂੰ। ਕੋਟਲਾ ਨਿਹੰਗ ਖਾਂ ਪਹੁੰਚਦੇ ਆ ਤੇ ਇੱਥੇ ਸਾਧ ਸੰਗਤ ਜੀ ਇੱਥੋਂ ਦਾ ਜਿਹੜਾ ਕੋਟਲੇ ਨਗਰ ਦਾ ਨਿਹੰਗ ਖਾਂ ਹੈ, ਪਹਿਲਾਂ ਇਸ ਨਗਰ ਦਾ ਨਾਂ ਇਕੱਲਾ ਕੋਟਲਾ ਆਉਂਦਾ ਹੈ। ਨਿਹੰਗ ਖਾਂ ਦੇ ਨਾਂ ਤੇ ਕੋਟਲਾ ਨਿਹੰਗ ਖਾਂ। ਉੱਥੇ ਸਤਿਗੁਰੂ ਸਾਹਿਬ ਜੀ ਕੁਝ ਸਮੇਂ ਵਾਸਤੇ ਰੁਕਦੇ ਹਨ। ਪਿੱਛੇ ਫੌਜਾਂ ਚੜ੍ਹੀਆਂ ਆ ਰਹੀਆਂ, ਸੂਈਏ ਗਸ਼ਤਾਂ ਕਰਦੀਆਂ, ਟੋਲੀਆਂ ਦੀਆਂ ਟੋਲੀਆਂ ਨਗਰਾਂ ਵਿੱਚ ਫਿਰ ਰਹੇ, ਅਨਾਉਂਸਮੈਂਟਾਂ ਹੋ ਰਹੀਆਂ, ਡੌਂਡੀ ਪਟਵਾ ਰਹੇ ਆ ਸਾਰੇ ਥਾਵਾਂ ਦੇ ਉੱਤੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ, ਸਿੰਘਾਂ ਨੂੰ ਜਿਹੜਾ ਕੋਈ ਪਨਾਹ ਦੇਵੇਗਾ ਉਹਨਾਂ ਨੂੰ ਭਾਰੀ ਸਜ਼ਾਵਾਂ ਦਿੱਤੀਆਂ ਜਾਣਗੀਆਂ, ਤੇ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰਵਾਏਗਾ ਉਹਨਾਂ ਨੂੰ ਵੱਡੇ ਇਨਾਮ ਦਿੱਤੇ ਜਾਣਗੇ। ਇੱਧਰ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਕੁਝ ਦੇਰ ਰੁਕ ਕੇ ਅਗਾਂਹ ਚਲੇ ਗਏ। ਭਾਈ ਬਚਿੱਤਰ ਸਿੰਘ ਜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ, ਗੰਭੀਰ ਹਾਲਤ ਹੈ ਉਹਨਾਂ ਦੀ। ਕੋਟਲਾ ਨਿਹੰਗ ਖਾਂ ਨੇ ਉਹਨਾਂ ਨੂੰ ਆਪਣੇ ਪਾਸ ਰੱਖ ਲਿਆ। ਮਹਾਰਾਜ ਅਸੀਂ ਦੀ ਮੱਲਮ ਪੱਟੀ ਜੋ ਉਸ ਵੇਲੇ ਦਾ ਇਲਾਜ ਸੀ ਦੇਸੀ, ਉਸ ਹਿਸਾਬ ਦੇ ਨਾਲ ਹਲਦੀ ਤੇਲ ਲਾਉਂਦੇ ਰਹੇ। ਔਰ ਨਿਹੰਗ ਖਾਂ ਦਾ ਪੁੱਤਰ ਆਲਫ ਖਾਂ ਤੇ ਇਸ ਦੀ ਬੇਟੀ ਮੁਮਤਾਜ਼, ਇਹਦੀ ਬੇਟੀ ਮੁਮਤਾਜ਼ ਜਿਹੜੀ ਸਾਧ ਸੰਗਤ ਜੀ ਬਸੀ ਪਠਾਣਾ ਦੇ ਕਿਸੇ ਪਠਾਨ ਦੇ ਨਾਲ ਜਿਹਦੀ ਮੰਗਣੀ ਹੋਈ ਹੈ, ਉਹ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਵਿੱਚ ਹਾਜ਼ਰ ਹੈ, ਮਲਮ ਪੱਟੀ ਕਰ ਰਹੇ ਹੈ। ਉਧਰ ਸੂਹ ਮਿਲੀ ਕਿ ਸਤਿਗੁਰੂ ਜੀ ਇੱਧਰ ਨੂੰ ਆਏ ਹੈ। ਕੋਟਲਾ ਨਿਹੰਗ ਖਾਂ ਦੇ ਕੋਲ ਆ ਕੇ ਘਰ ਦੀ ਤਲਾਸ਼ੀ ਕਰਨੀ ਸ਼ੁਰੂ ਕਰ ਦਿੱਤੀ ਫੌਜਾਂ ਨੇ। ਜਦੋਂ ਫੌਜਾਂ ਨੇ ਤਲਾਸ਼ੀ ਕਰਨੀ ਸ਼ੁਰੂ ਕੀਤੀ, ਸਾਰੇ ਘਰ ਦੀ ਤਲਾਸ਼ੀ ਕੀਤੀ, ਕੁਝ ਨਾ ਮਿਲਿਆ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਪਹਿਲਾਂ ਹੀ ਚਾਲਾਂ ਮਾਰ ਚੁੱਕੇ ਸਨ। ਜਦੋਂ ਦੇਖਦਿਆਂ ਜਿਸ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ ਵਿੱਚ ਪਏ ਹੈ, ਇਹਨਾਂ ਦੀ ਮਲਮ ਪੱਟੀ ਬੀਬੀ ਮੁਮਤਾਜ਼ ਕਰ ਰਹੀ ਹੈ, ਕੋਟਲਾ ਨਿਹੰਗ ਖਾਂ ਦੀ ਬੇਟੀ। ਉਸ ਕਮਰੇ ਦੇ ਕੋਲੇ ਪਹੁੰਚਦੇ ਆ ਤੇ ਸਿਪਾਹੀਆਂ ਨੂੰ ਰੋਕ ਦਿੰਦਾ ਨਿਹੰਗ ਖਾਂ। ਕਹਿੰਦਾ ਇਸ ਕਮਰੇ ਵਿੱਚ ਨਾ ਜਾਇਓ, ਇਸ ਕਮਰੇ ਵਿੱਚ ਮੇਰੀ ਧੀ ਅਤੇ ਜਵਾਈ ਸੁੱਤੇ ਹੋਏ ਹਨ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਿੰਨਾ ਸ਼ਰਧਾ ਭਾਵਨਾ ਵਾਲਾ ਹੋਵੇਗਾ ਨਿਹੰਗ ਖਾਂ। ਸਾਧ ਸੰਗਤ ਜੀ ਉਹਨਾਂ ਨੂੰ ਰੋਕਿਆ ਪਰ ਉਹ ਨਹੀਂ ਮੰਨਦੇ, ਕਹਿੰਦੇ ਅਸੀਂ ਤਲਾਸ਼ੀ ਕਰਨੀ ਹੈ। ਥੋੜ੍ਹਾ ਜਿਹਾ ਦਰਵਾਜ਼ਾ ਖੋਲ੍ਹਿਆ
ਬੀਬੀ ਜੀ ਭਾਈ ਸਾਹਿਬ ਜੀ ਦੇ ਤਨ ਦੇ ਉੱਤੇ ਜਿੱਥੇ ਜਿੱਥੇ ਜ਼ਖਮ ਹੈ ਉੱਥੇ ਮਰਮ ਪੱਟੀ ਕਰ ਰਹੇ ਹੈ। ਬਾਹਰੋਂ ਦੇਖਿਆ ਕਿਸੇ ਨੇ, ਇੱਕ ਸਿਪਾਹੀ ਨੇ, ਕਿ ਅੰਦਰ ਸਿਰਫ 2 ਹੀ ਜਣੇ ਹੈ। ਉਹਨਾਂ ਨੂੰ ਨਿਸ਼ਚਾ ਹੋ ਗਿਆ ਵੀ ਵਾਕਈ ਨਿਹੰਗ ਖਾਨ ਦਾ ਧੀ ਜਵਾਈ ਹੋਣਗੇ ਇੱਥੇ, ਚਲੋ ਇੱਥੋਂ ਕੁਝ ਨਹੀਂ ਮਿਲਿਆ, ਕਿਸੇ ਨੇ ਗਲਤ ਖਬਰ ਦੇ ਦਿੱਤੀ ਹੋਣੀ ਹੈ। ਉਹ ਤਾਂ ਚਲੇ ਗਏ, ਪਰ ਸਾਧ ਸੰਗਤ ਜੀ ਭਾਈ ਬਚਿੱਤਰ ਸਿੰਘ ਜੀ ਥੋੜ੍ਹੀ ਦੇਰ ਬਾਅਦ ਜਾਮੇ ਸ਼ਹਾਦਤ ਨੂੰ ਪ੍ਰਾਪਤ ਕਰ ਗਏ। ਕੋਟਲਾ ਨਿਹੰਗ ਖਾਨ ਨੇ ਤੇ ਸਾਧ ਸੰਗਤ ਜੀ ਬੀਬੀ ਮੁਮਤਾਜ਼ ਨੇ, ਹੋਰ ਸਾਧ ਸੰਗਤ ਜੀ 1-2 ਸਿੱਖਾਂ ਨੇ ਸਤਿਗੁਰੂ ਸਾਹਿਬ ਜੀ ਦੇ ਇਸ ਸਿੱਖ ਦਾ ਸੰਸਕਾਰ ਕੋਟਲਾ ਨਿਹੰਗ ਖਾਨ ਦੇ ਘਰ ਦੇ ਨੇੜੇ ਹੀ ਕੀਤਾ। ਸੰਸਕਾਰ ਕਰਕੇ ਜਦੋਂ ਘਰ ਵਾਪਸ ਮੁੜਦੇ ਆ ਨਾ, ਉਸ ਵੇਲੇ ਮੁਮਤਾਜ਼ ਆ ਕੇ ਜਾਰੋ ਜਾਰ ਰੋਂਦੀ ਹੈ, ਗੋਡਿਆਂ ਵਿੱਚ ਸਿਰ ਦੇ ਕੇ। ਤੇ ਸਾਧ ਸੰਗਤ ਨਿਹੰਗ ਖਾਨ ਪੁੱਛਦਾ, ਬੇਟੀ ਕੋਈ ਗੱਲ ਨਹੀਂ, ਤੂੰ ਤਾਂ ਆਪਣੇ ਵੱਲੋਂ ਪੂਰੀ ਵਾਹ ਲਾਈ ਸੇਵਾ ਕਰਨ ਦੀ। ਭਾਈ ਬਚਿੱਤਰ ਸਿੰਘ ਸ਼ਹਾਦਤ ਪ੍ਰਾਪਤ ਕਰ ਗਏ, ਸ਼ਹੀਦਾਂ ਨੂੰ ਰੋਈਦਾ ਨਹੀਂ। ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਖਤ ਬਾਪੁਰੇ, ਜੋ ਹਟ ਹੈ ਹਟ ਬਕਾਏ। ਸ਼ਹੀਦਾਂ ਸਿੰਘਾਂ ਨੂੰ ਰੋਈਦਾ ਨਹੀਂ। ਇਸ ਪ੍ਰਕਾਰ ਬੀਬੀ ਮੁਮਤਾਜ਼ ਕਹਿਣ ਲੱਗੀ, ਪਿਤਾ ਜੀ ਮੈਂ ਇਸ ਕਰਕੇ ਨਹੀਂ ਰੋਂਦੀ ਕਿ ਭਾਈ ਬਚਿੱਤਰ ਸਿੰਘ ਜੀ ਨੂੰ ਅਸੀਂ ਬਚਾ ਨਹੀਂ ਸਕੇ। ਉਹਨਾਂ ਦੀ ਹਾਲਤ ਹੀ ਐਸੀ ਸੀ, ਜਿੰਨੀ ਵਾਹਿਗੁਰੂ ਨੇ ਆਰਜਾ ਬਖਸ਼ੀ ਸੀ ਉਹ ਗੁਰੂ ਦਰ ਉੱਤੇ ਪ੍ਰਵਾਨ ਹੋ ਗਏ, ਸ਼ਹਾਦਤ ਉਹਨਾਂ ਨੇ ਪ੍ਰਾਪਤ ਕਰ ਲਈ। ਪਰ ਐ ਪਿਤਾ, ਤੁਸੀਂ ਆਪਣੇ ਹੱਥੀਂ ਮੇਰੀ ਮੰਗਣੀ ਉਹ ਪਠਾਨ ਦੇ ਨਾਲ ਕਰਕੇ ਆਏ ਸੀ। ਮੈਂ ਆਪਣੇ ਮਨ ਮੰਦਰ ਵਿੱਚ ਆਪਣੇ ਉਸ ਪਤੀ ਦੀ ਤਸਵੀਰ ਹਮੇਸ਼ਾ ਵਸਾ ਕੇ ਰੱਖੀ ਤੇ ਕੋਈ ਕਲੰਕ ਨਹੀਂ ਆਪਣੇ ਜੀਵਨ ਨੂੰ ਲੱਗਣ ਦਿੱਤਾ। ਪਰ ਅੱਜ ਆਪ ਜੀ ਨੇ ਆਪਣੇ ਉਸੇ ਮੁਖ ਤੋਂ ਇਹ ਬਚਨ ਕਹਿ ਦਿੱਤੇ ਕਿ ਅੰਦਰ ਮੇਰੀ ਧੀ ਅਤੇ ਜਵਾਈ ਸੁੱਤੇ ਹੋਏ ਹਨ, ਹੁਣ ਕਿਰਪਾ ਕਰਿਓ, ਮੈਂ ਕੁਆਰੀ ਹੀ ਕੁਆਰਾਪਣ ਤੁਹਾਡੇ ਘਰ ਵਿੱਚ ਰਹਿ ਕੇ ਕੱਟ ਲਵਾਂਗੀ। ਤੁਸੀਂ ਗੁਰੂ ਕੇ ਸਿੰਘ ਨੂੰ ਮੇਰਾ ਪਤੀ ਆਖ ਦਿੱਤਾ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪੁੱਤਰ ਦੀ ਘਰਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨੂੰਹ ਬਣ ਗਈ, ਤੇ ਮੈਂ ਹੁਣ ਹੋਰ ਕਿਸੇ ਦੇ ਦਰ ਦੇ ਉੱਤੇ ਨਹੀਂ ਜਾਣਾ। ਤੇ ਖਾਲਸਾ ਜੀ ਉਹ ਬੀਬੀ ਮੁਮਤਾਜ਼ ਸਾਰੀ ਉਮਰ ਕੁਆਰੇ ਰਹਿ ਕੇ ਉਹਨਾਂ ਨੇ ਸਾਧ ਸੰਗਤ ਵਾਹਿਗੁਰੂ ਵਾਹਿਗੁਰੂ ਸਿਮਰਦਿਆਂ ਜੀਵਨ ਨੂੰ ਸਫਲਾ ਕੀਤਾ। ਉਧਰ ਸਤਿਗੁਰ ਸੱਚੇ ਪਾਤਸ਼ਾਹ ਜੀ ਭਾਈ ਬੁੱਧੀ ਚੰਦ ਰਾਵਤ ਦੀ ਹਵੇਲੀ ਹੈ, ਕੱਚੀ ਗੜੀ ਹੈ, ਉਸ ਦੇ ਵਿੱਚ ਜਾ ਕੇ ਪ੍ਰਵੇਸ਼ ਹੁੰਦੇ ਆ। ਉਧਰ ਸਾਧ ਸੰਗਤ ਹੌਲੀ ਹੌਲੀ ਘੇਰਾ ਪੈ ਗਿਆ, ਮੁਗਲ ਫੌਜਾਂ ਇਕੱਤਰ ਹੋਈਆਂ। ਦਿੱਲੀ ਤੋਂ ਚੜ੍ਹੀ ਹੋਈ ਖਵਾਜਾ ਮਰਦੂਦ ਦੀ 10 ਲੱਖ ਫੌਜ ਉਹ ਵੀ ਨਾਲ ਆਣ ਮਿਲੀ। ਸਤਿਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਦੇ ਵਿੱਚ ਜਿਸ ਵੇਲੇ ਘੇਰਾ ਪਿਆ ਸੀ, 10,000 ਸਿੰਘ ਸਨ ਉਸ ਵੇਲੇ। ਹੌਲੀ ਹੌਲੀ ਗਿਣਤੀ ਘਟਦੀ ਸ਼ਹੀਦੀਆਂ ਹੁੰਦੀਆਂ 500 ਸਿੰਘ ਰਹਿ ਗਏ ਸਨ। ਪਰ ਜਦੋਂ ਚਮਕੌਰ ਦੀ ਗੜੀ ਵਿੱਚ ਪਹੁੰਚਿਆ ਤਾਂ ਸਿਰਫ 40 ਦੇ ਕਰੀਬ ਸਿੰਘ ਕੋਲ ਹਨ। ਉਹਨਾਂ 40 ਦੇ ਕਰੀਬ ਸਿੰਘਾਂ ਨੇ ਸਾਧ ਸੰਗਤ ਜੀ ਫਿਰ ਐਸੀ ਜੰਗ ਮਚਾਈ ਹੈ ਅੱਜ ਦੇ ਦਿਨ, ਜਿਸ ਨੂੰ ਸਾਧ ਸੰਗਤ ਦੁਨੀਆ ਦੇ ਇਤਿਹਾਸ ਦੇ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਕੋਈ ਦੂਜੀ ਉਦਾਹਰਨ ਨਹੀਂ ਮਿਲਦੀ। ਰਾਤ ਦੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਰਾਜਮਾਨ ਹੋਏ ਇਹ ਚਮਕੌਰ ਦੀ ਕੱਚੀ ਗੜੀ ਦੇ ਵਿੱਚ। ਸਿੰਘ ਕੁਝ ਆਰਾਮ ਕਰਨ ਲੱਗ ਪਏ, ਕੁਝ ਪਹਿਰਾ ਦੇ ਰਹੇ ਹੈ। ਸਤਿਗੁਰੂ ਜੀ ਵੀ ਆਪਣੇ ਖੇਮੇ ਵਿੱਚ, ਕਿਉਂਕਿ ਸਾਧ ਸੰਗਤ ਇਹ ਗੜੀ ਕਿਸ ਤਰ੍ਹਾਂ ਦੀ ਸੀ, ਇਹ 2 ਮੰਜ਼ਿਲਾ ਮਕਾਨ ਸੀ। ਇੱਕ ਬਾਹਰੋਂ ਉੱਚੀਆਂ ਕੰਧਾਂ ਸਨ ਕਿਲੇ ਵਾਂਗੂ, ਇੱਕੋ ਹੀ ਦਰਵਾਜ਼ਾ ਸੀ। ਅੰਦਰ ਇੱਕ ਚੁਬਾਰਾ ਤੇ ਚੁਬਾਰੇ ਉੱਤੇ ਛੋਟੀ ਜੀ ਮਮਟੀ ਬਣੀ ਹੋਈ ਸੀ। ਚੁਬਾਰਾ ਖੈਰ ਵੱਡਾ ਹੁੰਦਾ, ਚੁਬਾਰੇ ਤੋਂ ਛੋਟਾ ਹੀ ਕਮਰਾ। ਪੁਰਾਤਨ ਜਿਹੜਾ ਇਸ ਗੜੀ ਦਾ ਸਰੂਪ ਪੜ੍ਹੀ ਦਾ ਸੁਣੀ ਦਾ ਇਸ ਪ੍ਰਕਾਰ ਦਾ ਸੀ। ਸਤਿਗੁਰੂ ਜੀ ਉਸ ਕਮਰੇ ਦੇ ਵਿੱਚ ਬੈਠੇ ਆ। ਬਾਹਰ ਸਿੰਘ ਕੁਝ ਦੇਰ ਗਰਦਨ ਨੂੰ ਝੁਕਾ ਕੇ ਸਤਿਗੁਰ ਸੱਚੇ ਪਾਤਸ਼ਾਹ ਵਾਹਿਗੁਰੂ ਵਾਹਿਗੁਰੂ ਤੂੰ ਹੀ ਦਾ ਜਾਪ ਕਰਦੇ ਰਹੇ। ਕੁਝ ਦੇਰ ਬਾਅਦ ਕੁਝ ਸੋਚਦਿਆਂ ਬਾਹਰ ਆਏ। ਜਿਹੜੇ ਸਿੰਘ ਸਾਧ ਸੰਗਤ ਆਰਾਮ ਕਰ ਰਹੇ ਆ ਨਾ, ਕਿਸੇ ਨੇ ਘੋੜਿਆਂ ਦੀ ਕਾਠੀ ਨੂੰ ਸਰਾਣਾ ਬਣਾਇਆ ਹੋਇਆ, ਕਿਸੇ ਨੇ ਢਾਲਾ ਸਰਾਣੇ ਰੱਖਿਆ ਹੋਇਆ। ਸਾਧ ਸੰਗਤ ਜੀ ਕਿੰਨੇ ਹੀ ਮਹੀਨਿਆਂ ਦੇ ਭੁੱਖਣ ਭਾਣੇ ਸਿੰਘ, ਉਨੀਂਦਰੇ ਬੇਆਰਾਮੇ ਉਹ ਪਏ ਐ। ਸਤਿਗੁਰ ਸੱਚੇ ਪਾਤਸ਼ਾਹ ਕੱਲੇ ਸਿੰਘ ਕੋਲੇ ਜਾਂਦੇ ਆ, ਕਿਸੇ ਦੇ ਹੱਥ ਚੁੰਮਦੇ ਆ, ਹੱਥਾਂ ਦੇ ਉੱਤੇ ਰੱਟੜ ਪਏ ਹੋਏ ਆ ਕਿਰਪਾਨਾਂ ਚਲਾਉਂਦਿਆਂ ਦੇ। ਇਸੇ ਤਰ੍ਹਾਂ ਕਿਸੇ ਸਿੰਘ ਦਾ ਮੱਥਾ ਚੁੰਮਦੇ ਆ। ਤੇ ਇੱਥੋਂ ਤੱਕ ਵੀ ਇਤਿਹਾਸ ਵਿੱਚ ਸਤਿਗੁਰੂ ਜੀ ਨੇ ਕਈ ਸਿੰਘਾਂ ਦੇ ਕਦਮ ਵੀ ਚੁੰਮੇ। ਆ ਮੇਰੇ ਜਾਨਾਂ ਤੋਂ ਪਿਆਰੇ ਸਿੰਘ ਮੇਰੇ ਨਾਲ ਡਟ ਕੇ ਜੂਝਦੇ ਰਹੇ ਹੈ, ਲੜਦੇ ਰਹੇ ਹੈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਭਾਈ ਦਇਆ ਸਿੰਘ ਧਰਮ ਸਿੰਘ ਜੀ ਪਹਿਰੇਦਾਰ ਸਿੱਖ ਪਹੁੰਚਦੇ ਹੈ। ਸਤਿਗੁਰੂ ਸੱਚੇ ਪਾਤਸ਼ਾਹ ਇੱਕ ਪਾਸੇ ਜਾ ਕੇ ਖੰਜਰ ਕੱਢਦੇ ਹੈ ਗਾਤਰੇ ਵਿੱਚੋਂ,
ਚਮਕੌਰ ਦੀ ਕੱਚੀ ਗੜੀ ਦੀ ਕੰਧ ਦੇ ਵਿੱਚ ਮਾਰ ਕੇ ਨਾ ਕੁਝ ਰੇਤ ਕੁਝ ਮਿੱਟੀ ਆਪਣੇ ਹੱਥ ਉੱਤੇ ਰੱਖਦੇ ਆ, ਕੁਝ ਸੋਚਾਂ ਸੋਚ ਰਹੇ ਆ। ਸਿੰਘ ਪੁੱਛਦੇ ਆ, ਮਹਾਰਾਜ ਆਪ ਜੀ ਆਰਾਮ ਕਰੋ। ਚਿੰਤਾ ਦਾ ਹੋਣਾ ਸੁਭਾਵਿਕ ਹੈ, ਕਿਉਂਕਿ ਸਾਰਾ ਪਰਿਵਾਰ ਵਿਛੜ ਗਿਆ, ਮਾਂ ਕੋਲ ਨਹੀਂ, ਛੋਟੇ ਸਾਹਿਬਜ਼ਾਦਿਆਂ ਦਾ ਕੁਝ ਪਤਾ ਨਹੀਂ, ਆਨੰਦਾਂ ਦੀ ਪੂਰੀ ਛੱਡ ਆਏ ਹਾਂ, ਚਿੰਤਾ ਹੋਣੀ ਸੁਭਾਵਿਕ ਹੈ। ਪਰ ਆਪ ਜੀ ਫਿਰ ਵੀ ਅੰਦਰ ਜਾ ਕੇ ਆਰਾਮ ਕਰੋ। ਸਤਿਗੁਰੂ ਜੀ ਨੇ ਉਸ ਵੇਲੇ ਸਾਧ ਸੰਗਤ ਸਿੰਘਾਂ ਨੂੰ ਸਮਝਾਇਆ, ਕਹਿੰਦੇ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਨਾਲ ਤਾਂ ਰਹੇ, ਪਰ ਤੁਸੀਂ ਸਮਝ ਨਹੀਂ ਰਹੇ। ਸਤਿਗੁਰੂ ਕਹਿਣ ਲੱਗੇ, ਆਨੰਦ ਦੀ ਪੂਰੀ ਕਿਸੇ ਜਗ੍ਹਾ ਦਾ ਨਾਂ, ਕਿਸੇ ਥਾਂ ਦਾ ਨਾਂ ਨਹੀਂ ਹੈ। ਜਦੋਂ ਵੀ ਵਾਹਿਗੁਰੂ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਗੁਰੂ ਕਾ ਸਿੱਖ ਰਹਿੰਦਾ, ਉਹ ਉੱਥੇ ਆਨੰਦ ਦੀ ਪੂਰੀ ਵਿੱਚ ਹੀ ਹੈ, ਆਨੰਦ ਵਿੱਚ ਹੀ ਹੈ। ਇਉਂ ਕਹਿ ਕੇ ਸਤਿਗੁਰੂ ਨੇ ਫੂਕ ਮਾਰ ਕੇ ਹਥੇਲੀ ਉੱਤੇ ਜਿਹੜਾ ਉਹ ਰੇਤ ਸੀ ਉਹਨੂੰ ਉਡਾ ਦਿੱਤਾ। ਕਹਿੰਦੇ ਭਾਈ ਆ ਜਿਹੜਾ ਪਰਿਵਾਰ, ਮਾਇਆ, ਖਜ਼ਾਨੇ, ਕਿਲੇ ਇਤਿਆਦਿਕ ਵਸਤੂਆਂ, ਸੰਸਾਰਕ ਨਾਸ਼ਵਾਨ ਜਿੰਨੀਆਂ ਵਸਤੂਆਂ, ਉਹ ਤਾਂ ਕਹਿੰਦੇ ਆ ਰੇਤ ਦੇ ਕਣਾਂ ਵਾਂਗੂ ਆ, ਇਹਨਾਂ ਨੇ ਇੱਕ ਦਿਨ ਉੱਡਣਾ ਹੀ ਉੱਡਣਾ ਹੈ। ਫਿਰ ਸਤਿਗੁਰੂ ਜੀ ਸਿੰਘਾਂ ਦੇ ਕਹਿਣ 'ਤੇ ਕੁਝ ਦੇਰ ਆਰਾਮ ਕੀਤਾ। ਸਵੇਰ ਦਾ ਵੇਲਾ ਹੋਇਆ, ਬਾਹਰੋਂ ਫੌਜਾਂ ਨੇ ਵੀ ਬਿਗਲ ਵਜਾ ਦਿੱਤਾ, ਜੰਗ ਸ਼ੁਰੂ ਹੋ ਗਈ। ਸਤਿਗੁਰੂ ਨੇ ਅੰਦਰ ਜੰਗ ਬੰਦੀ ਕੀਤੀ। 8 ਸਿੰਘ ਉਸ ਗੜੀ ਦੀ ਇੱਕ ਬਾਹੀ ਦੇ ਨਾਲ ਖੜੇ ਕੀਤੇ ਆ, 8 ਸਿੰਘ ਦੂਜੇ ਪਾਸੇ ਖੜੇ ਕੀਤੇ ਆ, 8 ਸਿੰਘ ਪਿਛਲੇ ਪਾਸੇ ਜਿੱਧਰ ਉਹ ਚੁਬਾਰਾ ਮਮਟੀ ਬਣੀ ਹੋਈ ਹੈ ਉਧਰ ਖੜੇ ਕੀਤੇ। 4 ਸਿੰਘ ਗੜੀ ਦੇ ਦਰਵਾਜ਼ੇ ਦੇ ਕੋਲ ਖੜੇ ਕਰ ਦਿੱਤੇ। 2 ਸਿੰਘਾਂ ਦੀ ਡਿਊਟੀ ਲਾਈ, ਭਾਈ ਤੁਸੀਂ ਉੱਪਰੋਂ ਗੜੀ ਤੋਂ ਦੂਰ ਤੱਕ ਨਜ਼ਰ ਰੱਖਣੀ ਹੈ, ਦੁਸ਼ਮਣ ਨੇੜੇ ਆਉਂਦਾ ਤਾਂ। ਬਾਕੀ ਦੇ ਸਿੰਘ ਸਤਿਗੁਰੂ ਸਾਹਿਬ ਜੀ ਦੇ ਕੋਲ। ਸੋ ਸਾਧ ਸੰਗਤ ਇਸ ਪ੍ਰਕਾਰ ਜੰਗ ਸ਼ੁਰੂ ਹੋ ਗਈ। ਜਦੋਂ ਦੁਸ਼ਮਣ ਨੇੜੇ ਆਉਣ ਲੱਗਿਆ ਨਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਜੰਗ ਨੀਤੀ ਨੂੰ ਸਮਝਦਿਆਂ ਹੋਇਆਂ ਕਿ ਇਹ ਕਿਲਾ, ਇਹ ਜਿਹੜੀ ਗੜੀ ਹੈ ਕੋਈ ਬਹੁਤੀ ਤਕੜੀ ਨਹੀਂ, ਸਾਨੂੰ ਬਾਹਰ ਜਾ ਕੇ ਜੰਗ ਕਰਨੀ ਚਾਹੀਦੀ ਹੈ। ਸਤਿਗੁਰੂ ਸਾਹਿਬ ਜੀ 5 ਸਿੰਘਾਂ ਦੇ ਜਥੇ ਭੇਜਦੇ ਆ। 5 ਸਿੰਘਾਂ ਦੇ 1-2 ਜਥੇ ਗਏ। ਸਿੰਘਾਂ ਨੇ ਜਾ ਕੇ ਤਰਥੱਲੀ ਮਚਾ ਦਿੱਤੀ, ਦੁਸ਼ਮਣ ਦੀਆਂ ਫੌਜਾਂ ਦੇ ਆਹੂ ਲਾਹੇ ਤੇ ਇਉਂ ਜੰਗ ਕਰਦਿਆਂ ਸ਼ਹੀਦ ਹੋਏ। ਜਦੋਂ ਸਾਧ ਸੰਗਤ 2-3 ਜਥੇ ਜਾਂਦੇ ਆ, ਦੁਪਹਿਰ ਦਾ ਵੇਲਾ ਹੋ ਗਿਆ, 2 ਪਹਿਰ ਲੰਘ ਗਏ। ਉਸ ਵੇਲੇ ਬਾਬਾ ਅਜੀਤ ਸਿੰਘ ਸਾਹਿਬ ਸਤਿਗੁਰੂ ਸਾਹਿਬ ਜੀ ਦੇ ਕੋਲ ਆਉਂਦੇ ਆ ਕੇ ਪੁੱਛਦੇ, ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਸਿੰਘਾਂ ਦੇ ਵਿੱਚ ਤੇ ਆਪਣੇ ਪੁੱਤਰਾਂ ਦੇ ਵਿੱਚ ਕਦੇ ਫਰਕ ਨਹੀਂ ਰੱਖਿਆ। ਆਪ ਜੀ ਕੋਲੋਂ ਮੈਂ ਗੁਰਬਾਣੀ ਦੀ ਇੱਕ ਤੁਕ ਦੇ ਅਰਥ ਪੁੱਛਣਾ ਚਾਹੁੰਦਾ ਹਾਂ। ਸਤਿਗੁਰੂ ਸਾਹਿਬ ਕਹਿੰਦੇ, ਅਜੀਤ ਸਿੰਘਾ, ਕੋਈ ਗੁਰਬਾਣੀ ਦੀ ਐਸੀ ਤੁਕ ਨਹੀਂ ਜਿਸ ਦੀ ਵਿੱਦਿਆ ਤੂੰ ਨਾ ਲਈ ਹੋਵੇ, ਤੈਨੂੰ ਅਰਥ ਪਤਾ ਨਾ ਹੋਣ, ਪਰ ਫਿਰ ਵੀ ਜੇ ਕੋਈ ਘੁੰਡੀ, ਕੋਈ ਬੁਝਾਰਤ ਹੈ ਤਾਂ ਤੂੰ ਪੁੱਛ ਸਕਦਾ ਹੈ। ਕਹਿਣ ਲੱਗਾ, ਮਹਾਰਾਜ ਗੁਰਬਾਣੀ ਵਿੱਚ ਆਪ ਜੀ ਨੇ ਫਰਮਾਨ ਕੀਤਾ ਹੈ, ਪਹਿਲੇ ਸਰੂਪਾਂ ਵਿੱਚ, ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਇਹਦਾ ਅਰਥ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਗੁਰੂ ਦਾ ਪ੍ਰੇਮ ਜਿਹੜਾ ਸਾਰੇ ਗੁਰਸਿੱਖਾਂ ਵਾਸਤੇ, ਮਿੱਤਰਾਂ ਵਾਸਤੇ, ਪੁੱਤਰਾਂ ਵਾਸਤੇ, ਭਾਈਆਂ ਵਾਸਤੇ ਇੱਕੋ ਜਿਹਾ ਹੈ। ਕੋਈ ਦਵੈਸ਼ ਨਹੀਂ ਕਿਸੇ ਨਾਲ, ਸਭ ਦੇ ਵਾਸਤੇ ਇੱਕੋ ਵਰਤਾਰਾ। ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ, ਮਹਾਰਾਜ ਜੇ ਇੱਕੋ ਜਿਹਾ ਪ੍ਰੇਮ ਹੈ ਤੇ ਅੱਜ ਫਿਰ ਮੇਰੇ ਨਾਲ ਦਵੈਸ਼ ਕਿਉਂ ਕਰਦੇ ਹੋ? ਸਤਿਗੁਰੂ ਕਹਿੰਦੇ, ਦਵੈਸ਼? ਕਹਿੰਦਾ, ਹਾਂ ਮਹਾਰਾਜ, ਆਪ ਜੀ ਸਿੰਘਾਂ ਨੂੰ ਤਾਂ ਸ਼ਹਾਦਤਾਂ ਦੇ ਗੱਫੇ ਬਖਸ਼ਿਸ਼ ਕਰ ਰਹੇ ਹੋ। ਕਲਗੀਆਂ ਵਾਲੇ ਪਾਤਸ਼ਾਹ, ਆ ਮੇਰੇ ਤੇ ਵੀ ਕਿਰਪਾ ਕਰ, ਮੈਂ ਵੀ ਮੈਦਾਨੇ ਜੰਗ ਵਿੱਚ ਜਾ ਕੇ ਜੂਝਣਾ ਚਾਹੁੰਦਾ ਹਾਂ, ਮੈਨੂੰ ਵੀ ਕਿਰਪਾ ਕਰਕੇ ਹੁਕਮ ਦਿਓ। ਮੈਂ ਆਪਣੇ ਉਹਨਾਂ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਦੁਸ਼ਮਣਾਂ ਦੇ ਆਹੂ ਲਾਹਾਂ ਤੇ ਮੈਦਾਨੇ ਜੰਗ ਵਿੱਚ ਸ਼ਹਾਦਤ ਪ੍ਰਾਪਤ ਕਰਕੇ ਆਪ ਜੀ ਦੇ ਲੋਕ ਸੱਚਖੰਡ ਵਿਖੇ ਪਹੁੰਚਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਬਾ ਅਜੀਤ ਸਿੰਘ ਦੇ ਕੰਡ ਥਪਥਪਾਈ, ਮੋਢੇ ਦੇ ਉੱਤੇ ਥਾਪੜਾ ਦੇ ਕੇ ਆਖਿਆ, ਸ਼ਾਬਾਸ਼ ਪੁੱਤਰ, ਆਵਾਜ਼ ਤੈਨੂੰ ਮੈਂ ਵੀ ਮਾਰ ਸਕਦਾ ਸੀ, ਪਰ ਤੂੰ ਆਪਣੇ ਆਪ ਨੂੰ ਪੇਸ਼ ਕਰਕੇ ਅੱਜ ਇਹ ਸਬੂਤ ਦਿੱਤਾ, ਆਉਣ ਵਾਲੇ ਇਤਿਹਾਸ ਦੇ ਵਿੱਚ, ਸਿੱਖਾਂ ਦੀਆਂ ਆਉਣ ਵਾਲੀਆਂ ਨਸਲਾਂ ਵਿੱਚ ਜਦੋਂ ਵੀ ਕੌਮ ਨੂੰ ਕੁਰਬਾਨੀਆਂ ਦੀ ਲੋੜ ਪਵੇਗੀ, ਆ ਤੇਰੇ ਵਰਗੇ ਮੇਰੇ ਸਿੱਖ ਪੁੱਤਰ ਅਜੀਤ ਸਿੰਘ ਲੱਖਾਂ ਹੀ ਆਪਣੇ ਆਪ ਨੂੰ, ਆਪਣੀਆਂ ਜਵਾਨੀਆਂ ਨੂੰ ਕੌਮ ਦੇ ਵਾਸਤੇ, ਪੰਥ ਵਾਸਤੇ ਆਪ ਆ ਕੇ ਪੇਸ਼ ਕਰਿਆ ਕਰਨਗੇ। ਉਹਨਾਂ ਨੂੰ ਆਵਾਜ਼ਾਂ ਨਹੀਂ ਮਾਰਨੀਆਂ ਪਿਆ ਕਰਨਗੀਆਂ। ਸਤਿਗੁਰੂ ਸਾਹਿਬ ਜੀ ਨੇ ਆਪ ਹੱਥੀਂ ਸ਼ਸਤਰ ਸਜਾ ਕੇ ਸਾਹਿਬਜ਼ਾਦੇ ਨੂੰ ਸਿੰਘਾਂ ਦੇ ਜਥੇ ਸਮੇਤ ਭੇਜਿਆ। ਬਾਹਰ ਜਾ ਕੇ ਗੁਰੂ ਕੇ ਸਾਹਿਬਜ਼ਾਦੇ ਨੇ ਸਾਧ ਸੰਗਤ ਦੀ ਦੁਸ਼ਮਣਾਂ ਵਿੱਚ ਤਰਥੱਲੀ ਮਚਾਤੀ। 1.25 ਲੱਖ ਨਾਲ ਇੱਕ ਲੜਨ ਵਾਲੇ ਗੁਰੂ ਕੇ ਯੋਧੇ, 1.25 लाख से एक लड़ाऊं तबै गोबिंद सिंह नाम कहा। बहुत सारे दुश्मनों के आहू लाहे
ਤੇ ਸਾਧ ਸੰਗਤ ਅਨੇਕਾਂ ਫੱਟ ਸਹਾਰਦੇ ਹੋਏ, ਅਨੇਕਾਂ ਤੀਰ ਸਾਧ ਸੰਗਤ ਜੀ ਸਾਹਿਬਜ਼ਾਦਾ ਅਜੀਤ ਸਿੰਘ ਦੀ ਛਾਤੀ ਵਿੱਚ ਲੱਗੇ ਆ, ਜਾਮੇ ਸ਼ਹਾਦਤ ਨੂੰ ਪ੍ਰਾਪਤ ਕਰ ਗਏ। ਡਿੱਗਦਿਆਂ ਡਿੱਗਦਿਆਂ ਚਮਕੌਰ ਦੀ ਗੜੀ ਵੱਲ ਸਤਿਗੁਰੂ ਜੀ ਸਾਹਮਣੇ ਦੇਖ ਰਹੇ ਆ, ਨੇਤਰ ਮਿਲਾਉਂਦੇ ਆ ਸਾਹਿਬਜ਼ਾਦਾ ਅਜੀਤ ਸਿੰਘ ਜੀ। ਸਤਿਗੁਰੂ ਜੀ ਨੂੰ ਪ੍ਰਣਾਮ ਕਰਕੇ ਨਮਸਕਾਰ ਕਰਦਿਆਂ ਹੋਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿੱਚ ਸ਼ਹਾਦਤ ਪ੍ਰਾਪਤ ਕਰ ਲੈਂਦੇ ਆ। ਜਿਉਂ ਹੀ ਪੁੱਤ ਨੂੰ ਸ਼ਹੀਦ ਹੁੰਦਿਆਂ ਆ ਸਾਡੇ ਕਲਗੀਆਂ ਵਾਲੇ ਬਾਪੂ ਵੇਖਦੇ ਆ ਨਾ ਖਾਲਸਾ ਜੀ, ਥੋੜ੍ਹੀ ਦੇਰ ਸਤਿਗੁਰੂ ਜੀ ਖਾਮੋਸ਼ ਰਹੇ, ਕਿਉਂਕਿ ਪਹਿਲੇ ਸਿੰਘ ਜਦੋਂ ਸ਼ਹੀਦ ਹੁੰਦੇ ਸਨ ਜਥੇ ਤਾਂ ਚਮਕੌਰ ਦੀ ਗੜੀ ਤੋਂ ਸਿੰਘ ਹੌਸਲਾ ਅਫਜਾਈ ਵਾਸਤੇ ਜਕਾਰੇ ਛੱਡਦੇ। ਸਤਿਗੁਰੂ ਜੀ ਉਡੀਕਦੇ ਆ ਕੋਈ ਸਿੰਘ ਜਕਾਰਾ ਛੱਡੂਗਾ, ਪਰ ਸਾਧ ਸੰਗਤ ਸਿੰਘ ਜਕਾਰੇ ਉਹਨਾਂ ਦੇ ਨੇਤਰ ਸੱਜਲਾ ਕਲਗੀਆਂ ਵਾਲੇ ਪਾਤਸ਼ਾਹ, ਛੋਟੇ ਸਾਹਿਬਜ਼ਾਦਿਆਂ ਦਾ ਪਤਾ ਨਹੀਂ, ਬਾਕੀ ਪਰਿਵਾਰ ਦਾ ਪਤਾ ਨਹੀਂ, ਆਪਣੇ ਜੇਠੇ ਪੁੱਤਰ ਨੂੰ ਮੈਦਾਨੇ ਜੰਗ ਵਿੱਚ ਆਪ ਹੱਥੀਂ ਤਿਆਰ ਕਰਕੇ ਭੇਜ ਦਿੱਤਾ, ਉਹ ਸ਼ਹੀਦ ਹੋ ਗਿਆ। ਜਦੋਂ ਸਿੰਘਾਂ ਨੇ ਜਕਾਰਾ ਨਾ ਛੱਡਿਆ ਨਾ, ਕਲਗੀਆਂ ਵਾਲੇ ਬਾਪੂ ਨੇ ਆਖਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਤਿਗੁਰੂ ਜੀ ਨੇ ਆਪ ਹੀ ਜਕਾਰਾ ਛੱਡ ਕੇ ਆਪ ਹੀ ਸਤਿ ਸ੍ਰੀ ਅਕਾਲ ਵੀ ਨਾਲ ਕਹਿ ਦਿੱਤਾ, ਤੇ ਨਾਲ ਸਿੰਘਾਂ ਨੂੰ ਬਚਨ ਕਰਦੇ ਆ, ਸਿੱਖ ਪੁੱਤਰੋ ਆ ਬਾਕੀ ਸਿੰਘਾਂ ਵਾਸਤੇ ਤਾਂ ਤੁਸੀਂ ਜਕਾਰਿਆਂ ਦੇ ਬਹੁਤ ਗੱਫੇ ਵਰਤਾਇਆ, ਮੇਰੇ ਅਜੀਤ ਸਿੰਘ ਤੋਂ ਕੀ ਗਲਤੀ ਹੋ ਗਈ, ਉਹਦੀ ਸ਼ਹਾਦਤ ਵੇਲੇ ਤੁਸੀਂ ਜਕਾਰੇ ਹੀ ਨਹੀਂ ਛੱਡਦੇ। ਇਹ ਗੱਲਾਂ ਹੋ ਰਹੀਆਂ ਸਨ, ਐਨੇ ਨੂੰ ਛਾਲ ਮਾਰ ਕੇ ਤਿਆਰ ਬਰ ਤਿਆਰ ਸਤਿਗੁਰੂ ਸਾਹਿਬ ਜੀ ਦੇ ਦੂਜੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਆ ਹਾਜ਼ਰ ਹੋਏ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਮੇਰੇ ਵੀਰ ਉੱਤੇ ਬੜੀ ਕਿਰਪਾ ਕਰ ਦਿੱਤੀ ਹੈ, ਮੈਂ ਹਮੇਸ਼ਾ ਆਪਣੇ ਵੀਰ ਨਾਲ ਰਹਿੰਦਾ ਰਿਹਾ, ਵੀਰ ਤੋਂ ਸ਼ਸਤਰ ਵਿੱਦਿਆ ਸਿੱਖਦਾ ਰਿਹਾ ਹਾਂ, ਅਸੀਂ ਇਕੱਠੇ ਖਾਂਦੇ ਪੀਂਦੇ ਪਹਿਨਦੇ ਸੌਂਦੇ ਰਹੇ ਹਾਂ। ਮਹਾਰਾਜ ਅੱਜ ਮੈਨੂੰ ਪਿੱਛੇ ਨਾ ਰੱਖਿਓ, ਮੈਨੂੰ ਵੀ ਆਗਿਆ ਦਿਓ, ਮੈਨੂੰ ਵੀ ਮੈਦਾਨੇ ਜੰਗ ਦੇ ਵਿੱਚ ਭੇਜੋ। ਜਿਵੇਂ ਆਪ ਜੀ ਨੇ ਅਜੀਤ ਨੂੰ ਹਮੇਸ਼ਾ ਹੀ ਅਜੀਤ ਹੋਣ ਦਾ ਵਰ ਦਿੱਤਾ, ਭੰਗਾਣੀ ਦਾ ਜੰਗ ਜਦੋਂ ਜਿੱਤ ਕੇ ਆਏ ਨਾ ਸਤਿਗੁਰੂ ਜੀ, ਉਸੇ ਵੇਲੇ ਸਾਧ ਸੰਗਤ ਪੌਂਟਾ ਸਾਹਿਬ ਦੀ ਧਰਤੀ ਉੱਤੇ ਸਤਿਗੁਰੂ ਜੀ ਨੂੰ ਖਬਰ ਮਿਲੀ ਸੀ ਘਰ ਵਿੱਚ ਸਾਹਿਬਜ਼ਾਦਾ ਪ੍ਰਗਟ ਹੋਇਆ, ਸਾਹਿਬਜ਼ਾਦੇ ਦਾ ਜਨਮ ਹੋਇਆ। ਸਤਿਗੁਰੂ ਜੀ ਨੇ ਖੁਸ਼ੀ ਵਿੱਚ ਨਾਂ ਰੱਖਿਆ ਸੀ ਅਜੀਤ, ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ, ਜੀਤਾ ਗਿਆ ਤੋਂ ਜੀਤਾ ਵਾਪਸ ਨਹੀਂ ਆਊਂਗਾ। ਉਹਨਾਂ ਬਚਨਾਂ ਨੂੰ ਨਿਭਾ ਗਏ ਸਾਹਿਬਜ਼ਾਦਾ ਅਜੀਤ ਸਿੰਘ ਜੀ। ਬਾਬਾ ਜੁਝਾਰ ਸਿੰਘ ਜੀ ਦੀ ਬੇਨਤੀ ਪ੍ਰਵਾਨ ਕਰਕੇ ਮੈਂ ਸੰਖੇਪ ਕਰਾਂ। ਸਤਿਗੁਰੂ ਸਾਹਿਬ ਜੀ ਨੇ ਬੇਨਤੀ ਪ੍ਰਵਾਨ ਕਰਕੇ ਆਪ ਹੱਥੀਂ ਸ਼ਸਤਰ ਸਜਾ ਕੇ ਆਪਣੇ ਦੂਸਰੇ ਪੁੱਤਰ ਨੂੰ ਸਾਧ ਸੰਗਤ ਜੀ ਮੈਦਾਨੇ ਜੰਗ ਵਿੱਚ ਜਾਣ ਲਈ ਤਿਆਰ ਬਰ ਤਿਆਰ ਕਰ ਦਿੱਤਾ। ਸਿੰਘ ਬੇਨਤੀਆਂ ਕਰਦੇ, ਮਹਾਰਾਜ ਦੋਵੇਂ ਛੋਟੇ ਸਾਹਿਬਜ਼ਾਦਿਆਂ ਦਾ ਪਤਾ ਨਹੀਂ, ਵੱਡਾ ਪੁੱਤਰ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਿਆ, ਆ ਇੱਕੋ ਸਾਹਿਬਜ਼ਾਦਾ ਕੋਲ ਹੈ, ਇਹਨੂੰ ਤਾਂ ਰੱਖ ਲਓ ਨਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਸਿੰਘੋ ਕੀ ਤੁਹਾਡੇ ਵਿੱਚ ਤੇ ਅਜੀਤ ਸਿੰਘ ਵਿੱਚ, ਤੁਹਾਡੇ ਵਿੱਚ ਜੁਝਾਰ ਸਿੰਘ ਵਿੱਚ, ਚਾਰੇ ਸਾਹਿਬਜ਼ਾਦਿਆਂ ਵਿੱਚ ਤੁਹਾਡੇ ਵਿੱਚ ਅੱਜ ਤੱਕ ਮੈਂ ਕੋਈ ਫਰਕ ਸਮਝਿਆ? ਕਹਿੰਦੇ ਨਹੀਂ ਮਹਾਰਾਜ। ਕਹਿੰਦੇ ਫਿਰ ਅੱਜ ਵੀ ਤੁਸੀਂ ਫਰਕ ਨਾ ਪਾਓ, ਜਿਸ ਤਰ੍ਹਾਂ ਦੇ ਤੁਸੀਂ ਮੇਰੇ ਪਿਆਰੇ ਪੁੱਤਰ ਹੋ ਉਸੇ ਤਰ੍ਹਾਂ ਦੇ ਮੇਰੇ ਇਹ ਪਿਆਰੇ ਪੁੱਤਰ ਹੈ, ਇਹਨੂੰ ਮੈਦਾਨੇ ਜੰਗ ਵਿੱਚ ਜਾਣ ਦਿਓ। ਗੜੀ ਦਾ ਬੂਹਾ ਖੁੱਲ੍ਹਿਆ, ਸਿੰਘਾਂ ਦੇ ਜਥੇ ਸਮੇਤ ਬਾਬਾ ਜੁਝਾਰ ਸਿੰਘ ਜੀ ਮੈਦਾਨੇ ਜੰਗ ਵਿੱਚ ਗਏ। ਜਾਣਸਾਰ ਗੁਰੂ ਕੇ ਸਿੰਘ ਨੇ ਤਰਥੱਲੀ ਮਚਾ ਦਿੱਤੀ, ਉਧਰ ਦੁਸ਼ਮਣ ਦਲ ਸਾਧ ਸੰਗ ਟਿੱਡੀ ਦਲ ਵਾਂਗੂ ਆ ਕੇ ਉਮੜ ਪਿਆ। ਗੁਰੂ ਕਾ ਛੋਟਾ ਸਾਹਿਬਜ਼ਾਦਾ ਆਇਆ, ਘੇਰ ਲਓ, ਇਹ ਇੰਨਾ ਜੰਗ ਦਾ ਨਿਪੁੰਨ ਨਹੀਂ ਹੋਵੇਗਾ। ਜਦੋਂ ਸਾਧ ਸੰਗਤ ਗਿਣਤੀ ਤੋਂ ਬਹੁਤੀਆਂ ਫੌਜਾਂ ਨੇ ਆ ਕੇ ਹੱਲਾ ਬੋਲਿਆ ਨਾ, ਇੱਕ ਵਾਰੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਪੈਰ ਉਖੜ ਗਏ, ਘੇਰਾ ਪੈ ਗਿਆ। ਕਲਗੀਆਂ ਵਾਲੇ ਬਾਪੂ ਨੇ ਚਮਕੌਰ ਦੀ ਗੜੀ ਦੇ ਉੱਤੋਂ ਨਜ਼ਰ ਮਾਰੀ, ਸਾਹਿਬਜ਼ਾਦਾ ਘਿਰ ਗਿਆ। ਸਤਿਗੁਰੂ ਜੀ ਨੇ ਗਿਣਤੀ ਦੇ ਕੁਝ ਕੁ ਤੀਰ ਆਪਣੇ ਪੱਥੇ ਦੇ ਵਿੱਚੋਂ ਚਲਾਏ, ਸਾਧ ਸੰਗਤ ਉਹ ਘੇਰਾ ਤੋੜ ਦਿੱਤਾ। ਸਾਹਿਬਜ਼ਾਦਾ ਫਿਰ ਕਾਇਮ ਦਾਇਮ ਹੋ ਗਿਆ, ਸੰਭਲ ਗਿਆ। ਮੁੜ ਕੇ ਫਿਰ ਸਾਹਿਬਜ਼ਾਦਾ ਜੀ ਨੇ ਕਦੇ ਆਪਣੀ ਤਲਵਾਰ ਦੇ ਨਾਲ, ਕਦੇ ਆਪਣੇ ਬਰਸ਼ੇ ਨੇਜੇ ਦੇ ਨਾਲ ਅਨੇਕਾਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਿਆ। ਇਉਂ ਤੀਰਾਂ ਦੀ ਬਰਸਾਤ ਸਾਹਿਬਜ਼ਾਦੇ ਉੱਤੇ ਹੋਈ, ਅਨੇਕਾਂ ਤੀਰ ਗਿਣਤੀ ਮਿਣਤੀ ਤੋਂ ਰਹਿਤ ਸਾਹਿਬਜ਼ਾਦੇ ਦੀ ਛਾਤੀ ਵਿੱਚ ਆ ਖੁੱਭੇ, ਨੇਜਿਆਂ ਦੇ ਵਾਰ ਹੋਏ। ਗੁਰੂ ਕਾ ਛੋਟਾ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਮੈਦਾਨੇ ਜੰਗ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੂੰ ਸਨਮੁਖ ਦੇਖਦਿਆਂ ਹੋਇਆਂ ਫਤਿਹ ਬੁਲਾ ਕੇ ਸ਼ਹੀਦ ਹੋ ਗਿਆ ਹੈ। ਉਸ ਤੋਂ ਬਾਅਦ ਸਾਧ ਸੰਗਤ ਜੀ ਕੁਝ ਕੁ ਸਿੰਘਾਂ ਦੇ ਜਥੇ ਹੋਰ ਹੋਏ। ਸ਼ਾਮ ਦਾ ਵੇਲਾ ਹੋਇਆ, ਢਲਦੇ ਸੂਰਜ ਦੀ ਲਾਲੀ, ਜੰਗ ਬੰਦ ਹੋ ਗਈ ਇੱਕ ਵਾਰ। ਰਾਤ ਦਾ ਸਮਾਂ, ਗੜੀ ਵਿੱਚ ਕੁਝ ਗਿਣਤੀ ਦੇ 8-10 ਸਿੰਘ ਬਾਕੀ ਰਹਿ ਗਏ ਆ, ਸਾਰੇ ਸਿੰਘ ਸ਼ਹੀਦੀ ਪ੍ਰਾਪਤ ਕਰ ਚੁੱਕੇ ਆ। ਕੁਝ ਕੁ ਸਿੰਘਾਂ ਨੇ
क्योंकि 3 प्यारे भी शहीद हो चुके हैं। भाई हिम्मत सिंह, भाई मोहकम सिंह, भाई साहिब सिंह, गुरु के अत प्यारे सिख जिन्हों ने सिੱਖੀ लैण वास्ते सीस भेंट किए सन। विसाखी वेले जदों खालसे की साजना हुई तो साध संगत जी उन्हों की शहादत हो चुकी है। बाकी दे सिंह भाई दया सिंह जी, भाई धर्म सिंह जी, भाई मान सिंह जी, भाई संगत सिंह जी, भाई संत सिंह जी इत्यादि कुछ होर गिणती के सिंह हाजिर हैं। चमकौर की गढ़ी विच सिंह एक पासे खड़ के आपस में विचार वटांदरा कर रहे हैं। विचार वटांदरा करके तंबू विच बैठे, वो खेमे विच, वो कमरे विच बैठे सतगुरु पातशाह जी दे कोल आए। सतगुरु जी पुछदे ਸਿੰਘੋ आओ किवें आउणा होया, अज मेरे तो बगैर ही कल्ले ही सलाहां कर रहे हो। कहंदे महाराज गल ही इकल्लियां दे सलाहां करन वाली है। बेनती कीती ਸਿੰਘਾਂ ने, महाराज आप जी किरपा करो, ये चमकौर की गढ़ी छड्ड के चले जाओ। साडी बेनती है, जेकर माली ना रहे तो बाग का कुछ बनता नहीं बाद विच, ते जे बाग उजड़ जावे, माली जिउंदा होवे ना सरीरक रूप दे विच होवे तो इहो जे कई बाग ला सकदा है। महाराज सच्चे पातशाह आप जी बाहर चले जाओगे, जिन्ने मर्जी सिंह सजा सकते हो, जिन्नियां मर्जी फौजां एकत्र कर सकते हो, पंथ खालसे का भला कर सकते हो, पर आप जी किरपा करो, साडी बेनती मन के चले जाओ। सतगुर सच्चे पातशाह उस वेले मना कर देंदे आ, भाई नहीं, दुनिया के लोग कहणगे आ बेगाने पुत्रां नूं मरवा के, अपने पुत्रां नूं मरवा के मैदाने जंग भी शहीद करा के आ गुरु चोरां वांगू निकल गया। रण दा चोर नहीं बनना मैं भी तुहाडे नाल इस मैदाने जंग दे विच जूझांगा। हमेशा अरदास करदे हां, देह सिवा बर मोहे यह शुभ कर्मन ते कबहू ना टरो, ना डरो अरसों जब जाए लरो, निश्चय कर अपनी जीत करो अर सिखो अपने ही मन को, यह लाल चहो गुण ताओ चरो, जब आव की औद निदान बने, अत ही रण में तब जूझ मरो। ਸਿੰਘੋ ਤੁਹਾਨੂੰ उपदेश दिंदा रहा, जदों उम्र का अंतिम समा बन आवे, मैदाने जंग विच जूझ के मरना चाहिए, जूझ के शहादतां प्राप्त करनियां चाहिए। मरण मुनसा सूर्या हक है, जो होए मरण प्रवाणो, सूरे से ही आगे आखी है, ये दरगह पावे साची मानो। वो सूरमे कहे जाते हैं जिहड़े प्रवाणिक हो के सूरा सो पहचानी है, जो लरै दीन के हेत पुरजा पुरजा कट मरै, कबहू न छाड़े खेत। मैं भी मैदाने जंग में शहादत प्राप्त करांगा। सिंह चुपचाप उठ के चले गए। बाहर खड़ के फिर वो बचन याद करते हैं। कलगियां वाले पातशाह ने खालसा सजा के एक बचन किया सी, खालसा मेरो सतगुर पूरा, खालसा मेरो सज्जन सूरा। खालसे नूं सतगुरु साहब जी ने गुरु होने का भी मान बख्शिया। सिंह कहते भावें सतगुरु साहब जी सरमौर हन, असी उन्हां सामने गुरु बन के खड़े होइए, ये आत्मा तो नहीं मनती, पर वक्त की मंग ये है कि सतगुरु साहब जी जे बेनती नहीं मानते तो खालसे के रूप में सतगुरु जी को गुरमता करके हुक्म किया जाए। ਸਿੰਘਾਂ ने गुरमता किया, सतगुरु साहब जी को बाहर बुलाया। सतगुरु जी आ ਸਿੰਘਾਂ की विचार सुनो। सतगुरु आए, हाँ जी खालसे का की हुक्म है। महाराज सच्चे पातशाह खालसे वालों ये गुरमता होया कि आप जी ने खालसे नूं गुरु होने का मान बख्शिया ना, गुरु खालसा खालसा गुरु, तो खालसे का ये गुरमता है कि आप जी अज इसे वक्त ही चमकौर की गढ़ी नूं छड्ड के जाओगे, कोई बहाना नहीं करोगे, तुसी इत्थे शहादत नहीं दोगे। महाराज सच्चे पातशाह कहते मैं जूझना चाहता हाँ, पर ਸਿੰਘਾਂ ने फिर भी बेनती रूप में ही आख्या, भाई अज भावें असी इतिहास सुनाउण वेले ये कहना पैंदा कि खालसे ने हुक्म किया, पर खालसा गुरु नूं हुक्म नहीं पाई। खालसे ने फिर भी बेनती रूप में ही आख्या, महाराज साडी ਸਿੰਘਾਂ दी ये विचार है, साडे वर्गे लखां पैदा करेगा तू, पासा जगत का असी कोई थमना नहीं, जे तू ना रहा दशमेश दूले, गुरु गोबिंद सिंह मुड़ के कोई जमना नहीं। महाराज साडे वर्गे लखां सिंह पैदा कर लओगे तुसी, पर जे महाराज सच्चे पातशाह तुसी इत्थे शहादत देती, असी गुरु गोबिंद सिंह तो पैदा नहीं कर सकते ना, असंगतां तो गुरु गोबिंद सिंह तो नहीं ना दूजा पैदा होना कोई, तुहाडे वर्गी हस्ती तो तुसी आप ही हो। सो खालसा जी खालसे का हुक्म मन के सतगुरु सच्चे पातशाह जी ने फिर साध संगत चमकौर की जंग वाली उस रात नूं साध संगत ये गढ़ी छड्डण का मन बना लिया।
ਫਿਰ ਵੀ ਸਤਿਗੁਰੂ ਨੇ ਆਖਿਆ, ਭਾਈ ਮੇਰੀਆਂ ਦੋ ਬੇਨਤੀਆਂ ਖਾਲਸੇ ਅੱਗੇ। ਇੱਕ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੈਂ ਚੁੱਪਚਾਪ ਨਹੀਂ ਜਾਣਾ, ਰੌਲਾ ਪਾ ਕੇ ਜਕਾਰਾ ਛੱਡ ਕੇ ਜਾਣਾ ਹੈ। ਪੀਰੇ ਹਿੰਦ ਮੇਰ ਵੱਧ, ਹਿੰਦ ਦਾ ਪੀਰ ਜਾ ਰਿਹਾ ਹੈ। ਦੂਜਾ ਅਸੀਂ ਤਾੜੀ ਵਜਾ ਕੇ ਜਾਣਾ ਹੈ। ਸਿੰਘਾਂ ਨੇ ਆਖਿਆ, ਮਹਾਰਾਜ ਤੁਹਾਨੂੰ ਕੱਲਿਆਂ ਨੂੰ ਨਹੀਂ ਭੇਜਣਾ, ਕੁਝ ਕੁ ਸਿੰਘ ਤੁਹਾਡੇ ਨਾਲ ਜਾਣਗੇ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਇਹਨਾਂ ਸਿੰਘਾਂ ਦੀ ਡਿਊਟੀ ਲਾਈ, ਤੁਸੀਂ ਸਤਿਗੁਰੂ ਦੇ ਨਾਲ ਜਾਣਾ। ਇੱਕ ਨੀਤੀ ਦੇ ਤਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਭਾਈ ਚਾਰ ਦਿਸ਼ਾਵਾਂ ਦੇ ਵਿੱਚ ਆਪਾਂ ਚਾਰੇ ਅਲੱਗ-ਅਲੱਗ ਦਿਸ਼ਾਵਾਂ ਵਿੱਚ ਜਾਵਾਂਗੇ। ਬਾਹਰ ਨਿਕਲ ਕੇ ਤਾੜੀ ਮਾਰਨੀ ਹੈ। ਇਕੱਠਿਆਂ ਨੇ ਇੱਕੋ ਵਕਤ ਦੇ ਉੱਤੇ ਕਹਿਣਾ, ਪੀਰੇ ਹਿੰਦ ਮੇਰ ਵੱਧ, ਹਿੰਦ ਦਾ ਪੀਰ ਜਾ ਰਿਹਾ ਹੈ, ਜੇ ਕਿਸੇ ਵਿੱਚ ਹਿੰਮਤ ਹੈ ਤਾਂ ਆ ਕੇ ਟਾਕਰਾ ਕਰੇ, ਫੜ ਲਵੇ। ਇਉਂ ਸਤਿਗੁਰੂ ਜੀ ਦੇ ਹੁਕਮ ਮੁਤਾਬਕ ਸਾਧ ਸੰਗਤ ਜੀ ਸਿੰਘਾਂ ਨੇ ਇਹ ਮਤਾ ਬਣਾ ਲਿਆ ਵੀ ਚਮਕੌਰ ਦੀ ਗੜੀ ਵਿੱਚੋਂ ਇਸ ਪ੍ਰਕਾਰ ਬਾਹਰ ਨਿਕਲਣਾ ਹੈ। ਜਦੋਂ ਸਤਿਗੁਰੂ ਜਾਣ ਲੱਗੇ, ਜੋੜਾ ਉਤਾਰ ਦਿੱਤਾ। ਨਾਲ ਭਾਈ ਸੰਗਤ ਸਿੰਘ ਜੀ ਦੇ ਸਿਰ ਦੇ ਉੱਤੇ ਆਪਣੀ ਕਲਗੀ ਲਾ ਕੇ ਸਜਾ ਦਿੱਤੀ ਬਾਜਾਂ ਵਾਲੇ ਸਤਿਗੁਰੂ ਨੇ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਕਹਿੰਦੇ ਆ, ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ, ਆ ਪੰਥ ਨੂੰ ਸਭ ਕੁਝ ਬਖਸ਼ ਦਿੱਤਾ। ਕਲਗੀਆਂ ਵਾਲਾ ਸਤਿਗੁਰੂ ਕਹਿੰਦੇ ਆ ਨਾ, ਉਹ ਕਲਗੀ ਵੀ ਪੰਥ ਨੂੰ ਬਖਸ਼ ਦਿੱਤੀ। ਆਖਿਆ, ਭਾਈ ਸੰਗਤ ਸਿੰਘ ਆ ਤੇਰੇ ਜਿਹੜਾ ਜਾਮਾ ਚੋਲਾ ਪਹਿਨਿਆ ਹੋਇਆ ਇਹ ਲਾ ਕੇ ਦੇ, ਇਹ ਅਸੀਂ ਪਹਿਨਣਾ। ਆਪਣੇ ਵਾਲਾ ਉਹਨੂੰ ਪਹਿਨਾ ਦਿੱਤਾ। ਭਾਈ ਦਇਆ ਸਿੰਘ ਜੀ ਨੇ ਲਿਆ ਕੇ ਅੱਗੇ ਜੋੜਾ ਰੱਖਤਾ। ਮਹਾਰਾਜ ਜੋੜਾ ਤਾਂ ਪਹਿਨ ਲਵੋ, ਕੰਡਿਆਂ ਵਾਲਾ ਮਾਰਗ, ਰੋੜਾਂ ਦਾ ਮਾਰਗ, ਰਾਤ ਦੇ ਹਨੇਰੇ ਵਿੱਚ ਜਾਣਾ, ਪੈਰਾਂ ਨੂੰ ਠੋਕਰਾਂ ਲੱਗਣਗੀਆਂ, ਤੁਹਾਨੂੰ ਕੋਈ ਦੁੱਖ ਨਾ ਹੋਵੇ, ਇਹ ਜੋੜਾ ਪਹਿਨ ਲਓ। ਮਹਾਰਾਜ ਕਹਿੰਦੇ ਇਸੇ ਕਰਕੇ ਜੋੜਾ ਲਾਹਿਆ ਕਿ ਮੈਨੂੰ ਦੁੱਖ ਨਾ ਹੋਵੇ। ਮਹਾਰਾਜ ਜੋੜਾ ਪਹਿਨ ਕੇ ਦੁੱਖ ਕਿਵੇਂ? ਸਤਿਗੁਰੂ ਜੀ ਕਹਿੰਦੇ ਚਮਕੌਰ ਦੀ ਗੜੀ ਵਿੱਚੋਂ ਬਾਹਰ ਨਿਕਲਣਾ, ਜੰਗ ਲੜਦੇ ਸਿੰਘਾਂ ਦੇ ਦੁਮਾਲੇ ਖੁੱਲੇ ਹੋਣਗੇ, ਕਈਆਂ ਦੇ ਲੰਬੇ ਦਾੜੇ ਦੂਰ ਤੱਕ ਖਿਲਰੇ ਹੋਣਗੇ, ਕੇਸ ਖਿਲਰੇ ਹੋਣਗੇ। ਜੋੜਾ ਪਾ ਕੇ ਜਾਵਾਂਗਾ, ਜਿਨ੍ਹਾਂ ਕੇਸਾਂ ਵਿੱਚ ਮੈਂ ਆਪ ਅੰਮ੍ਰਿਤ ਪਾਇਆ, ਉਹਨਾਂ ਕੇਸਾਂ ਉੱਤੇ ਜੋੜਾ ਰੱਖ ਕੇ ਕਿਤੇ ਬੇਅਦਬੀ ਨਾ ਹੋ ਜਾਵੇ। ਇਸ ਕਰਕੇ ਦਇਆ ਸਿੰਘ ਮੈਂ ਜੋੜਾ ਨਹੀਂ ਪਹਿਨਣਾ। ਕਲਗੀਆਂ ਵਾਲੇ ਪਾਤਸ਼ਾਹ ਅੱਧੀ ਰਾਤ ਚਮਕੌਰ ਦੀ ਗੜੀ ਛੱਡੀ। ਉਸੇ ਤਰ੍ਹਾਂ ਨੀਤੀ ਸਹਿਤ ਚਾਰੇ ਸਿੰਘ ਸਤਿਗੁਰੂ ਜੀ ਦੇ ਸਮੇਤ ਇਹ ਬਾਹਰ ਨਿਕਲੇ। ਪੀਰੇ ਹਿੰਦ ਮੇਰ ਵੱਧ ਤਾੜੀ ਮਾਰ ਕੇ ਆਖਿਆ, ਹਿੰਦ ਦਾ ਪੀਰ ਜਾ ਰਿਹਾ। ਰਾਤ ਦੇ ਹਨੇਰੇ ਵਿੱਚ ਅਵੇਸਲੀਆਂ ਫੌਜਾਂ, ਇੱਕਦਮ ਹਲਚਲ ਮਚ ਪਈ। ਕਿੱਧਰੋਂ ਆਵਾਜ਼ ਆਈ, ਕੋਈ ਕਹਿੰਦਾ ਇੱਧਰੋਂ ਆਈ ਹੈ, ਕੋਈ ਕਹਿੰਦਾ ਇੱਧਰੋਂ। ਚਾਰੇ ਦਿਸ਼ਾਵਾਂ ਵਿੱਚ ਇੱਕ ਦੂਜੇ ਨੂੰ ਵੱਢਣ ਟੁੱਕਣ ਲੱਗ ਪਏ। ਇੰਨੀ ਦੇਰ ਨੂੰ ਸਤਿਗੁਰੂ ਸਾਹਿਬ ਜੀ ਔਰ ਤਿੰਨੇ ਸਿੰਘ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਇਹ ਸਾਧ ਸੰਗਤ ਜੀ ਚਮਕੌਰ ਦੀ ਗੜੀ ਵਿੱਚੋਂ ਚਲੇ ਗਏ। ਦੂਜਾ ਦਿਨ ਚੜ੍ਹਦਾ ਹੈ। ਬਾਕੀ ਦੇ ਰਹਿੰਦੇ ਸਿੰਘ ਸਾਧ ਸੰਗਤ ਜੀ ਚਮਕੌਰ ਦੀ ਗੜੀ ਤੋਂ ਬਾਹਰ ਨਿਕਲ ਕੇ ਦੁਸ਼ਮਣਾਂ ਦੇ ਨਾਲ ਲੜਦੇ ਹੋਏ ਜਾਮੇ ਸ਼ਹਾਦਤ ਨੂੰ ਪ੍ਰਾਪਤ ਕਰਦੇ ਹੈ। ਦੁਸ਼ਮਣ ਫੌਜਾਂ ਨੂੰ ਭੁਲੇਖਾ ਪੈਂਦਾ, ਭਾਈ ਸੰਗਤ ਸਿੰਘ ਜੀ ਦਾ ਸਿਰ ਸੀਸ ਵੱਢ ਕੇ ਲੈ ਜਾਂਦੇ ਆ ਕਿ ਸ਼ਾਇਦ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਸਿਰ ਵੱਢ ਲਿਆ। ਪਰ ਜਦੋਂ ਬਾਅਦ ਵਿੱਚ ਪਤਾ ਲੱਗਦਾ ਹੈ, ਫਿਰ ਇਹਨਾਂ ਵਿੱਚ ਹਲਚਲ ਮਚਦੀ ਹੈ। ਇਸ ਤਰ੍ਹਾਂ ਸਤਿਗੁਰੂ ਜੀ ਚਮਕੌਰ ਦੀ ਗੜੀ ਨੂੰ ਛੱਡ ਕੇ ਰਸਤੋਂ ਰਸਤੀ ਹੁੰਦੇ ਹੋਏ ਸਾਧ ਸੰਗਤ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚਦੇ ਆ। ਅੱਗੇ ਇਤਿਹਾਸ ਬਹੁਤ ਲੰਮੇਰਾ ਹੈ। ਅੱਗੇ ਗੁਰੂ ਕੇ ਸਿੰਘ ਇੱਥੇ ਗੁਲਾਬੇ ਪੰਜਾਬੇ ਦੇ ਖੂਹ ਦੇ ਉੱਤੇ ਜਾ ਕੇ ਤਿੰਨੇ ਸਿੰਘ ਸਤਿਗੁਰੂ ਸਾਹਿਬ ਜੀ ਨੂੰ ਮਿਲਦੇ ਆ। ਜਿਵੇਂ ਗੁਲਾਬਾ ਪੰਜਾਬਾ ਮਸੰਦ ਸਤਿਗੁਰੂ ਜੀ ਨੂੰ ਆਪਣੇ ਘਰ ਲੈ ਕੇ ਜਾਂਦੇ ਆ। ਫਿਰ ਉੱਥੇ ਗਨੀ ਖਾਂ ਨਬੀ ਖਾਂ ਉੱਚ ਦਾ ਪੀਰ ਬਣਾ ਕੇ ਸਤਿਗੁਰੂ ਸਾਹਿਬ ਜੀ ਨੂੰ ਆਲਮਗੀਰ ਵਾਲੀ ਦਿਸ਼ਾ ਅੱਗੇ ਮਾਲਵੇ ਵੱਲ ਲੈ ਕੇ ਜਾਂਦੇ ਆ। ਸੋ ਇਹ ਇਤਿਹਾਸ ਆਪ ਜੀ ਨੇ ਪਹਿਲਾਂ ਵੀ ਲੜੀਵਾਰ ਕਥਾ ਵਿੱਚ ਸੁਣਿਆ ਹੈ। ਅੱਜ ਇਹ ਸ਼ਹਾਦਤਾਂ ਦਾ ਦਿਨ ਹੋਣ ਕਰਕੇ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਨਮਸਕਾਰ ਕਰਨ ਦੇ ਲਈ ਆਪਾਂ ਥੋੜ੍ਹੀ ਜਿਹੀ ਵਿਚਾਰ ਸੰਖੇਪ ਰੂਪ ਦੇ ਵਿੱਚ ਹੀ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਉਹਨਾਂ ਸ਼ਹੀਦਾਂ ਸਿੰਘਾਂ ਦੇ ਉਸ ਧਰਮ ਦੇ ਰਸਤੇ ਦੇ ਉੱਤੇ ਚੱਲਣ ਦਾ ਸਾਨੂੰ ਸਾਰਿਆਂ ਨੂੰ ਬਲ ਬਖਸ਼ਿਸ਼ ਕਰਨ। ਕੋਟਾਨ ਕੋਟ ਵਾਰੀ ਸਜਦਾ ਪ੍ਰਣਾਮ ਚਮਕੌਰ ਗੜੀ ਦੇ ਉਹਨਾਂ ਸਮੂਹ ਸ਼ਹੀਦਾਂ ਸਿੰਘਾਂ ਦੇ ਚਰਨਾਂ ਵਿੱਚ ਜਿਹੜੇ ਸਤਿਗੁਰੂ ਜੀ ਦੇ ਸਨਮੁਖ ਰਹਿੰਦੇ ਹੋਏ ਸਿੱਖੀ ਸਿਦਕ ਨਿਭਾ ਗਏ, ਜਾਮੇ ਸ਼ਹਾਦਤ ਨੂੰ ਜਿਨ੍ਹਾਂ ਨੇ ਪ੍ਰਾਪਤ ਕੀਤਾ। ਸੋ ਆਓ ਸਾਧ ਸੰਗਤ ਜੀ ਇਤਿਹਾਸ ਦੀ ਲੜੀਵਾਰ ਕਥਾ ਕਰਦੇ ਹਾਂ ਔਰ ਚਮਕੌਰ ਗੜੀ ਦੇ ਸਿੰਘਾਂ ਦਾ ਇਤਿਹਾਸ ਸਰਵਣ ਕਰਵਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਗੁਰਫਤਿਹ ਦੀ ਸਾਂਝ ਕਰੀਏ ਜੀ। ਇਸ ਪ੍ਰਕਾਰ ਕੀ ਕਰੀ ਬਿਲਾਸੀ, ਬਾਗ ਅਜਾਇਬ ਸਾਹਿਬ ਬਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।